KRPA 1550 AM ਤੇ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। 12:26 ਹੋਏ ਨੇ 23 ਫਰਵਰੀ ਦਾ ਦਿਨ ਵਰਾ 2021 ਦਾ ਮੰਗਲਵਾਰ ਹੈ। 12 ਫੱਗਣ ਨਾਨਕ ਸੇ ਸੰਮਤ 552 ਨਿੱਘਾ ਹਾਰਦਿਕ ਸਵਾਗਤ ਹੈ। ਆ ਦੇਖ ਕਲਾਵਾਂ ਚੜ੍ਹਦੀਆਂ ਨੇ। ਅੱਜ ਦੀ ਲੋਕ ਸੱਥ ਦੇ ਵਿੱਚ ਅਹਿਮ ਘਟਨਾਵਾਂ, ਗੱਲਾਂ ਬਾਤਾਂ, ਗੀਤ ਸੰਗੀਤ, ਸੁਲਝਦੇ ਮਸਲਿਆਂ ਤੇ ਗੱਲਬਾਤ ਹੋਏਗੀ। ਪਹਿਲੇ ਹਿੱਸੇ ਦੇ ਵਿੱਚ ਬਹਿੰਦਿਆਂ ਸਾਰ ਹੀ ਕੁਛ ਲੋਕਲ ਖਬਰਾਂ ਤੇ ਨਾਲ ਹੀ ਇਸ ਦੇ ਗੱਲਬਾਤ ਮਹਾਰਾਜ ਵਾਲੀ ਰੈਲੀ ਦੀ ਚੱਲਣੀ ਹੈ। ਤੇ ਅਗਲੇ ਹਿੱਸੇ ਦੇ ਵਿੱਚ ਸਾਡੇ ਇਤਿਹਾਸ ਦੇ ਵਿੱਚੋਂ ਗੁਰੂ ਨਾਨਕ ਪਾਤਸ਼ਾਹ ਦੀਆਂ ਪਹਿਲੀਆਂ ਦੋ ਕੜੀਆਂ, ਉਹਨਾਂ ਦੇ ਸਮੇਂ ਦੀ ਤੇ ਪੰਜਾਬ ਦਾ ਜਿਹੜਾ ਪੂਰਵ ਈਸਾ ਪੂਰਵ ਤੋਂ 3 ਸਦੀਆਂ ਤੋਂ ਪਹਿਲਾਂ ਇਹ ਗੁਰੂ ਸਾਹਿਬ ਦੀ 15ਵੀਂ ਸਦੀ ਤੱਕ 17 ਸਦੀਆਂ ਦੀ ਗੱਲਬਾਤ ਸੁਣਾਈ ਹੈ। ਗੁਰੂ ਪਾਤਸ਼ਾਹ ਜੀ ਦੇ ਪ੍ਰਗਟਣ ਤੋਂ ਬਾਅਦ ਉਸ ਜ਼ਿੰਦਗੀ ਨੂੰ ਅੱਗੇ ਤੋਰਾਂਗੇ ਤੇ ਨਾਲ ਤੁਸੀਂ ਗੱਲਬਾਤ ਕਰਨੀ ਹੈ। ਤੁਸੀਂ ਸ਼ਾਮਲ ਹੋਇਆ ਕਰੋ। ਮੈਂ ਥੋੜੀ ਗੱਲਬਾਤ ਕਰਕੇ ਸਮੇਟਿਆ ਕਰਾਂਗਾ, ਤੁਸੀਂ ਵੀ ਇਹਦੇ ਚ ਨਾਲ ਮੇਰੇ ਸ਼ਾਮਲ ਹੋਇਆ ਕਰੋ। 1844 247 1550 18424715550 krpradio.com ਤੇ ਸਿੱਧਾ ਚੱਲਦਾ ਪ੍ਰਸਾਰਨ ਤੇ ਲੋਕ ਸੱਥ ਤੇ ਪਾ ਦਈਦਾ ਐਨ ਪੁੜ ਕੇ ਦੋਨੇ ਸ਼ੋਅ ਪਾਏ ਹੁੰਦੇ ਨੇ ਪਵਨ ਜਵੰਦੇ ਤੇ LOKSATTH ਪਾਉਣਾ ਲੋਕ ਸੱਥ 604 729 1224 ਆਪਣਾ WhatsApp ਤੇ ਟੈਕਸਟ ਲਈ ਨੰਬਰ ਹੈ 604 7+29 729 12 ਸਿੱਧੇ ਸਫਰਾਰਬਾ ਸਵਾ ਤਨੀਨ ਤਿੱਸਾ ਵਾਹਿਦ ਤਿੱਸਾ ਤਿੱਸਾ ਅਰਬਾ। ਇਹ WhatsApp ਤੇ ਟੈਕਸਟ ਲਈ ਨੰਬਰ ਹੈ ਤੁਹਾਨੂੰ। ਆ ਵੇਖ ਕਲਾਵਾਂ ਚੜ੍ਹਦੀਆਂ ਨੇ, ਇਹ ਤਾਂ ਖਮਾਰ ਦੇ ਕਲਮੇ ਪੜ੍ਹਦੀਆਂ ਨੇ। ਇਹਨਾਂ ਇੰਨੀ ਛੇਤੀ ਹਰਨਾ ਨਹੀਂ, ਤੇਰਾ ਜ਼ਬਰ ਜਾਲਵਾਸ ਜਰਨਾ ਨਹੀਂ, ਤੱਕ ਫੇਰ ਹੌਸਲੇ ਫੜਦੀਆਂ ਨੇ। ਆ ਵੇਖ ਕਲਾਵਾਂ ਚੜ੍ਹਦੀਆਂ ਨੇ। ਕਦੀ ਸੁਣੀ ਨਗਾਰੇ ਵੱਜਦਿਆਂ ਨੂੰ, ਜਦੋਂ ਰਾਹ ਨਹੀਂ ਲੱਭਦੇ ਭੱਜਦਿਆਂ ਨੂੰ, ਸਿੱਖਿਆ ਨਾ ਡਰਾਉਣਾ ਡਰਨਾ ਨਹੀਂ, ਕਦੀ ਵਾਰ ਪਹਿਲ ਵਿੱਚ ਕਰਨਾ ਨਹੀਂ। ਇਹ ਤਾਂ ਸਦਾ ਅਸੂਲਨ ਲੜਦੀਆਂ ਨੇ, ਬਾਜ਼ਰ ਚੀਜ਼ਾਂ ਤੇ ਅੜਦੀਆਂ ਨੇ, ਇਮਾਨ ਦੇ ਕਲਮੇ ਪੜ੍ਹਦੀਆਂ ਨੇ। ਆ ਵੇਖ ਕਲਾਮਾਂ ਚੜ੍ਹਦੀਆਂ ਨੇ। ਬਰਕਤ ਦੇ ਬੱਦਲਾਂ ਗਰਜਦਿਆਂ ਨੂੰ, ਸਾਗਰ ਤੇ ਬਰਬਰ ਰੱਜਦਿਆਂ ਨੂੰ, ਬੰਜਰ ਧਰਤੀ ਦਾ ਵਰਦੇ ਕਿਉਂ, ਭਰਿਆ ਨੂੰ ਐਵੇਂ ਭਰਦੇ ਕਿਉਂ। ਇੱਕ ਤਰਫ ਤਾਂ ਫਸਲਾਂ ਹੜਦੀਆਂ ਨੇ, ਇੱਕ ਤਰਫ ਜ਼ਮੀਨਾਂ ਸੜਦੀਆਂ ਨੇ, ਉਮੀਦ ਦੇ ਕਲਮੇ ਪੜ੍ਹਦੀਆਂ ਨੇ। ਆ ਵੇਖ ਕਲਾਮਾਂ ਚੜ੍ਹਦੀਆਂ ਨੇ। ਤੱਕ ਆਪਣੀ ਅਜ਼ਮਤ ਕੱਜਦਿਆਂ ਨੂੰ ਅਤੇ ਅਸਲ ਨੂਰ ਨਾਲ ਸੱਜਦਿਆਂ ਨੂੰ, ਉਹ ਜੇ ਪੈਰ ਜ਼ਮੀਨ ਤੇ ਧਰਨਾ ਨਹੀਂ, ਕਿਸੇ ਹੋਰ ਸ਼ਿੰਗਾਰ ਨਾਲ ਸਰਨਾ ਨਹੀਂ, ਇਹ ਤਾਂ ਆਪਣੇ ਹੀ ਗਹਿਣੇ ਘੜਦੀਆਂ ਨੇ, ਮਹਤਾਬ ਦੇ ਮੂਹਰੇ ਖੜਦੀਆਂ ਨੇ, ਬੇਫਿਕਰੀ ਦੇ ਕਲਮੇ ਪੜ੍ਹਦੀਆਂ ਨੇ। ਆ ਵੇਖ ਲੈ ਕਲਾਮਾਂ ਚੜ੍ਹਦੀਆਂ ਨੇ। ਕੀ ਖਬਰ ਹੈ ਕੱਲ ਦੀ ਅੱਜ ਦਿਆਂ ਨੂੰ, ਪੁੱਛਣਾ ਤਾਂ ਪੁੱਛ ਲਈ ਚੱਜਦਿਆਂ ਨੂੰ। ਜੇ ਪਿਆਰ ਦਾ ਦਰਿਆ ਤਰਨਾ, ਤੇਰਾ ਮਗਦਾ ਕਾਲਜਾ ਠਰਨਾ ਨਹੀਂ, ਸਰਤਾਜ ਦੇ ਦਿਲ ਵਿੱਚ ਵੜਦੀਆਂ ਨੇ ਤੇ ਸਿਹਰੇ ਸਿਰ ਤੇ ਚੜ੍ਹਦੀਆਂ ਨੇ, ਨਾਲੇ ਸਿਦਕ ਦੇ ਕਲਮੇ ਪੜ੍ਹਦੀਆਂ ਨੇ। ਆ ਵੇਖ ਕਲਾਮਾਂ ਚੜ੍ਹਦੀਆਂ ਨੇ। ਸਾਡੇ ਮੂਹਰੇ ਤਾਂ ਮਾਵਾਂ ਖੜਦੀਆਂ ਨੇ, ਇਹਨਾਂ ਇੰਨੀ ਛੇਤੀ ਹਰਨਾ ਨਹੀਂ, ਤੇਰਾ ਜ਼ਬਰ ਜ਼ਾਲਮਾ ਜਰਨਾ ਨਹੀਂ, ਤੱਕ ਫੇਰ ਹੌਸਲੇ ਫੜਦੀਆਂ ਨੇ। ਇਹਨੂੰ ਕਹਿਣ ਕਲਾਵਾਂ ਚੜ੍ਹਦੀਆਂ ਨੇ, ਇਹਨੂੰ ਕਹਿਣ ਕਲਾਵਾਂ ਚੜ੍ਹਦੀਆਂ ਨੇ। ਆ ਵੇਖ ਕਲਾਵਾਂ ਚੜ੍ਹਦੀਆਂ ਨੇ। ਸਤਿੰਦਰ ਸਰਤਾਜ ਲਿਖਦੇ ਆ। ਸਾਰਿਆਂ ਦਾ ਜੀ ਧੰਨਵਾਦ। ਤੇ ਭਾਈਚਾਰੇ ਦੇ ਵਿੱਚੋਂ ਕਈ ਮਾੜੀਆਂ ਖਬਰਾਂ ਵੀ ਆ ਰਹੀਆਂ ਨੇ। RCMP ਦੀ ਇੱਕ ਚੜ੍ਹਦੀ ਵਰੇਸ ਦੀ ਅਫੀਸਰ ਆਪਣੀ ਲੜਕੀ ਨੇ ਆਪਣੇ ਸਰਵਿਸ ਪਿਸਟਲ ਦੇ ਨਾਲ ਆਪਣੇ ਆਪ ਨੂੰ ਗੋਲੀ ਮਾਰੀ ਹੈ। ਰਿਚਮੰਡ RCMP ਦੇ ਪਰਿਵਾਰ ਦੇ ਨਾਲ ਅਸੀਂ ਅੱਤ ਇਸ ਦੁੱਖ ਦੀ ਘੜੀ 'ਚ ਖੜੇ ਹਾਂ ਤੇ ਨਾਮ ਵਗੈਰਾ ਸਾਰਾ ਕੁਛ ਆ ਗਿਆ, ਪਰ ਫਿਰ ਵੀ ਮੈਂ ਜਨਤਕ ਨਹੀਂ ਕਰਨਾ ਚਾਹੁੰਦਾ ਕਿਉਂਕਿ ਇਹ ਕੁਛ ਨਹੀਂ ਆਪਾਂ ਨੂੰ ਇਹੋ ਜਿਹਾ ਕਿ ਆਪਾਂ ਇਹਨੂੰ ਛੇਤੀ ਦੱਸ ਕੇ ਜੀ ਨੰਬਰ ਜੀ ਬਣਾਉਣੇ ਨੇ ਤੇ ਇਹ ਤੇ ਉਹ, ਇਹਦਾ ਕੋਈ ਨਹੀਂ। ਬਹੁਤ ਜ਼ਿਆਦਾ ਔਖੀ ਨੌਕਰੀ ਹੈ ਪੁਲਿਸ ਦੀ। ਕਾਰਨ ਤਾਂ ਹੁਣ ਜਿਹੜਾ ਤੁਰੇ ਗਿਆ ਉਹਨੇ ਕੀ ਕਾਰਨ ਦੱਸਣਾ, ਪਤਾ ਨਹੀਂ ਲੱਗਣਾ। ਪਰ ਇੱਕ ਗੱਲ ਮੈਂ ਜ਼ਰੂਰ ਕਹਾਂ ਕਿ ਸਾਰੇ ਕੰਮ ਸਾਰਿਆਂ ਲਈ ਨਹੀਂ ਹੁੰਦੇ, ਇਹ ਜ਼ਰੂਰ ਖਿਆਲ ਰੱਖਿਓ। ਬਹੁਤ ਜਿਹੜੇ ਫਸਟ ਰਿਸਪੌਂਡਰ ਨੇ ਇਹਨਾਂ ਨੂੰ ਬਹੁਤ ਟਰੌਮੇ ਦੇ ਵਿੱਚ ਦੀ ਲੰਘ ਜਾਂਦੇ ਨੇ। ਬਹੁਤ ਕੁਝ ਆ ਜਿਹੜਾ ਉੱਥੇ
ਅਜਿਹਾ ਕੁਛ ਹੁੰਦਾ ਸੀਨਸ ਤੇ ਜਿਹੜਾ ਵੇਖਿਆ ਨਹੀਂ ਜਾ ਸਕਦਾ। ਤੇ ਉਹ ਇਹ ਮੁਸ਼ਕਿਲ ਦੀ ਘੜੀ 'ਚ ਪਰਿਵਾਰ ਦੇ ਨਾਲ ਆ ਸੀ, ਪਰ ਬਹੁਤ ਦੁੱਖ ਦੀ ਖਬਰ ਹੈ ਭਾਈਚਾਰੇ ਦੇ ਵਿੱਚ। ਤੇ ਦੁੱਖ ਸੁੱਖ ਇੱਕ ਦੂਜੇ ਦਾ ਜੇ ਮਹਿਸੂਸ ਕਰਾਂਗੇ, ਦੇਖੋ ਇੱਕ ਤਾਂ ਗੱਲ ਕਰਨੀ ਹੈ, ਇੱਕ ਮਹਿਸੂਸ ਕਰਨਾ ਇੱਕ ਦੂਜੇ ਨੂੰ, ਇਹ ਬਹੁਤ ਜ਼ਰੂਰੀ ਹੈ ਭਾਈਚਾਰੇ ਦੇ ਵਿੱਚ। ਤਾਂ ਹੀ ਹਰ ਰੋਜ਼ ਜੇ ਕੋਈ ਵਧੀਕੀ ਕਰਦਾ, ਜੇ ਕੋਈ ਵਾਧਾ ਕਰਦਾ, ਜੇ ਕੋਈ ਸੁਣਦਾ ਨਹੀਂ, ਜੇ ਕੋਈ ਭਾਈਚਾਰੇ ਨਾਲ ਪੁੱਠੇ ਗੇੜ 'ਚ ਭਾਈਚਾਰੇ ਨੂੰ ਪਾਈ ਫਿਰਦਾ, ਤਾਂ ਉਸੇ ਸਮੇਂ ਆਪਾਂ ਕੋਸ਼ਿਸ਼ ਕਰੀਦੀ ਆ। ਹੋਰ ਨਿੱਜੀ ਰੌਲਾ ਨਹੀਂ ਹੈ ਕਿਸੇ ਨਾਲ। ਜੇ ਕੋਈ ਕਹੇ ਵੀ ਇਹ ਨਿੱਜੀ ਰੌਲਾ, ਕੰਸਲਟੈਂਟਾਂ ਦੀ ਗੱਲ ਕਰੀਦੀ ਆ। ਕੰਸਲਟੈਂਟਾਂ ਨੇ ਮੇਰਾ ਨਹੀਂ ਕੁਛ ਠੱਗਿਆ, ਨਾ ਹੀ ਕਿਸੇ ਮੇਰੇ ਟੱਬਰ ਦੇ ਜੀ ਨੇ ਆਉਣਾ। ਪਰ ਜਦ ਕਿਸੇ ਦਾ ਠੱਗਿਆ ਜਾਂਦਾ ਹੈ ਉਹ ਬਹੁਤ ਔਖਾ। ਮੈਂ ਹੁਣ 60,000 ਜਦ ਮੈਂ ਗਿਣਦਾ ਕਿ 60,000 ਜਿਹੜਾ ਅਗਲੇ ਹੀ ਟਰੂਡੋ ਨੇ ਆਹ ਸਾਲ ਦੇ ਵਿੱਚ ਹੋਰ ਕੱਢ ਦੇਣੇ ਨੇ, ਪਤਾ ਤਾਂ ਲੱਗੂਗਾ ਜਦ ਕੱਢੂਗਾ। ਪਰ ਜੇ ਮੈਨੂੰ ਲੱਗਦਾ ਹੈ ਬਈ ਉਹਦੇ ਤੇ ਸਰਕਾਰ ਐਕਟ ਕਿਉਂ ਨਹੀਂ ਕਰਦੀ। ਸਰਕਾਰ ਐਕਟ ਕਰਕੇ ਆਪ ਇਹ ਫੀਸ ਭਾਵੇਂ ਲੈ ਲਵੇ ਤੇ ਓਪਨ ਵਰਕ ਪਰਮਿਟ ਕਰ ਦੇਵੇ। ਆਪ 10,000 ਜੇ ਫੀਸ ਲੈ ਲਵੇ ਤਾਂ ਬਹੁਤ ਪੈਸਾ ਹੋ ਸਕਦਾ। $600 ਮਿਲੀਅਨ ਹੋ ਗਿਆ। ਨਹੀਂ ਤਾਂ ਜੇ 30 ਹਜ਼ਾਰ ਵਾਲਾ ਜੱਫਾ ਲੱਗ ਗਿਆ ਤਾਂ ਫਿਰ 1.2 ਬਿਲੀਅਨ ਆ। ਸੋਚ ਸਕਦੇ ਹੋ 1.2 ਬਿਲੀਅਨ ਕਿੰਨਾ? $1.25 ਅਰਬ ਹੈ ਤੇ 5 ਨਾਲ ਕਰ ਲਓ ਗੁਣਾ, ਉੱਥੋਂ ਜਿੰਨੇ ਆਉਣੇ ਨੇ 6 ਅਰਬ ਰੁਪਈਆ ਪੰਜਾਬ ਦੀ ਹਿੱਕ ਚੋਂ ਨਿਕਲਣਾ। ਕਿਉਂਕਿ ਉੱਥੇ ਵਾਲਿਆਂ ਦੀ 60,000 ਦੇ ਵਿੱਚੋਂ 70% ਉੱਥੇ ਵਾਲੇ ਹੀ ਨੇ। ਚੱਲ ਮੈਂ 60,000 ਤੋਂ ਛੱਡ ਦਵਾਂ, 40,000 ਆਪਣੇ ਲਾ ਲੈ, ਉਹਨੂੰ 30 ਨਾਲ ਗੁਣਾ ਕਰ ਲਾ, ਫੇਰ ਵੀ ਬਹੁਤ ਪੈਸੇ ਬਣਦੇ ਆ। ਤੋ ਇਸ ਦੀ ਜ਼ਰੂਰਤ। ਹੁਣ ਇਹ ਸੁਨੇਹਾ ਕਿਹਨੇ ਦੇਣਾ? ਸੁਨੇਹਾ ਉਹਨਾਂ ਨੇ ਦੇਣਾ ਜਿਹੜੇ ਤੁਹਾਡੇ ਚੁਣੇ ਹੋਏ ਨੇ। ਚੁਣੇ ਹੋਏ ਰਾਜਨੀਤੀ ਦੇ ਵਿੱਚ ਇੰਨਾ ਔਖੇ ਨੇ। ਕੱਲ ਧੰਨਵਾਦ ਤੁਹਾਡਾ, ਪਹਿਲਾਂ ਤਾਂ ਮੈਂ ਐਬਸਪੋਰਟ ਵਾਲਿਆਂ ਦੀ ਧੰਨਵਾਦ ਕਰਾਂ ਜਿਨ੍ਹਾਂ ਨੇ ਕੱਲ ਦੀ ਗੱਲ ਤੇ ਫਿਰ ਪਹਿਰਾ ਦਿੱਤਾ। ਕਾਇਮ ਹੋਏ ਹੋ ਤੁਸੀਂ, ਵਧੀਆ। ਤੁਹਾਡੇ ਸ਼ਹਿਰ ਦੇ ਵਿੱਚੋਂ ਇਹ ਗੱਲ ਹੋਣੀ ਚਾਹੀਦੀ। ਇਹ ਗਲਤ ਫਹਿਮੀ ਹੋ ਗਈ। ਕਈ ਨਾ ਪੰਜਾਬ ਦੇ ਵਿੱਚ ਝੋਲਾ ਚੱਕਦੇ ਹੁੰਦੇ ਸੀ, ਇੱਥੇ ਦੇ ਗਏ ਆ ਨੇਤਿਆਂ ਦਾ 4-4 ਸਾਲ ਦੀ ਡਿਗਰੀ 9-9 ਸਾਲ 'ਚ ਕਰਕੇ ਹੁਣ ਉਹ ਇੱਥੇ ਝੋਲਾ ਚੱਕੀ ਫਿਰਦੇ। ਉਹਨਾਂ ਦੇ ਮਨ 'ਚ ਆ ਵੀ ਹੁਣ ਇੱਥੇ ਅਸੀਂ MP ਦੀਆਂ ਸੀਟਾਂ ਦਬਾਉਣਗੇ। ਕਦੇ ਵੋਟਾਂ ਦੇ ਵਿੱਚ SSP ਸੱਦ ਕੇ ਬਿਠਾਉਂਦੇ ਨੇ, ਦੱਸੋ ਤੁਹਾਡੇ ਏਰੀਆ ਦਾ ਕੰਮ ਕਰਾਈਏ, SSP ਪੰਜਾਬ ਤੋਂ ਆਇਆ ਹੈ। ਸੰਗਤਾਂ ਨਹੀਂ ਆਉਂਦੀ। ਜਿਹੜੇ ਟਾਊਨ ਦੇ ਵਿੱਚ ਜਿਹੜੇ ਲੋਕ ਨੇ ਜਿਨ੍ਹਾਂ ਦੀਆਂ ਮੁਸ਼ਕਿਲਾਂ ਪਤਾ, ਜਿਹੜੇ ਕੰਸਟੀਚੁਐਂਟਸ ਨੇ, ਉਹ ਬਿਲਕੁਲ ਇਸ ਚੀਜ਼ ਤੇ ਬਰਾਬਰ ਖੰਡ ਗਏ, ਬਿਲਕੁਲ ਨਹੀਂ ਹੋਣ ਦੇਣ। ਚੱਲੇ ਸੀ ਨਾ ਇੱਕ MP ਸਾਹਿਬ, ਜਦ ਤੁਸੀਂ ਲਾਲਚ ਕਰ ਲੈਂਦੇ ਹੋ, ਪਹਿਲਾਂ ਬਣ ਗਏ MP, ਫਿਰ ਘਰ ਵਾਲੀ MP ਬਣ ਗਏ, ਹੁਣ ਕਹਿੰਦੇ ਪੁੱਤ MP ਬਣਾਉਣਾ। ਤਿੰਨੇ ਹੀ ਰਹਿ ਗਏ। ਇਹ ਸੂਬੇ ਦੀ ਇਲੈਕਸ਼ਨ, ਫਿਰ ਅਸੀਂ ਸ਼ਹਿਰ ਦੀ ਇਲੈਕਸ਼ਨ, ਅਸੀਂ ਫਲਾਣੇ ਨੂੰ ਮੇਅਰ ਖੜਾਵਾਂਗੇ, ਫਲਾਣੇ ਨੂੰ ਕੌਂਸਲਰ ਖੜਾਵਾਂਗੇ, ਫਲਾਣੀ ਜਗ੍ਹਾ MP ਖੜਾਵਾਂਗੇ, ਅਸੀਂ ਇੱਥੇ ਖੜਾਵਾਂਗੇ। ਹੁਣ MLA ਅਸੀਂ ਹਾਰ ਗਏ, ਹੁਣ ਅਸੀਂ MP ਖੜ ਜਾਵਾਂਗੇ। ਜਿਹੜੇ ਤੁਹਾਡੀਆਂ ਆਰਗੇਨਾਈਜੇਸ਼ਨ ਨੇ ਉਹਨਾਂ ਤੇ ਵੀ ਪਹਿਰਾ ਦਿਓ। ਤੁਹਾਡੀਆਂ ਸਰਮਾਰ ਆਰਗੇਨਾਈਜੇਸ਼ਨਾਂ ਖੁਰ ਜਾਣੀਆਂ ਨੇ, ਹੱਥਾਂ ਚੋਂ ਲੋਕੋ ਨਿਕਲ ਜਾਣੀਆਂ ਨੇ। ਨਿਗਾਹ ਮਾਰ ਲਓ ਆਲੇ ਦੁਆਲੇ, ਨਿਕਲ ਜਾਣਾ ਤੁਹਾਡੇ ਹੱਥੋਂ ਕੰਮ। ਤੁਹਾਡੇ ਬਹੁਤ ਵਧੀਆ ਅਸਾਸੇ ਬਣੇ ਹੋਏ ਨੇ ਕਮਿਊਨਿਟੀ ਦੇ, ਉਹਦੇ ਤੇ ਪਹਿਰਾ ਦੇ ਲਓ। ਨਾ ਕਰੋ ਪਰਾਂ ਹੂਪਰਿਆਂ ਦੇ ਇਹਨਾਂ ਨਾ ਕਰੋ। ਤੇ ਇਹਨਾਂ ਝੋਲਾ ਛਾਪ ਜਿਹੜੇ ਠੇਕੇਦਾਰ ਬਣੇ ਫਿਰਦੇ ਨੇ, ਦੂਜੇ ਸ਼ਹਿਰਾਂ 'ਚ ਜਾ ਕੇ ਸੀਟਾਂ ਵੰਡਦੇ ਆ, ਇਹਨਾਂ ਨੂੰ ਕਹੇ ਵੀ ਤੂੰ ਆਪ ਹੀ ਸੀਟ ਪਹਿਲਾਂ ਲੜ ਲੈ। ਬਹੁਤ ਮਾਣ ਕਈ ਮੰਨਦੇ ਆ, ਝੋਲਾ ਚੱਕ ਕੇ ਬਹੁਤ ਮਾਣ ਹੈ। ਚਲ ਇੱਕ ਪਾਸੇ ਖੜ ਜਾਓ, ਫਿਰ ਦੋ ਪਾਸੇ ਇੱਕ ਜਗ੍ਹਾ ਤੇ ਤੁਸੀਂ ਲੜਾਉਂਦੇ ਹੋ ਕਮਿਊਨਿਟੀ ਨੂੰ, ਔਰ ਪਤਾ ਲੱਗ ਜਾਂਦਾ ਸਭ ਨੂੰ ਕਿ ਕੀ ਹੋ ਰਿਹਾ। ਕੱਲ ਕਈਆਂ ਦੇ ਧੰਨਵਾਦ ਦੇ ਫੋਨ ਆਇਆ ਐਬਸਪੋਰਟ ਤੋਂ। ਮੈਂ ਕਿਹਾ ਧੰਨਵਾਦ ਨਹੀਂ, ਮੇਰੀ ਇਹ ਡਿਊਟੀ ਹੈ। ਮੈਂ ਇਹ ਨਹੀਂ ਚਾਹੁੰਦਾ ਵੀ ਇਹ ਕੰਮ ਹੋ। ਹਾਰੋ ਜਿੱਤੋ, ਪਰ ਆਪਣੇ ਤੁਹਾਡੇ ਲੋਕਲ ਬੰਦੇ ਖੜਨ। ਚਲੋ ਸ਼ਹਿਰ ਦਾ ਦੂਜੇ ਹਲਕੇ 'ਚ ਚਲੇ ਜਾਵੇ, ਸ਼ਹਿਰ ਦਾ ਤਾਂ ਹੋਊ। ਹੁਣ ਤੁਸੀਂ 60-70 ਕਿਲੋਮੀਟਰ ਦੂਰ ਜਾ ਕੇ ਬੰਦੇ ਖੜਾਉਣੇ ਨੇ। ਇਹ ਐਡੀ ਮਾੜੀ ਇੱਕ ਪਿਰਤ ਆ। ਇਹ ਪਿਰਤ ਨੇ ਸਾਡਾ ਸੱਤਿਆਨਾਸ਼ ਕੀਤਾ।
उकनागन वालिਆਂ ਨੂੰ ਕੱਲ ਵੀ ਬੇਨਤੀ ਕੀਤੀ, ਹੁਣ ਫੇਰ ਕੀਤਾ, ਆਪਣੇ ਬੰਦੇ ਇਕੱਠੇ ਕਰੋ, ਆਪਣਾ ਮੋਹਰੀ ਚੁਣੋ ਤੇ ਆਪ ਕਿਸੇ ਦੀ ਮਦਦ ਕਰੋ। ਜਦ ਕੱਲ ਨੂੰ ਤੁਹਾਡੇ ਤੇ ਇੱਥੇ ਮੁਸ਼ਕਲ ਪੈਂਦੀ ਹੈ, ਜਦ ਫਸਲਾਂ ਝੜਦੀਆਂ ਨੇ, ਗੜੇ ਪੈਂਦੇ ਨੇ, ਕੋਈ ਪੁੱਛਦਾ ਨਹੀਂ, ਕੋਈ ਨਹੀਂ ਆਉਂਦਾ ਤੁਹਾਡੇ ਕੋਲ। ਜਿੱਦਣ ਢਿੱਗਾਂ ਗਿਰਦੀਆਂ ਨੇ, ਪਹਾੜ ਪੂਰੇ ਹੀ ਆ ਜਾਂਦੇ ਨੇ ਖਿਸਕ ਕੇ, ਘਰ ਡੁੱਬ ਜਾਂਦੇ ਨੇ ਗਾਰਿਆਂ 'ਚ, ਕੋਈ ਨਹੀਂ ਆਉਂਦਾ ਤੁਹਾਡੇ। ਕਾਇਮ ਹੋ ਕੇ ਰਹੋ। ਗੁਲਾਮੀ ਆ ਜਿਹੜੀ ਇਹ ਲਾਹੋ ਗਲ ਦੇ ਵਿੱਚੋਂ, ਉੱਥੇ ਜੀ ਆ ਵੀ ਬਾਹਰ ਖੜਾਂਗੇ ਖੇਸੀਆਂ ਦੀ ਬੁੱਕਲ ਮਾਰ ਕੇ, ਫਿਰ ਨੇਤਾ ਜੀ ਬਾਹਰ ਨਿਕਲਣਗੇ, ਫਿਰ ਅਸੀਂ ਅੰਦਰ ਜਾਵਾਂਗੇ, ਫਿਰ ਜੀ ਆ ਜੀ ਫੋਨ ਕਰਿਓ। ਇੱਥੇ ਕਿਸੇ ਚੀਜ਼ ਦੀ ਲੋੜ ਨਹੀਂ। ਆਪਣਾ ਬਰਾਬਰ ਦਾ ਟੈਕਸ ਦਿਓ, ਹੱਕ ਸੱਚ ਤੇ ਰਹੋ। ਡਰਨ ਦੀ ਗੱਲ ਨਹੀਂ ਹੈ ਕਿਸੇ ਨੂੰ, ਨਾ ਡਰਾਓ ਨਾ ਡਰਨਾ ਕਿਸੇ ਤੋਂ। ਬਿਲਕੁਲ ਜੇ ਪੈਸਿਆਂ ਵਾਲੇ ਰਾਜ ਤੁਹਾਡੇ ਤੇ ਕਰਨ ਲੱਗ ਗਏ, ਇੱਕ ਗਰੁੱਪ ਉੱਠ ਕੇ ਤੁਹਾਨੂੰ ਰਾਜ ਤੁਹਾਡੇ ਤੇ ਕਰਨ ਲੱਗਾ, ਤੁਸੀਂ ਕਿਵੇਂ ਸਰਵਾਈਵ ਕਰੋਗੇ? ਮੈਨੂੰ ਐਂ ਦੱਸੋ। ਚਾਰ ਪੈਸੇ ਇਕੱਠੇ ਕਰਨੇ, ਹੁਣ ਦਵਾਨੀ ਨਹੀਂ ਨਿਕਲਦੀ ਜੇਬ ਚੋਂ ਇਹਨਾਂ ਪੈਸੇ ਵਾਲਿਆਂ, ਕਦੇ ਨਹੀਂ ਕੱਢਣਗੇ। ਅੱਜ ਜਿੱਦਣ ਹੋਊਗੀ ਚੋਣ ਛੋਣ, ਉਹ 'ਚ 50-60 ਹਜ਼ਾਰ ਲੱਖ ਇੱਧਰ ਉੱਧਰ ਤੇ ਆਹ ਲੈ ਲਓ, ਆਹ ਕਰ ਲਓ, ਆਹ ਕਰਦੇ, ਤੂੰ ਇੱਥੇ ਲਿਖ ਦੇ, ਆਹ ਸਾਤੋਂ ਲੈ ਲਾ। ਉਹ ਜਿਹੜਾ ਕੰਮ ਝੋਲੇ ਭਰ ਕੇ ਮੈਂਬਰਸ਼ਿਪਾਂ ਬਣਦੀਆਂ ਰਹੀਆਂ, ਉਹਨਾਂ ਦੀ ਵੀ ਬੰਨਣਗਿਰੀ ਕਰੋ। ਉਹਦੇ ਕਰਕੇ ਹੀ ਇਹ ਚੀਜ਼ਾਂ ਸੈੱਟ ਹੋ ਗਈਆਂ ਪੰਜਾਬ ਇੱਥੇ, ਵੀ ਜਿਹਦੀ ਜੇਬ ਡੂੰਘੀ ਹੈ ਤੇ ਉਹ ਬਣੂਗਾ ਨੇਤਾ। ਜਿਹੜਾ ਕੁਛ ਤੁਹਾਨੂੰ ਬੇਨਤੀ ਕਰੀ ਦੀ ਆ, ਉਹਨੂੰ ਤੇ ਪਲੀਜ਼ ਪਹਿਰਾ ਦਿਓ। ਇੱਕ ਤਾਂ ਜਿਹੜੀਆਂ ਤੁਹਾਡੀਆਂ ਆਰਗੇਨਾਈਜੇਸ਼ਨ ਬਣਾਈਆਂ ਹੋਈਆਂ ਤੁਹਾਡੇ ਸਿਰ ਤੋਂ, ਉਹਦੇ ਤੇ ਨਿਗਾਹ ਰੱਖੋ। ਕਿਹੜੇ ਸ਼ਹਿਰ 'ਚ ਕੋਈ ਵੀ ਬਣੀ ਹੋਈ ਸੰਸਕਾਰ ਲਈ ਜਗ੍ਹਾ ਬਣੀ ਆ, ਜਾਂ ਕੋਈ ਤੁਹਾਡੇ ਬਜ਼ੁਰਗਾਂ ਨੂੰ ਸਾਂਭਣ ਲਈ ਜਗ੍ਹਾ ਬਣੀ ਆ, ਕੁਛ ਵੀ ਬਣਿਆ ਹੋਇਆ, ਤੇ ਉਹਨਾਂ ਤੇ ਨਿਗਾਹ ਰੱਖੋ ਜੇ ਅੱਗੇ ਤੁਸੀਂ ਉਹਨੂੰ ਵਧਾਉਣਾ। ਉਹ ਐਂਟਰਪ੍ਰਾਈਜ਼ ਨਹੀਂ ਹੈ, ਕਿਸੇ ਦੀ ਲਿਮਟਿਡ ਕੰਪਨੀ ਨਹੀਂ ਹੈ, ਕਮਿਊਨਿਟੀ ਓਨ ਕਰਦੀ ਆ। ਅਸੀਂ ਆਪਣੇ ਜੇਬਾਂ 'ਚੋਂ ਪੈਸੇ ਕੱਢ ਕੇ ਦਿੱਤੇ ਨੇ। ਇਹਨਾਂ ਰੇਡੀਓ ਹੋਸਟ ਆਪਣੇ ਰੇਡੀਓ ਚੈਨਲਾਂ ਤੇ ਜਾ ਕੇ ਲੋਕਾਂ ਨੇ ਪੈਸੇ ਇਕੱਠੇ ਕੀਤੇ। ਜਾਂ ਤੁਸੀਂ ਛੱਡ ਦਿੰਦੇ ਹੋ ਵੀ ਵਧੀਆ ਚੱਲਦਾ, ਵਧੀਆ ਨਹੀਂ ਚੱਲਦਾ ਹੁੰਦਾ ਕੁਛ। ਸੋ ਬੇਨਤੀ ਆ ਕਿ ਉੱਥੇ ਵਾਲਾ ਤਾਂ ਠੀਕ ਅਸੀਂ ਕਰ ਲੈਣਾ, ਇੱਥੇ ਨਾ ਸਾਡੇ ਹੱਥੋਂ ਨਿਕਲ ਜਾਵੇ। ਵਪਾਰਕ ਸੰਦੇਸ਼ ਤੋਂ ਬਾਅਦ ਆ ਕੇ ਮੈਂ ਰਾਜ ਦੀ ਰੈਲੀ ਦੀ ਗੱਲ ਕਰਦਾ। ਲੱਖੇ ਦੀ ਰੈਲੀ ਨੇ ਬਹੁਤ ਔਖੇ ਕਰਤੇ ਬੰਦੇ, ਮੈਂ ਸੁਣਿਆ। ਹੁਣ ਕਰੀਏ ਕੀ? ਜਿਨ੍ਹਾਂ ਨੇ ਅਗਵਾਈ ਕਰਨੀ ਆ, ਇੱਕਾਂ ਡਾਹ ਕੇ ਖੜਨਾ ਉਸ ਪੰਜਾਬ ਲਈ, ਉਹਨਾਂ ਦੇ ਸੋਹਲੇ ਤਾਂ ਲੋਕਾਂ ਨੇ ਗਾਉਣੇ ਹੀ ਆ। ਹੁਣ ਉਸ ਨੂੰ ਰਾਜਨੀਤਿਕ ਪਿੜ ਦੇ ਵਿੱਚੋਂ ਜਿਵੇਂ ਮਰਜ਼ੀ ਲੋਕ ਦੇਖੀ ਜਾਣ, ਰਾਜਨੀਤੀ ਦੀ ਕਹਾਣੀ ਹੋਊਗੀ 2022 ਦੇ ਵਿੱਚ, ਵੇਖੀ ਜਾਊ। ਪਰ ਅੱਜ ਰਾਜਨੀਤੀ ਅਗਲੇ 10 ਮਹੀਨਿਆਂ 'ਚ ਕਿੱਧਰ ਨੂੰ ਜਾਣੀ ਹੈ ਇਹ ਨਹੀਂ ਪਤਾ। ਅਗਲੇ ਨੇ ਫੜ ਕੇ ਜੇਲ੍ਹ 'ਚ ਠੋਕ ਦੇਣਾ, ਮੁੜ ਕੇ MLA ਲੜ ਸਕੂ ਜਾਂ ਨਹੀਂ, ਇਹ ਨਹੀਂ ਗੱਲ ਹੈ। ਗੱਲ ਇਹ ਹੈ ਵੀ ਤਲੀ ਤੇ ਰੱਖ ਕੇ ਅੱਗੇ ਆਉਣਾ ਬਹੁਤ ਔਖਾ। ਹੁਣ ਹਰ ਇੱਕ ਨੂੰ, ਜਿਹਨਾਂ ਨੂੰ ਰਾਜਨੀਤੀ ਹੋਈ ਉਹਦੇ ਵਿੱਚ ਦੀ ਦਿਖਦੀ ਆ, ਉਹਦਾ ਇਲਾਜ ਕੋਈ ਨਹੀਂ। ਪਰ ਯੋਧਿਆਂ ਦੀ ਕਹਾਣੀ ਹੈ ਜਿਹੜੀ, ਉਹ ਪਾਉਣੀ ਵੀ ਬਹੁਤ ਔਖੀ। ਬੜੀਆਂ ਚੱਲਦੀਆਂ, ਉਹ ਜਾਣ ਕੇ ਨਹੀਂ ਜੀ ਫੜਿਆ, ਉਹ ਛੱਡਤਾ ਜੀ। ਫੰਡ ਨੂੰ ਉਹ ਤਾਂ ਛਾਪੇ ਮਾਰੀ ਜਾਂਦੇ ਆ, ਫੜ ਲੈਂਦੇ। ਉੱਥੇ 10,000 ਚ ਆ ਕੇ ਫੜਨਾ ਕਿਹਨੇ ਆ? ਇਕੱਠ 10 ਦਾ ਹੋਵੇ, 20 ਦਾ ਹੋਵੇ, ਕੌਮ ਨੇ ਆਪਣੇ ਨਿਸ਼ਾਨਾ ਥੱਲੇ ਲੜਿਆ ਤੇ ਸਾਰਿਆਂ ਨੂੰ ਸਤਿਕਾਰ ਦਿੱਤਾ। ਵੱਡੀ ਸਭ ਤੋਂ ਗੱਲ, ਰਾਜੇ ਵਾਲੀਆ ਨਿੱਤ ਵੱਢਵੀਂ ਕਰਦਾ, ਰਾਜੇ ਵਾਲੀਏ ਨੂੰ ਵੀ ਨਹੀਂ ਕੁਛ ਕਿਹਾ। ਉਹ ਕਹਿੰਦੇ ਤੈਨੂੰ ਜਦ ਫੜਨ ਆਊਗੀ ਅਸੀਂ ਫੜਾਂਗੇ, ਮੂਹਰੇ ਖੜੋ, ਕੋਈ ਪ੍ਰੋਗਰਾਮ ਦਿਓ, ਲੱਖਾਂ 'ਚ ਗਿਣਤੀ 'ਚ ਮੁੰਡੇ ਪਹੁੰਚਣਗੇ ਦਿੱਲੀ। ਭਾਈਚਾਰੇ ਦੇ ਵਿੱਚ ਜਦ ਕੋਈ ਅੱਗੇ ਤੁਰਦਾ ਸਾਂਝੇ ਕੰਮ ਲਈ, ਤਾਂ ਉਹਨੂੰ ਹਰ ਵਕਤ ਅਸੀਂ ਰਾਜਨੀਤੀ ਦੀ ਪੁੱਠ ਤੇ ਨਾ ਲਾਇਆ ਕਰੀਏ। ਜੇ ਲੋਕਾਂ ਲਈ ਕੰਮ ਕਰਦਾ ਕੋਈ ਰਾਜਨੀਤੀ 'ਚ ਚਲੇ ਵੀ ਜਾਊ, ਉਹਨੂੰ ਕਿਤੇ ਛਪਾਕੀ ਨਿਕਲੇ। ਜਿਨ੍ਹਾਂ ਨੇ ਕੀਤਾ ਹੀ ਕੱਖ ਨਹੀਂ, ਉਹ ਟਿਕਟਾਂ ਭਾਲਦੇ ਆ। ਜੇ ਬੰਦਾ ਕੋਈ ਕਰਕੇ ਟਿਕਟ ਲੈ ਲੂ ਤਾਂ ਉਹਦੇ 'ਚ ਔਖਾ ਕੀ ਹੈ? ਬਾਕੀ ਜਿਨ੍ਹਾਂ ਨੇ ਚੰਮ ਦੀਆਂ ਚੱਲੀਆਂ, ਉਹ ਨਹੀਂ ਚੱਲਣੀਆਂ ਮੁੜ ਕੇ। ਹੁਣ ਉਹ ਕਾਠ ਦੀ ਹਾਂਡੀ ਉਹ ਲੱਗ ਗਈ, ਉਹਨੂੰ ਅੱਗ ਹੋਣੀ, ਉਹ ਦੁਬਾਰਾ ਬਣਨੀ। ਜਿਹੜਾ ਪੰਜਾਬ ਦਾ ਰਾਜਨੀਤਿਕ ਸਮੀਕਰਨ ਹੈ ਬਹੁਤ ਅਲੱਗ ਹੋਣਾ। ਤੁਸੀਂ ਜਿਵੇਂ ਇਹ ਚੱਲਦਾ ਗਿਆ, ਚਾਹੇ ਟੀਮਾਂ 1 ਇਹ ਕਹਿ ਦਿਓ, 20 ਕਹਿ ਦਿਓ, ਕੋਈ ਭਾਜਪਾ ਦੀ ਕੋਈ ਵੀ ਕਹਿ ਦਿਓ, ਇਹਦਾ ਫਰਕ ਨਹੀਂ ਪੈਂਦਾ। ਪਰ ਲੋਕਾਂ ਨੇ ਇਸ ਵਾਰ ਬਹੁਤ ਸਿਆਣਪ ਦੇ ਨਾਲ ਅਗਲੇ ਸਾਲ ਵੋਟਾਂ ਪਾਉਣੀਆਂ 22 ਦੇ ਵਿੱਚ। ਇਹ ਦੇਖਿਓ ਤੁਸੀਂ, ਜਿਵੇਂ ਤੁਹਾਨੂੰ ਇੱਕ ਦਿਨ ਅੱਗੇ ਗੱਲ ਕਹੀ ਸੀ ਵੀ ਬਹੁਤ ਸਿਰੇ ਦੇ ਬੰਦੇ ਨੇ ਇਹ ਗੱਲ ਦੱਸੀ ਹੈ ਕਿ ਵੱਡੇ ਕਾਂਗਰਸ ਦੇ ਲੀਡਰ ਆਮ ਆਦਮੀ ਪਾਰਟੀ 'ਚ ਜਾ ਸਕਦੇ।
ਜਿਹ 'ਚ ਪ੍ਰਤਾਪ ਸਿੰਘ ਬਾਜਵੇ ਦਾ ਨੰਬਰ, ਨਵਜੋਤ ਸਿੱਧੂ ਦਾ ਵੀ ਹੋ ਸਕਦਾ। ਨਵਜੋਤ ਸਿੱਧੂ ਨੂੰ ਸੱਦ ਤਾਂ ਲਿਆ ਸੀ ਕਿ ਮੋਰਚੇ ਦਾ ਲੀਡਰ ਨਾ ਬਣ ਜਾਵੇ, ਤੇ ਉਹਨੂੰ ਦਿੱਤਾ ਕੱਖ ਨਹੀਂ। ਤੇ ਬਾਜਵੇ ਉਹਨੇ ਉਈਓ ਔਖਿਆ, ਤੁਹਾਨੂੰ ਪਤਾ ਉਹਨਾਂ ਦੀ ਬਣਦੀ ਜਗ੍ਹਾ ਦਿੱਤੀ ਨਹੀਂ, ਕੈਪਟਨ ਲੱਤ ਨਹੀਂ ਲਾਉਣ ਦਿੰਦਾ ਪੰਜਾਬ 'ਚ। ਤੇ ਉਹਨਾਂ ਨੂੰ ਸਿੱਖ ਚਿਹਰਾ ਹੀ ਚਾਹੀਦਾ ਆਮ ਆਦਮੀ ਪਾਰਟੀ ਨੂੰ। ਭਾਜਪਾ ਵਾਲੇ ਵੀ ਸਿੱਖ ਚਿਹਰਾ ਲੱਭਦੇ ਫਿਰਦੇ ਆ, ਹੋ ਸਕਦਾ ਬਾਹਰੋਂ ਵੀ ਕੋਈ ਸਿੱਖ ਚਿਹਰਾ ਲੈ ਜਾਣ। ਇਹਦੇ 'ਚ ਵੀ ਹੈ, ਕਿਉਂਕਿ ਰਾਜਨੀਤੀ ਤਾਂ ਗੱਲ ਬਾਅਦ ਦੀ ਹੈ। ਰਾਜਨੀਤੀ ਕਰੋਗੇ ਕਿਹਦੇ ਤੇ? ਪਹਿਲਾਂ ਉਹਨਾਂ ਨੂੰ ਤਾਂ ਜਿਉਂਦੇ ਰੱਖੋ ਜਿਨ੍ਹਾਂ ਤੇ ਰਾਜਨੀਤੀ ਕਰਨੀ। ਤੇ ਲੋਕਾਂ ਲਈ ਕੰਮ ਕਰਕੇ ਜੇ ਕੋਈ ਖੜ ਜਵੇ ਤਾਂ ਲੋਕਾਂ ਨੂੰ ਵੀ ਮੇਰਾ ਖਿਆਲ ਉੱਥੇ ਵਾਲੇ ਬੜੇ ਸਿਆਣੇ ਆ, ਸਾਤੋਂ ਤਾਂ ਸਿਆਣੇ ਆ, ਸਾਡੇ ਤੋਂ ਤਾਂ ਸਿਆਣੇ ਆ। ਬਾਹਰਲੇ ਨੂੰ ਕੋਈ ਉੱਥੇ ਸੀਟ ਦਵੇ ਖਲਾਰਾ ਪਾ ਦਿੰਦੇ ਆ। ਫੂਲ ਕਿਉਂ ਨਾ ਦਿੱਤੀ ਦੀ ਇੱਕ ਸੀਟ ਰਿਸ਼ਤੇਦਾਰ ਨੂੰ ਆਪਣੇ ਨਾਲ, ਤਾਂ ਸੀਟ ਹਾਰੇ, ਨਾਲੇ ਲੋਕਾਂ ਨੇ ਰੌਲਾ ਵੇਖੋ ਕਿੰਨਾ ਪਾਇਆ। ਸੋ ਇਹ ਉਹਦੀ ਰੈਲੀ ਦੇ ਵਿੱਚ ਜਿਹੜਾ ਉਹਦਾ 17-18 ਮਿੰਟ ਦਾ ਬੋਲਿਆ ਹੋਇਆ, ਉਹ ਕਈ ਚਲੋ ਉਹਦਾ ਕੱਢੀ ਚਲੋ, ਗੈਂਗਸਟਰ ਆ ਜੀ, ਉਹ ਇਹ ਆ ਜੀ, ਉਹ ਆ ਜੀ, ਉਹ ਜੀ। ਚੱਲ ਜੇ ਗੈਂਗਸਟਰ ਵੀ ਮੰਨਦੇ ਹੋ, ਗੈਂਗਸਟਰ ਲਈ ਵੀ ਨਾੜਾਂ 'ਚ ਖੂਨ ਚਾਹੀਦਾ, ਮੈਂ ਪ੍ਰੋੜਤਾ ਨਹੀਂ ਕਰਦਾ, ਪਰ ਜੇ ਇੱਧਰ ਨੂੰ ਵੀ ਤੁਰਨਾ ਹੈ ਤੇ ਜਿਨ੍ਹਾਂ ਨੇ ਬਣਾਇਆ ਉਹਨਾਂ ਦਾ ਵੀ ਨਾਂ ਨਾਲ ਲੈਣਾ ਚਾਹੀਦਾ ਵੀ ਬਣਾਇਆ ਕਿਹਨੇ ਸੀ। ਤਾਂ ਮੂੰਹ ਤੇ ਕਹਿੰਦਾ ਮੈਨੂੰ ਕਿਹਨੇ ਬਣਾਇਆ ਸੀ। ਇਹਨਾਂ ਨੇ ਬੂਥ ਕੈਪਚਰਿੰਗ ਕਰਨ ਲਈ ਜ਼ੋਰਾ ਫਿਲਮ ਹੈ ਜਿਹੜੀ ਦੀਪ ਸਿੱਧੂ ਦੀ, ਦੋਨੇ ਹੀ ਜ਼ੋਰਾ 1 ਤੇ ਜ਼ੋਰਾ 2 ਦੇਖ ਲਿਓ, ਤੁਹਾਨੂੰ ਪਤਾ ਲੱਗ ਜੂ ਪੁਸ਼ਤ ਪਨਾਹੀ ਕਿਹਦੀ ਆ, ਕੌਣ ਬਣਾਉਂਦੇ। ਹਰ ਇੱਕ ਚੀਜ਼ ਰਾਜਨੀਤਿਕ ਦੂਰਬੀਨ ਰਾਹੀਂ ਨਹੀਂ ਹੋ ਸਕਦੀ। ਪੰਜਾਬ ਦੇ ਜੇ ਕੋਈ ਭਲੇ ਦੀ ਗੱਲ ਕੋਈ ਪਾਰਟੀ ਕਰਦੀ ਹੈ, ਉਹਦਾ ਸਾਨੂੰ ਹੱਕ 'ਚ ਖੜਨਾ ਚਾਹੀਦਾ, ਕੋਈ ਹੋਵੇ। ਸਾਡੀ ਪਾਰਟੀ ਜਿਹੜੀ ਹੈ, ਸਾਡੀ ਵੋਟ ਨਹੀਂ, ਅਸੀਂ ਜਾਣਾ ਨਹੀਂ, ਅਸੀਂ ਪੰਜਾਬ ਦੇ ਭਲੇ ਲਈ ਕੋਈ ਰਾਜਨੀਤਿਕ ਪਾਰਟੀ ਆ ਉਹਦੀ ਗੱਲ ਕਰਨੀ ਚਾਹੀਦੀ। ਅਕਾਲੀ ਸਰਕਾਰ ਨੇ 10 ਸਾਲ ਕੰਮ ਕਰਕੇ ਦਿਖਾਇਆ, ਪੰਜਾਬ ਡਿਵੈਲਪਮੈਂਟ ਕੀਤੀ, ਉਸ ਲਈ ਆਪਾਂ ਧੰਨਵਾਦ ਉਹਨਾਂ ਦਾ ਕਰਦੇ ਹਾਂ। ਪਿਛਲੇ 5 ਸਾਲ ਹੋ ਗਏ ਇੱਟ ਨਹੀਂ ਲੱਗੀ ਕਾਂਗਰਸੀਆਂ ਤੋਂ, ਸੂਤ ਹੀ ਨਹੀਂ ਆਉਂਦੀ, ਪਜਾਮੀ ਤੇ ਉੱਪਰਲੀ ਸ਼ੇਰਬਾਨੀ ਨਹੀਂ ਸੂਤ ਆਉਂਦੀ, ਦਾੜੀਆਂ ਦੂੜੀਆਂ ਬੰਨ੍ਹਦੇ 2 ਵੱਜ ਜਾਂਦੇ ਤੇ ਮੁੜ ਕੇ ਉਹ ਨਾਲੋਂ ਜਿਹਨੂੰ ਮਾੜਾ ਕਹਿੰਦੇ ਸੀ, ਸਵੇਰੇ 5 ਵਜੇ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਬਾਹਰ ਨਿਕਲ ਕੇ ਬਹਿੰਦਾ ਸੀ, ਇਹਨੂੰ ਤੁਸੀਂ ਰਾਜਨੀਤੀ ਵਾਲੇ ਪਾਸੇ ਨਾ ਲਾਇਓ, ਮੈਂ ਉਹ ਗੱਲ ਕਰਦਾ। ਲੋਕਾਂ 'ਚ ਤਾਂ ਬੰਦਾ ਵਿਚਰਦਾ ਸੀ। ਕੋਈ ਪਾਰਟੀ ਹੋਵੇ ਜਿਹਨੇ ਪੰਜਾਬ ਦਾ ਭਲਾ ਕਰਨਾ ਹੈ, ਉਸ ਪਾਰਟੀ ਦੇ ਨਾਲ ਖੜ ਜਾਓ। ਤੇ ਲੱਖੇ ਸਿਧਾਣੇ ਦੇ ਵਿੱਚੋਂ ਜੇ ਸਾਨੂੰ ਲੀਡਰਸ਼ਿਪ ਦੇਖਦੀ ਆ, ਮਾੜੀ ਕਿਹੜੀ ਗੱਲ ਆ? ਕੋਈ ਮਾੜੀ ਗੱਲ ਨਹੀਂ। ਉਹਨੇ ਆਪਣੇ ਭਾਸ਼ਣ 'ਚ ਦੀਪ ਸਿੱਧੂ ਦਾ ਵੀ ਨਾਂ ਲਿਆ, ਆਪਣੀ ਵੀ ਗੱਲ ਕੀਤੀ ਹੈ, ਉਹਨੇ ਫਿਕਰ ਵੀ ਕੀਤਾ ਦੀਪ ਸਿੱਧੂ ਦਾ, ਬਾਈ ਦਾ ਅੱਜ ਕੀ ਹੋਇਆ, ਜੇਲ੍ਹ 'ਚ ਗਿਆ ਉਹ ਨਹੀਂ, ਤੇ ਕਿਸੇ ਨੇ ਮੀਟਰ ਨਹੀਂ ਲਾਇਆ ਹੋਇਆ। ਇਹ ਵੇਖ ਗਏ ਜੀ, ਇਹ ਛੱਡ ਗਏ ਜੀ, ਉਹ ਵੀ। ਹੁਣ ਜਿਹੜਾ ਦੀਪ ਸਿੰਘ ਵਾਲਾ ਰੌਲਾ ਪਾਉਂਦਾ ਸੀ, ਇਹ ਗਦਾਰ ਆ, ਕੀ ਲਿਆ ਤੁਹਾਡੇ ਕੋਲ, ਹੁਣ ਰਹੀ ਕੱਖ। ਅਗਲੇ ਨੇ ਜੇ ਉਹ ਗਦਾਰ ਹੁੰਦੇ, ਉਹਨਾਂ ਦੇ ਨਾਂ ਤੇ ਇਕੱਠ ਨਹੀਂ ਸੀ ਹੁੰਦੇ। ਦੇਖ ਲਓ ਕਿਵੇਂ ਮਹਾਰਾਜ ਦੇ ਵਿੱਚ ਝੰਡੇ ਗੱਡੇ ਆ। ਮੀਰੀ ਪੀਰੀ ਦੇ ਮਾਲਕ ਦੀ ਵਰੋਸਾਈ ਧਰਤੀ ਆ। ਜਿਨ੍ਹਾਂ ਨੂੰ ਰੋਟੀ ਖਾਣ ਨੂੰ 2 ਡੰਗ ਦੀ ਮਿਲਦੀ ਨਹੀਂ ਸੀ, ਉਹਨਾਂ ਨੂੰ ਪਾਤਸ਼ਾਹੀਆਂ ਬਖਸ਼ ਕੇ ਗਏ ਸੱਚੇ ਪਾਤਸ਼ਾਹ, ਜਿਹਦੇ ਚੋਂ ਰਾਜੇ ਨਿਕਲੇ, ਕੋਈ ਨਾਭੇ ਵਾਲਾ, ਕੋਈ ਜੀਂਦ ਵਾਲਾ, ਕੋਈ ਪਟਿਆਲੀਆ। ਤੇ ਚਲੋ ਵਫਾ ਕੀਤੀ ਗਾਹਾਂ ਬਾਬੇ ਵਾਲੇ ਨੇ ਨਹੀਂ ਕੀਤੀ, ਪਰ ਸਾਹਿਬ ਨੇ ਤਾਂ ਚੀਜ਼ਾਂ ਵੰਡੀਆਂ ਨਾ। ਰਾਮੇ ਤੇ ਤਰੋਕੇ ਉਹਨਾਂ ਨੇ ਜਾ ਕੇ ਸੰਸਕਾਰ ਸਿੰਘਾਂ ਦਾ ਕੀਤਾ ਚਮਕੌਰ ਸਾਹਿਬ ਦੇ ਵਿੱਚ, ਜਿਹੜੇ ਸ਼ਹੀਦ ਹੋਏ ਸਾਹਿਬ ਦੇ ਸਾਹਿਬਜ਼ਾਦਿਆਂ ਦੇ ਨਾਲ। ਬਦਲ ਜਾਂਦੀਆਂ ਕਹਾਣੀਆਂ ਮੁੜ ਕੇ, ਪਰ ਇਹ ਨਹੀਂ ਗੱਲ ਹੈ ਕਿ ਉਸ ਬਖਸ਼ਿਸ਼ ਧਰਤੀ ਨੂੰ, ਦੇਸ ਮਾਲਵੇ ਦੇ ਵਿੱਚ ਜਿੱਥੇ ਸਾਹਿਬ ਗਏ, ਉੱਥੇ ਕੋਈ ਚੀਜ਼ ਕਿਤੇ ਚੀਜ਼ਾਂ ਮੁੱਕ ਜਾਣਗੀਆਂ, ਵਿਨਾਸ਼ ਹੋ ਜੂ। ਇਹ ਨਹੀਂ ਹੋ ਸਕਦਾ ਕਦੇ। ਬੰਦੇ ਦੇ ਕੀਤੇ ਕੱਖ ਨਹੀਂ ਹੁੰਦਾ। ਮੇਰੇ ਕਹੇ ਮੈਂ ਆਹ ਕਰ, ਮੇਰੇ ਮਨ 'ਚ ਇਹ ਆ, ਮੈਂ ਆਹ ਹੋ ਜਵੇ, ਮੇਰਾ ਆਹ ਹੋ ਜਵੇ, ਨਹੀਂ ਹੁੰਦਾ ਸਾਰਾ ਕੁਝ ਆਪਣੇ। ਕੁਝ ਚੀਜ਼ਾਂ ਨੇ ਜਿਹੜੀਆਂ ਸਾਹਿਬ ਆਪਣੇ ਹੱਥ ਰੱਖਦੇ ਨੇ, ਤੇ ਉਹ ਕੁਦਰਤ ਦਾ ਨਿਜ਼ਮ ਆ ਜਿਹਦੇ ਰਾਹੀਂ ਚੱਲਦੀ ਹੈ। ਹਰਜੀਤ ਸਿੰਘ ਜੀ, ਲਾਈਨ ਨੰਬਰ 4। ਹੈਲੋ, ਸਤਿ ਸ਼੍ਰੀ ਅਕਾਲ ਹਰਜੀਤ ਸਿੰਘ। ਸਤਿ ਸ਼੍ਰੀ ਅਕਾਲ ਬਾਈ ਜੀ। ਹਰਜੀਤ ਸਿੰਘ ਜੀ, ਦੇਖੋ ਤੁਸੀਂ ਦੱਸਿਆ ਵੀ ਇਹ ਤਾਂ ਰੱਬ ਦੇ ਹੱਥ ਆ ਵੀ ਕਿਹਨੂੰ ਕੀ ਦੇਣਾ, ਹਨਾ। ਕੋਈ ਵੀ ਬੰਦਾ ਮਿਹਨਤ ਕਰਕੇ ਆਪਦਾ ਕੋਈ ਆਪਦੀ ਰਾਜਨੀਤੀ ਦੇ ਵਿੱਚ ਆ ਸਕਦਾ, ਉਹ ਕਿਹੜੀ ਮਾੜੀ ਗੱਲ ਤਾਂ ਕੋਈ ਨਹੀਂ ਹੈ। ਤੇ ਜੇ ਤੁਸੀਂ ਪਿਛਲਾ ਦੇਖੋ ਵੀ ਕਿਸੇ ਦਾ ਕਿਰਦਾਰ, ਜਿਵੇਂ ਲੱਖੇ ਦੀ ਗੱਲ ਕਰਦੇ ਆ ਆਪਾਂ, ਵੀ ਉਹ ਗੈਂਗਸਟਰ ਸੀਗਾ ਉਹ, ਜਾਂ ਉਹਨੇ ਆਹ ਕੀਤਾ ਜਾਂ ਉਹ ਕੀਤਾ। ਜਿਹੜੇ ਹੁਣ ਸੰਸਦ ਦੇ ਵਿੱਚ ਜਿਹੜੇ ਬੈਠੇ ਆ ਉਹ 300-400 ਬੰਦਾ, ਉਹਨਾਂ ਦੇ ਵਿੱਚ ਕਿਸੇ ਤੇ ਕਤਲ ਦਾ ਕੇਸ ਚੱਲਦਾ, ਕਿਸੇ ਤੇ ਬਲਾਤਕਾਰ ਦਾ, ਕਿਸੇ ਤੇ ਜ਼ਮੀਨਾਂ ਦੱਬਣ ਦਾ, ਕਿ ਉਹ ਮੰਤਰੀ ਆ MLA ਬਣਨਾ, ਫਿਰ ਉਹ ਹੁਣ ਉਹ ਸਾਰਾ ਕੁਝ ਦੁੱਧ ਉੱਤੇ ਹੋ ਗਏ ਉਹ। ਤੇ ਮਤਲਬ ਕੋਈ ਹੋਰ ਆਪਦਾ ਪਿਛਲਾ ਸਾਰਾ ਕੁਝ ਛੱਡ ਕੇ ਜੇ ਕੋਈ ਇਸ ਪਾਸੇ ਸੇਵਾ ਕਰਨਾ ਚਾਹੁੰਦਾ ਤਾਂ ਉਹ 'ਚ ਕੋਈ ਮਾੜੀ ਗੱਲ ਨਹੀਂ ਹੈ। ਦੂਜੀ ਗੱਲ ਮੈਂ ਵੀ ਸੁਣ ਰਿਹਾ, ਜੇ ਚੱਕਰ ਲੱਖੇ ਦਾ ਨਹੀਂ ਹੈ,
ਉਹ ਰੌਲਾ ਹੈ ਲੱਖੇ ਨੇ ਜਿਹੜਾ ਰਾਜਨੀਤੀ ਆ ਕੇ ਸੱਟ ਜਿੱਥੇ ਮਾਰਨੀ ਆ ਕਸੂਤੇ ਤੋਂ, ਉਹ ਦਰਦ ਉਹਦਾ ਹੁੰਦਾ ਵੀ ਉਹ ਦਰਦ ਉਸ ਗੱਲ ਦਾ ਹੁੰਦਾ ਨਾ ਕਿ ਲੱਖੇ ਦਾ ਹੁੰਦਾ। ਉਹ ਹੁਣ ਉਹ ਪਤਾ ਵੀ ਉਹਨਾਂ ਨੇ ਜਿਹੜਾ ਅਕਾਲੀ ਦਲ ਦਾ ਜਿਹੜਾ ਡੇਣਾ ਜਿਹੜਾ ਮਲੂਕੇ ਦੇ ਜਿਹੜਾ ਉਹਨੇ ਜੜਾਂ 'ਚ ਬੈਠਣਾ, ਉਹ ਤਕਲੀਫ ਦਰਦ ਉਹਦਾ ਬਾਹਰ ਨਿਕਲਦਾ, ਉਗੜ ਕੇ ਨਿਕਲਦਾ ਦਰਦ। ਮਤਲਬ ਲੋਕਾਂ ਨੂੰ ਗੋਲ ਮੋਲ ਦੀਆਂ ਗੱਲਾਂ ਹੋਰ ਦਿਖਾਈ ਜਾਂਦੀਆਂ, ਅਸਲ 'ਚ ਦਰਦ ਉਹ ਆ। ਥੈਂਕ ਯੂ ਜੀ। ਧੰਨਵਾਦ ਜੀ। ਦਿਓਲ ਸਾਹਿਬ ਲਾਈਨ ਨੰਬਰ। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਵੀਰ ਜੀ। ਹਾਂਜੀ ਗਿੱਲ ਸਾਹਿਬ ਦੇਖੋ, ਚਲੋ ਮੈਂ ਇਹਨੂੰ ਕਿਹਦੀ ਰੈਲੀ ਕਰਨੀ ਹੈ, ਕੌਣ ਕਰ ਗਿਆ, ਇਹਦੀ ਨਹੀਂ ਮੈਂ ਬੜੀ ਗੱਲ ਕਰਦਾ। ਮੈਂ ਤਾਂ ਜਿਹੜੀ ਰੀਸੈਂਟਲੀ ਘਟਨਾਵਾਂ ਦੀ ਗੱਲ ਕਰਦਾ ਬਈ, ਜੋ ਘਟਨਾਕ੍ਰਮ ਦੇ ਵਿੱਚੋਂ ਸਾਰਾ ਕੁਝ ਪੈਦਾ ਹੋਇਆ ਨਾ। ਹੁਣ ਜੇ ਬਾਹਲੀਆਂ ਗੋਲਮੋਲ ਗੱਲਾਂ ਨਾ ਕਰੀਏ ਤਾਂ ਮੈਂ ਸਿੱਧੀ ਗੱਲ ਕਰਨੀ ਚਾਹੁੰਦਾ ਵੀ ਜਿਹੜੇ ਮੋਦੀ ਦੇ ਨਾਲੋਂ ਵੀ ਵੱਧ ਹੰਕਾਰਿਓ ਸੀਗੇ ਇਹ ਅਗਰਾਹਾਂ ਤੇ ਰਜਿੰਦਰ ਕਾਮਰੇਡ ਵਰਗੇ, ਇਹਨਾਂ ਦੀ ਧੌਣ ਦੇ ਵਿੱਚੋਂ ਕੀਲਾ ਕੱਢਣਾ ਬਹੁਤ ਜ਼ਰੂਰੀ ਸੀਗਾ ਤੇ ਉਹ ਕੱਢਿਆ ਮੁੰਡਿਆਂ ਨੇ। ਤੇ ਇਹ ਕੋਈ ਇਹਦੇ ਵਿੱਚ ਕੋਈ ਨਫ਼ਰਤ ਵਾਲੀ ਗੱਲ ਨਹੀਂ ਹੈਗੀ, ਕਿਉਂਕਿ ਇਹਨਾਂ ਲੋਕਾਂ ਨੇ 26 ਜਨਵਰੀ ਦਾ ਜਿਹੜਾ ਘਟਨਾਕ੍ਰਮ ਸੀਗਾ ਉਹਨੂੰ ਜੇ ਸੈਲੀਬ੍ਰੇਟ ਕੀਤਾ ਹੁੰਦਾ, ਅੱਜ ਨੂੰ ਪੰਜਾਬ ਜੇਤੂ ਹੁੰਦਾ, ਅੱਜ ਨੂੰ ਉਹ ਦਿੱਲੀ ਮੰਨ ਲਓ ਉਹਨੇ ਰੱਦ ਕਰ ਦੇਣੇ ਸੀਗੇ, ਕਿਉਂਕਿ 26 ਨਵੰਬਰ ਨੂੰ ਵੀ ਇਹੀ ਕੁਝ ਹੋਇਆ ਸੀਗਾ। ਅਗਰਾਹਾਂ ਵਰਗਾ ਖੁਦ ਮੰਨਦਾ ਆ, ਪਿਛੇ ਕੋਈ ਜਿੱਦਾਂ ਮਰਜ਼ੀ ਉਹ ਕਹਿੰਦਾ ਵੀ ਦੀਪ ਸਿੱਧੂ ਵਰਗੇ ਜਾਂ ਕਹਿੰਦਾ ਇਹਨਾਂ ਕਰਕੇ ਸਾਨੂੰ ਕਹਿੰਦਾ ਉੱਥੇ ਜਾਣਾ ਪਿਆ ਮਜਬੂਰੀ ਦੇ ਵਿੱਚ, ਨਹੀਂ ਤਾਂ ਕਹਿੰਦਾ ਅਸੀਂ ਜਿੱਥੇ ਸਾਨੂੰ ਪੁਲਿਸ ਨੇ ਰੋਕਣਾ ਅਸੀਂ ਨਹੀਂ ਬੈਰੀਕੇਡ ਭੰਨਣੇ ਸੀਗੇ। ਮੇਰਾ ਕਹਿਣ ਤੋਂ ਭਾਵ ਹੈ ਵੀ ਤੁਹਾਨੂੰ ਕੋਈ ਏਕਤਾ ਦੇ ਨਾਂ ਤੇ ਦੇਖੋ ਇਹਨੇ ਕਿੰਨੇ ਸਰਟੀਫਿਕੇਟ ਵੰਡੇ ਸੀਗੇ। ਅਸੀਂ ਕਹਿੰਦੇ ਨੇ ਸੋਸ਼ਲ ਮੀਡੀਆ ਤੇ ਖਰੇ ਆਮ ਲੋਕ ਲੜਦੇ, ਲੋਕਾਂ ਦੀ ਨਹੀਂ, ਇਹ ਆਗੂਆਂ ਨੇ ਜਿੰਨਾ ਬਦਨਾਮ ਕੀਤਾ ਸੀਗਾ, ਨੈਰੇਟਿਵ ਸਿਰਜਿਆ ਸੀਗਾ, ਉਹ ਸਾਰਿਆਂ ਨੂੰ ਪਤਾ ਆ। ਹੁਣ ਵੀ ਅਗਰਾਹਾਂ ਕਹਿੰਦਾ ਇਹ ਠੇਕਾ ਨਹੀਂ ਲਿਆ ਲੱਖੇ ਦਾ, ਪਰ ਠੇਕਾ ਕਿਸੇ ਨੇ ਖੌਤੀ ਏਕਤਾ ਦਾ ਨਹੀਂ। ਮੇਰੇ ਖਿਆਲ ਦੇ ਨਾਲ ਤੁਹਾਨੂੰ ਬਰਾਬਰ ਦੇ ਅਗਲਾ ਜਦੋਂ ਤੁਸੀਂ ਆਪਣੀ ਹੋਂਦ ਦਾ ਪ੍ਰਗਟਾ ਕਰਦੇ ਆ ਉਦੋਂ ਹੀ ਤੁਹਾਨੂੰ ਅਗਲਾ ਬਰਾਬਰ ਦੀ ਧਿਰ ਮੰਨਦਾ, ਨਹੀਂ ਤਾਂ ਕੋਈ ਟੇਬਲ ਤੇ ਨਹੀਂ ਬਿਠਾਲਦਾ ਹੁੰਦਾ। ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਿਓ, ਜਿੰਨੇ ਮਰਜ਼ੀ ਅਸੀਂ ਕਹੀਏ ਚੰਗੇ ਆ ਜਾਂ ਅਸੀਂ ਕਿੱਡੇ ਸਾਡੇ ਮਗਰ ਆ, ਇਹ ਹੋਂਦ ਦਾ ਪ੍ਰਗਟਾ ਕਰਨਾ ਜ਼ਰੂਰੀ ਸੀਗਾ ਤੇ ਮੇਰੇ ਖਿਆਲ ਨਾਲ ਉਹਨਾਂ ਨੇ ਕੀਤਾ। ਤੇ ਆਉਣ ਵਾਲੇ ਸਮੇਂ 'ਚ ਮੈਂ ਕਹਿੰਦਾ ਉਹਨਾਂ ਨੂੰ ਦੱਬ ਕੇ ਹੋਰ ਵੀ ਇਹ ਜਿਹੀਆਂ ਰੈਲੀਆਂ ਕਰਨੀਆਂ ਚਾਹੀਦੀਆਂ, ਇਹ ਰੋਡ ਮਾਰਚ ਕਰਨੇ ਚਾਹੀਦੇ ਆ। ਤੇ ਖਾਸ ਕਰਕੇ ਹੁਣ ਉਹ ਲੋਕ ਜਿਹੜੇ ਉਹ ਆਗੂਆਂ ਦੇ ਸਰਟੀਫਿਕੇਟ ਬਣਦੇ ਸੀਗੇ ਉਹਨਾਂ ਨੇ ਵੀ ਬਹੁਤ ਯੂ ਟਰਨਾਂ ਮਾਰਨੀਆਂ। ਹੁਣ ਠੀਕ ਹੈ, ਹੁਣ ਅਸਲ 'ਚ ਏਕਤਾ ਉਦੋਂ ਸ਼ੁਰੂ ਹੁੰਦੀ ਜਦੋਂ ਤੁਹਾਡੀ ਅੰਦਰੂਨੀ ਲੜਾਈ ਖਤਮ ਹੋ ਜਾਵੇ। ਹੁਣ ਅੰਦਰੂਨੀ ਲੜਾਈ ਖਤਮ ਹੋਣੀ ਆ, ਹੁਣ ਪਛਾਣ ਹੋ ਗਈ ਵੀ ਕੌਣ ਕਿੰਨੇ ਪਾਣੀ 'ਚ, ਕੌਣ ਕੀ ਕਹਿੰਦਾ ਸੀਗਾ, ਕੀ ਕਿਹਦੀ ਕਿੰਨੀ ਕੁ ਜ਼ਰੂਰਤ ਆ, ਤੇ ਉਹ ਮੇਰੇ ਖਿਆਲ ਦੇ ਨਾਲ ਹੁਣ ਸਾਰਿਆਂ ਨੂੰ ਸਮਝ ਆ ਗਈ ਆ। ਤੇ ਆਉਣ ਵਾਲੇ ਸਮੇਂ ਦੇ ਵਿੱਚ ਚਲੋ ਇਹ ਨਾ ਮੈਂ ਰਾਜਨੀਤੀ ਦੇ ਨਾਲ ਨਹੀਂ ਇਹਦਾ ਕੋਈ ਜੋੜਦਾ ਵੀ ਕੌਣ ਇਹਨਾਂ ਨੇ ਫਿਊਚਰ 'ਚ ਕੀ ਕਰਨਾ, ਉਹ ਜਦੋਂ ਤੁਸੀਂ ਕਿਹਾ ਹਾਲੇ ਕਿਸੇ ਨੂੰ ਕੁਝ ਨਹੀਂ ਪਤਾ। ਪਰ ਰੀਸੈਂਟਲੀ ਘੱਟੋ ਘੱਟ ਇਹਨਾਂ ਨੇ ਉਹਨਾਂ ਦੀ ਧੌਣ ਤੇ ਗੋਡਾ ਫੇਰ ਰੱਖ ਦਿੱਤਾ ਆ, ਉਹਨਾਂ ਆਗੂਆਂ ਦੀ ਖਾਸ ਕਰਕੇ ਉਹਨਾਂ ਨੂੰ ਫੇਰ ਹੁਣ ਰੱਦ ਕਰਨ ਦੀ ਹੁਣ ਗੱਲ ਕਰਨੀ ਪੈਣੀ। ਹੁਣ ਜੇ ਸਮਝੌਤਾ ਕਰਦੇ ਜਾਂ ABC ਕਰਦੇ ਉਧਰ ਨੂੰ ਨਹੀਂ ਮੇਰਾ ਖਿਆਲ ਨਾਲ ਕਰ ਸਕਦੇ, ਤੇ ਇਹ ਬੇਹੱਦ ਜ਼ਰੂਰੀ ਸੀਗਾ। ਤੇ ਮੈਂ ਤਾਂ ਕਹਿੰਦਾ ਵਧੀਆ ਇਕੱਠ ਵੀ ਦੇਖੋ ਆਪਣੀਆਂ ਹੁਣ ਉਹ ਜਿਹੜੇ ਪੱਤਰਕਾਰਾਂ ਦਾ ਆਪਣਾ ਹਿਸਾਬ ਕਿਤਾਬ, ਜਿਹੜੇ ਪ੍ਰੇਸਣ ਲਾ ਕੇ ਉਹਨਾਂ ਦੀਆਂ ਯੂਨੀਅਨ ਦੀਆਂ ਰੈਲੀਆਂ ਤੋਂ ਬਹੁਤ ਬੜੀਆਂ ਦੱਸ ਦਿੰਦੇ, ਇਹ ਵੀ ਇਕੱਠ ਕੋਈ ਘੱਟ ਹੀ ਸੀਗਾ ਲੱਖਾਂ। ਮੈਂ ਤਾਂ ਉੱਪਰ ਜੇ ਘੱਟੋ ਘੱਟ ਲੱਖ 1.5 ਲੱਖ ਦਾ ਮੈਂ ਤਾਂ ਗਿਣਦਾ, ਕਿਉਂਕਿ ਆਮ ਬੰਦੇ ਜਿਹੜੇ ਉੱਥੇ ਵਿੱਚ ਬੈਠੇ ਉਹ ਦੱਸਦੇ ਆ, ਕਿਉਂਕਿ ਇਹ ਕੋਈ ਆਰਗੇਨਾਈਜ਼ ਉਹਨਾਂ ਵਾਂਗੂ ਨਹੀਂ ਸੀਗਾ ਵੀ ਕਿਸੇ ਯੂਨੀਅਨ ਦੇ ਕੇਡਰ ਨੇ ਬੱਸਾਂ ਭੇਜ ਕੇ ਸੱਦਿਆ ਸੀਗਾ ਜਾਂ ਕਿਸੇ ਰਾਜਨੀਤਿਕ ਪਾਰਟੀ ਨੇ। ਬਾਕੀ ਸਾਰਿਆਂ ਨੂੰ ਪਤਾ ਵੀਡੀਓ ਤੇ, ਚਲੋ ਘੱਟ ਵੱਧ ਵੀ ਉਹ ਕੋਈ ਮੈਟਰ ਨਹੀਂ ਕਰਦਾ, ਪਰ ਇਹ ਬਹੁਤ ਜ਼ਰੂਰੀ ਸੀਗਾ। ਤੇ ਮੇਰੇ ਖਿਆਲ ਨਾਲ ਉਹਨਾਂ ਬੰਦਿਆਂ ਨੂੰ ਜਿਨ੍ਹਾਂ ਨੇ ਹੁਣ ਏਕਤਾ ਦੀ ਗੱਲ ਕਰਨੀ ਆ ਨਾ, ਉਹ ਘੱਟੋ ਘੱਟ ਜ਼ਿੰਮੇਵਾਰੀ ਲੈ ਕੇ ਆਪਣੇ ਸਰਟੀਫਿਕੇਟ ਕੈਂਸਲ ਕਰਕੇ ਏਕਤਾ ਦੀ ਗੱਲ ਕਰਨ। ਇਹਦਾ ਖੌਤੀ ਏਕਤਾ ਦਾ ਕਿਸੇ ਨੇ ਨਹੀਂ ਕੋਈ ਕੰਮ ਤੁਰਦਾ ਹੁੰਦਾ। ਜੇ ਤੁਸੀਂ ਇਮਾਨਦਾਰੀ ਨਾਲ ਹਾਲੇ ਵੀ ਆਪਣੀ ਗਲਤੀ ਮੰਨ ਲਓਗੇ ਨਾ, ਫਿਰ ਘੱਟੋ ਘੱਟ ਮੰਨੇ ਜਾਓਗੇ ਵੀ ਸੰਘਰਸ਼ ਦੇ ਹੱਕ 'ਚ ਖੜੇ ਆ ਤੇ ਸੱਚੀ ਉਹ ਜਿਹੜੀ ਗੱਲ ਕਰਨ ਦੇ ਹੱਕ 'ਚ ਖੜੇ ਆ। ਨਹੀਂ ਤਾਂ ਆਗੂਆਂ ਦੀ ਹਰੇਕ ਗੱਲ ਨੂੰ ਹੀ ਜੇ ਉਹ ਰਾਜਨੀਤੀ ਵੀ ਕਰਨ, ਝੰਡੇ ਜਿਹੜੇ ਮਰਜ਼ੀ ਚੱਕ ਲੈਣ, ਉਹ ਉਹਨਾਂ ਦੀ ਹਰੇਕ ਗੱਲ ਨੂੰ ਜਸਟੀਫਾਈ ਕਰ ਜਾਂਦੇ। ਇਹਨਾਂ ਨੂੰ ਹਰੇਕ ਗੱਲ ਤੇ ਇਹਨਾਂ ਨੂੰ ਮਤਲਬ ਨਿੰਦਿਆ ਗਿਆ। ਤੇ ਮੇਰੇ ਖਿਆਲ ਨਾਲ ਸਾਨੂੰ ਸਾਰਿਆਂ ਨੂੰ ਸਮਝ ਜਾਣਾ ਚਾਹੀਦਾ, ਸਾਰਿਆਂ ਦੇ ਸਾਹਮਣੇ ਤਸਵੀਰ ਸਪਸ਼ਟ ਹੈ ਜੀ। ਧੰਨਵਾਦ। ਧੰਨਵਾਦ ਜੀ। ਸ਼ਾਹ ਅਮਨਦੀਪ ਸਿੰਘ ਜੀ, ਤੁਸੀਂ ਏਅਰ ਤੇ ਹੋ। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਵੀਰ ਜੀ। ਗਿੱਲ ਸਾਹਿਬ ਬੜਾ ਤੁਸੀਂ ਸੁਣਿਆ ਹੋਣਾ ਕਿ ਆਪਣੇ ਲੋਕ ਵੀ ਬਹੁਤ ਕਰਦੇ ਆ ਕਿ ਸਾਨੂੰ ਰਾਜਨੀਤੀ ਚੰਗੀ ਨਹੀਂ ਲੱਗਦੀ, ਅਸੀਂ ਹਾਈ ਹੇਟ ਪੋਲਿਟਿਕਸ, ਇਹ ਨਾਂ ਦੀਆਂ ਗੱਲਾਂ ਬਹੁਤ ਚੱਲੀਆਂ ਨੇ। ਪਰ ਮੈਨੂੰ ਇੱਕ ਸਮਝ ਨਹੀਂ ਆਉਂਦੀ, ਪਰ ਜਿਹੜੇ ਰਾਜਨੀਤੀ ਕਰੇ ਪਰ ਉਹ ਜੇ ਆਪਦੇ ਤਿਆਗ ਕਰਕੇ ਆਪਦੇ ਮਤਲਬ ਤੋਂ ਉੱਪਰ ਹਟ ਕੇ ਲੋਕਾਂ ਦੀ ਮਤਲਬ, ਚਾਹੇ ਉਹ ਲੱਖਾ ਸੈਣਾ ਹੋਵੇ, ਚਾਹੇ ਉਹ ਦੀਪ ਸਿੱਧੂ ਹੋਵੇ, ਚਾਹੇ ਕੋਈ ਵੀ ਹੋਵੇ, ਚਾਹੇ ਕੱਲ ਨੂੰ ਉਦੋਂ ਕੇ ਹੀ ਆ ਜਾਣ, ਚਾਹੇ ਕੱਲ ਨੂੰ ਅਜਮੇਰ ਸਿੰਘ ਰੰਧਾਵਾ ਹੀ ਆ ਜਾਣ, ਜੇ ਉਹ ਆਪਦੇ ਮਤਲਬ ਨੂੰ ਪਿੱਛੇ ਛੱਡ ਕੇ ਜੇ ਲੋਕਾਂ ਦੀ ਭਲਾਈ ਲਈ ਕੰਮ ਕਰੇ, ਵਾਈ ਨਾਟ, ਕਿਉਂ ਨਾ ਉਹ ਰਾਜਨੀਤੀ 'ਚ ਆਉਣ, ਜ਼ਰੂਰ ਆਉਣੇ ਚਾਹੀਦੇ ਆ। ਕੀ ਅਸੀਂ ਉਹ ਲੋਕਾਂ ਨੂੰ ਲਿਆ ਕੇ ਰਾਜੀ ਹਾਂ ਹਮੇਸ਼ਾ ਵਾਰ ਦੀ ਵਾਰ ਜਿਹੜੇ ਕਿਸੇ ਲਈ ਕੱਖ ਨਹੀਂ ਕਰਨਾ ਚਾਹੁੰਦੇ ਹੈ, ਜਿਹੜੇ
ਕਿਸੇ ਲਈ ਕੁਝ ਨਹੀਂ ਕਰਨਾ ਚਾਹੁੰਦੇ, ਜਿਹੜੇ ਸਿਰਫ ਆਪਦੇ ਟੱਬਰ, ਆਪਦੇ ਪਰਿਵਾਰਵਾਦ, ਆਪਦੇ ਤੱਕ ਹੀ ਮਤਲਬ ਰੱਖੀ ਬੈਠੇ। ਇਹ ਤਾਂ ਗੱਲ ਹੈਗੀ ਜੀ ਪਹਿਲੀ। ਦੂਜੀ ਗੱਲ, ਤੁਸੀਂ ਪ੍ਰੋਗਰਾਮ 'ਚ ਲੈ ਕੇ ਆਏ ਆ ਅਨਮੋਲ ਸਿੰਘ ਉਹਨਾਂ ਨੂੰ ਵੀ ਪਿਛਲੇ ਪ੍ਰੋਗਰਾਮ 'ਚ ਲੈ ਕੇ ਆਏ ਆ, ਉਹਨਾਂ ਨੇ ਸੰਵਿਧਾਨ ਬਾਰੇ ਦੱਸਿਆ ਭਾਰਤ। ਜੇ ਹੁਣ ਉਹਨਾਂ ਦੇ ਹਿਸਾਬ ਨਾਲ ਆਪਾਂ ਦੇਖੀਏ ਤਾਂ ਸੰਵਿਧਾਨ ਦੇ ਹਿਸਾਬ ਨਾਲ ਤਾਂ ਸਟੇਟ ਕੋਲੇ ਕੋਈ ਪਾਵਰ ਹੀ ਨਹੀਂ ਹੈਗੀ। ਤਾਂ ਉੱਥੇ ਹੁਣ ਇੱਕ ਦੂਜਾ ਕੁਐਸਚਨ ਇਹ ਵੀ ਉੱਤਰਦਾ ਵਾ ਕਿ ਜੇ ਉੱਥੇ ਕੱਲ ਨੂੰ ਕੋਈ ਸਵੱਛਤਾ ਤੌਰ ਤੇ ਆ ਵੀ ਜਾਂਦਾ, ਕੋਈ ਮੂਹਰੇ ਹੁੰਦਾ, ਆਪਾਂ ਦੇਖਿਆ ਹੀ ਆ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਣਿਆਂ ਨੇ ਜਦ ਮੂਹਰੇ ਹੋਏ ਆ, ਉਹਨਾਂ ਦਾ ਕੀ ਕੀਤਾ ਉਹਨਾਂ ਨੇ। ਉਹਨਾਂ ਕੋਲੇ ਹੁਣ ਆਪਾਂ ਕਹੀ ਜਾਂਦੇ ਆਪਾਂ 1.5-2% ਹੀ ਮਤਾਂ ਭਾਰਤ ਦੇ ਵਿੱਚ, ਜਿਹੜੇ 30-40% ਮੁਸਲਮਾਨ ਨੇ, ਉਹਨਾਂ ਦਾ ਜਦ ਕਾਨੂੰਨ ਸੀਏ ਆਇਆ ਤੇ ਸ਼ਹੀਨ ਬਾਗ ਹੋਇਆ ਤੇ ਬਾਬਰੀ ਮਸਜਿਦ ਢਾਤੀ, ਤੇ ਜਦ ਸ਼ਹੀਨ ਬਾਗ ਹੋਇਆ, ਜਿਹੜੇ ਮੁੰਡੇ ਦੇ ਆਪਦੇ ਮਰ ਗਿਆ, ਉਹਦੇ ਪਿਓ ਜਦ ਸ਼ਿਕਾਇਤ ਕਰਨ ਜਾਂਦਾ ਪੁਲਿਸ ਥਾਣੇ 'ਚ, ਉਹਦੇ ਪਿਓ ਤੇ ਹੀ ਦੇਸ਼ ਧਰੋਹ ਦਾ ਪਰਚਾ ਧਰ ਕੇ ਅੰਦਰ ਕਰ ਦਿੰਦੇ। ਜਦ 30-40% ਲੋਕਾਂ ਦੀ ਉੱਥੇ ਕੋਈ ਸੁਣਵਾਈ ਨਹੀਂ, ਜਦ 1.5-2% ਵਾਲਿਆਂ ਦੀ ਕੀ ਸੁਣਵਾਈ ਹੋਣ ਵਾਲੀ ਹੈ, ਜਿਹੜੇ ਉੱਥੇ ਉਹ ਕੋਈ ਆਪਦੀ ਮਸਜਿਦ ਨੂੰ ਨਹੀਂ ਬਚਾ ਸਕੇ, ਉਹ ਆਪਦੇ ਕਾਨੂੰਨ ਨੂੰ, ਸੀਏ ਨੂੰ ਹਟਾ ਨਹੀਂ ਸਕੇ, ਤੇ ਤੁਸੀਂ ਕਿਹੜੇ ਕਾਨੂੰਨ ਕਿਵੇਂ ਹਟਾਓਗੇ? ਮੈਨੂੰ ਗਿੱਲ ਸਾਹਿਬ ਚਾਹੇ ਆਪਣੇ ਲੋਕਾਂ ਨੂੰ ਇਹ ਗੱਲ ਦਾ ਬੁਰਾ ਲੱਗੇ, ਪਰ ਜੇ ਤੁਸੀਂ ਉਹ ਦੇਸ਼ 'ਚ ਰਹਿਣਾ ਤਾਂ ਉਹ ਦੇਸ਼ ਦਾ ਤੁਹਾਨੂੰ ਕਾਨੂੰਨ ਮੰਨਣਾ ਹੀ ਪੈਣਾ। ਔਰ ਸਾਰੇ ਹੀ ਮੰਨਦੇ ਆ, ਚਾਹੇ ਆਪਾਂ ਕੈਨੇਡਾ 'ਚ ਰਹਿੰਦੇ ਆ, ਅਸੀਂ ਇੱਥੇ ਮੰਨਦੇ ਆ ਸਾਰੇ ਕੈਨੇਡੀਅਨ ਕਾਨੂੰਨ, ਸਾਰੇ ਲਾਅ ਫੋਲੋ ਕਰਦੇ ਆ। ਅਸੀਂ ਅਮਰੀਕਾ 'ਚ ਰਹਿੰਦੇ ਆ, ਚਾਹੇ ਯੂਕੇ 'ਚ ਰਹਿੰਦੇ ਆ, ਪਰ ਜਿੱਥੇ ਤੁਸੀਂ ਕਹੀ ਚੱਲੋ ਕਿ ਅਸੀਂ ਰਹਿਣਾ ਵੀ ਉੱਥੇ ਹੀ ਆ, ਅਸੀਂ ਮੰਨਣਾ ਹੀ ਤੁਹਾਡੇ ਕਾਨੂੰਨ ਨੂੰ, ਫੇਰ ਭਾਈ ਉਹੀ ਜਿਹੜਾ ਕੁਛ ਉਹ ਚਾਹਣਗੇ ਉਹੀ ਕੁਛ ਹੋਣਾ ਤੁਹਾਡੇ। ਧੰਨਵਾਦ ਜੀ ਤੁਹਾਡਾ ਬਹੁਤ। ਬਿਲਕੁਲ ਠੀਕ ਹੈ ਜੀ, ਇਹਦੇ ਵਿੱਚ ਦੂਸਰੀ ਰਾਏ ਕੋਈ ਨਹੀਂ। ਉੱਥੇ ਦਾ ਕਾਨੂੰਨ ਤੁਹਾਨੂੰ ਅਡੈਪਟ ਕਰਨਾ ਪੈਣਾ। ਅਨਮੋਲ ਸਿੰਘ ਹੁਣੀ ਦੱਸ ਕੇ ਗਏ ਸੀ ਕੀ ਧਾਰਾਵਾਂ ਨੇ, ਕਦ ਫਰੀਡਮ ਆਫ ਐਕਸਪ੍ਰੈਸ਼ਨ, ਫਰੀਡਮ ਆਫ ਸਪੀਚ ਕਦ ਗਵਰਨਰ ਤੋਂ ਵਾਪਸ ਲੈ ਸਕਦਾ ਹੈ। ਉਹਦੀਆਂ ਸਭ ਜਿਹੜੀਆਂ ਛੋਟੀਆਂ ਸਭ ਧਾਰਾਵਾਂ ਨੇ ਉਹਦੇ ਵਿੱਚ ਉਹ ਸਾਡੇ ਤੁਹਾਡੇ ਸਾਹਮਣੇ। ਪਰ ਇੱਕੋ ਹੀ ਗੱਲ ਮੈਂ ਤਾਂ ਇਹਦੇ ਵਿੱਚ ਇਹ ਕਹਿਣਾ ਵੀ ਕੁਛ ਅਜਿਹਾ ਵੀ ਨਹੀਂ ਕਰਨਾ ਹੈ ਕਿ ਜਿਹਦੇ ਕਰਕੇ ਕੁਛ ਇਹੋ ਜਿਹਾ ਲੱਗੇ ਦੇਖੋ ਜੀ ਇਹ ਤਾਂ ਕੌਮ ਦੇਸ਼ ਦੇ ਖਿਲਾਫ ਆ, ਅਖੰਡਤਾ ਦੇ ਖਿਲਾਫ ਆ ਜੀ, ਇਹ ਨਾ ਕਰਨੀ। ਪਰ ਜਿਹੜਾ ਤੁਸੀਂ ਜਿੰਨਾ ਕਰ ਸਕਦੇ ਹੋ, ਟੇਬਲ ਟਾਕ ਹੋ ਸਕਦੀ ਹੈ, ਐਗਜ਼ਿਸਟੈਂਸ ਰੈਜ਼ਿਸਟੈਂਸ ਤਾਂ ਤੁਹਾਨੂੰ ਦੱਸਣੀ ਪੈਣੀ ਹੈ। ਜਦ ਤੁਹਾਡਾ ਪਤਾ ਲੱਗ ਜਵੇ ਵੀ ਅੱਗੇ ਉਹ ਵੀ ਨਹੀਂ ਬਈ ਹੁਣੇ ਪਹਿਰਾ ਰੱਖਦੇ ਨੇ, ਹੋ ਸਕਦਾ ਕੁਛ ਫਰਕ ਤੁਹਾਡੇ ਜ਼ਿੰਦਗੀ ਦੇ ਵਿੱਚ ਆਰਾਮ ਦਾ ਪੈ ਜਾਵੇ। ਇਹ ਗੱਲ ਠੀਕ ਹੈ। ਤੁਸੀਂ ਪਿਛਲੇ ਦਿਨੀ ਸੁਣਿਆ ਹੋਣਾ, ਪੜ੍ਹਿਆ ਹੋਣਾ, ਇੱਕ ਆਰਟੀਕਲ ਡਗਲਸ ਸਟਾਰਡ ਨੇ ਵੈਨਕੂਵਰ ਸਨ ਦੇ ਵਿੱਚ ਲਿਖਿਆ ਸੀ। ਉਹਨੇ ਸਾਰਿਆਂ ਨੂੰ ਇੰਟਰਵਿਊ ਕੀਤਾ, 4-5 ਜਣਿਆਂ ਨੂੰ, ਮੈਨੂੰ ਵੀ ਉਹ ਕਰਕੇ ਗਿਆ ਇੰਟਰਵਿਊ, ਤੇ ਉਹਦੇ ਵਿੱਚ ਵੀ ਉਹਨੇ ਪੁੱਛਿਆ ਵੀ ਤੂੰ ਖਾਲਿਸਤਾਨ ਦੇ ਬਾਰੇ ਕੀ ਸੋਚਦਾ? ਮੈਂ ਕਿਹਾ ਵੀ ਕਿਸੇ ਸੋਵਰਨ ਕੰਟਰੀ ਦੇ ਵਿੱਚ ਦੂਸਰੀ ਸੋਵਰਨ ਕੰਟਰੀ ਬਣਾਉਣੀ ਬਹੁਤ ਔਖੀ ਹੈ, ਇਹ ਪੋਸੀਬਲ ਨਹੀਂ ਹੈ। ਪਰ ਵੱਧ ਅਧਿਕਾਰਾਂ ਦੀ ਗੱਲ ਜਿੱਥੇ ਹੋਈ ਹੋਈ ਹੈ, ਵੱਧ ਅਧਿਕਾਰਾਂ ਨੂੰ ਹਾਂ ਕੀਤੀ ਹੈ। ਕੈਨੇਡਾ ਦੇ ਵਿੱਚ ਕੁਬੈਕਰਸ ਓਪਨਲੀ ਕਹਿੰਦੇ ਆ ਵੀ ਸਾਨੂੰ ਵੱਧ ਅਧਿਕਾਰ ਦਿਓ, ਔਰ ਉਹਨਾਂ ਕੋਲ ਹੈ ਆਲਰੇਡੀ। ਤੇ ਜਿਹੜੀ ਫੀਜ਼ੇਬਲ ਗੱਲ ਹੈ, ਜਿਹੜੀ ਸਾਡੇ ਅਗਲੇ ਭਵਿੱਖ ਲਈ ਚੰਗੀ ਹੈ, ਗੱਲ ਓਨੀ ਉਹ ਕਰਨੀ ਚਾਹੀਦੀ। ਇਹ ਬਹੁਤ ਜ਼ਰੂਰੀ ਹੈ, ਕਿਉਂਕਿ ਗਰਮੈਸ਼ ਦੇ ਨਾਲ ਤੇ ਮੂਹਰਲੇ ਬੰਦੇ ਖੜੇ ਦੀ ਅਣਹੋਂਦ ਨੂੰ ਸੋਚ ਕੇ ਵੀ ਨਹੀਂ, ਉਹ ਤਾਂ ਕੰਮ ਵੀ ਨਹੀਂ, ਇਸ ਤਰ੍ਹਾਂ ਨਹੀਂ ਹੁੰਦਾ। ਤੇ ਨੁਕਸਾਨ ਕੌਮੀ ਕਰਾ ਕੇ ਵੀ ਇਹਦੇ ਵਿੱਚ ਕੁਝ ਨਹੀਂ। ਈਵਨ ਜ਼ਿਆਦਾਤਰ ਇਸ ਇਸ਼ੂ ਤੇ ਜੇ ਕੋਈ ਤੁਹਾਨੂੰ ਬਰਗਲਾਉਂਦਾ, ਕੋਈ ਗਰਮ ਕਰਦਾ, ਕੋਈ ਪੈਸਿਆਂ ਧੇਲਾਂ ਦੀ ਗੱਲ ਕਰਦਾ, ਉਹ ਨੈਗਲੈਕਟ ਕਰੋ, ਕਹੇ ਨੋ ਅਸੀਂ ਇਸ ਚੀਜ਼ ਦੇ ਹੱਕ 'ਚ ਨਹੀਂ ਹੈ। ਬਿਲਕੁਲ ਹਾਂ, ਕਿਸੇ ਵਿਅਕਤੀ ਵਿਸ਼ੇਸ਼ ਦੀ ਨਿੱਜੀ ਰਾਏ ਹੋ ਸਕਦੀ ਹੈ। ਆਪਣੇ ਔਨ ਏਅਰ ਆ ਕੇ ਪ੍ਰਭਜੋਤਪਾਲ ਸਿੰਘ ਹੁਣੀ ਉਹ ਕਹਿੰਦੇ ਨੇ ਉਸ ਗੱਲ ਨੂੰ ਵੀ ਮੈਂ ਇਹ ਜਿਹੜਾ ਇਹ ਉਹ ਕਹਿੰਦੇ ਮੈਂ ਓਪਨਲੀ ਇਸ ਚੀਜ਼ ਦੀ ਗੱਲ ਕਰਦਾ। ਸਿਮਰਜੀਤ ਸਿੰਘ ਮਾਨ ਹੁਣੀ ਖਾਲਿਸਤਾਨ ਦੇ ਬਾਰੇ ਓਪਨਲੀ ਕਹਿੰਦੇ ਆ। ਉਹ ਆਪਣੀ ਰਾਏ ਦੇ ਨਾਲ ਉਹਨਾਂ ਨੂੰ ਕੋਈ ਇਸ਼ੂ ਨਹੀਂ ਹੈ। ਹਾਂ, ਜਿੱਥੇ ਕਮਿਊਨਿਟੀ ਦੇ ਲਈ ਕਮਿਊਨਿਟੀ ਨੂੰ ਕੁਛ ਇਹੋ ਜਿਹਾ ਕੁਛ ਦੱਸ ਕੇ ਉਹਨਾਂ ਨੂੰ ਨਾਲ ਰਲਾ ਕੇ ਕੁਛ ਗਲਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇ, ਉੱਥੇ ਵੀ ਕਮਿਊਨਿਟੀ ਨੂੰ ਸਾਨੂੰ ਬਚਣਾ ਚਾਹੀਦਾ। ਚੀਜ਼ ਉਨੀ ਉਹ ਕਰਨੀ ਸੋਚਣੀ ਚਾਹੀਦੀ ਜਿਹੜੀ ਫੀਜ਼ੇਬਲ ਹੈ, ਜਿਹੜੀ ਪੋਸੀਬਲ। ਹਾਂ, ਇਹਦੇ ਨਾਲ ਬੜੀ ਫਾਈਨ ਲਾਈਨ ਆ ਕਿ ਵੱਧ ਅਧਿਕਾਰਾਂ ਦਾ ਨਾਰਾ ਛੱਡ ਦੇਣਾ ਚਾਹੀਦਾ, ਬਿਲਕੁਲ ਨਹੀਂ ਛੱਡ ਦੇਣਾ ਚਾਹੀਦਾ। ਜਿਹੜੀਆਂ ਚੀਜ਼ਾਂ ਦੀ ਗੱਲ ਹੋਈ ਹੋਈ ਹੈ, ਜਿਹਨਾਂ ਚੀਜ਼ਾਂ ਦੀ ਖੁਦ ਮੁਖਤਿਆਰੀ ਦੀ ਸਾਰਿਆਂ ਸੂਬਿਆਂ ਦੀ ਗੱਲ ਹੋਈ ਹੋਈ ਹੈ, ਭਾਸ਼ਾ ਦੇ ਆਧਾਰ ਤੇ ਸਾਰੇ ਸੂਬੇ ਬਣਾਤੇ ਸਾਊਥ ਦੇ,
जब पंजाब ने गल मन्नी तो उन्होंने जराइम पेशा कौम कह दिता। तो ये धक्का जिहड़ा है इहदी लई भी गल करनी चाहिए। कौम दे मरदे मुजाहिद ने कदे ये गल नहीं की, मैं बिल्कुल नहीं, मैं तो बराबर दे शहरी होकर विचरना, जे इन्हां दी मर्जी है दिंदे ने मैनूं खालिस्तान, मैं कह देना संत जरनैल सिंह उन्होंने 20 बार कही है गल। तो इस तरह ही आपां नूं सोचना चाहिए कि साडे लई दूर अंदेशी की है। दुनिया दे विच स्टेट ने जिहड़ियां सरकारां ने, सरकारां दी ही सुनी जांदी। जिवें बोसनीया दे विच जिहड़े सर्ब सी उन्हां दा जिहड़ा कतल होया, हुण ओह लेजर ला के बेचारे लभदे फिरदे ने कि कित्थे साडियां मैस ग्रेव्स ने ते कित्थे साडे इन्हां ने दफन कर। इस तरह पंजाब दे विच 1978 तो 95 तक हजारां ही 25,000 ਤਾਂ ਲੱਭ ਲਏ ਸੀ ਜਸਵੰਤ ਸਿੰਘ ਖਾਲਦਾ ਨੇ ਵੀ ਜਿਨ੍ਹਾਂ ਨੂੰ ਬਿਨਾਂ ਦੱਸਿਆ ਖਪਾਤਾ। ਕੱਲ ਫੇਸਬੁੱਕ ਤੇ ਇੱਕ ਮੈਂ BS ਸਿੱਧੂ ਉਹਨਾਂ ਦੀ ਜਿਹੜੇ ਰਾਹ ਦੇ ਵਿੱਚ ਰਹੇ ਨੇ ਉਹਨਾਂ ਦੀ ਇੱਕ ਪੋਸਟ ਪਾਈ ਸੀ, ਉਹਨਾਂ ਦੀ ਇੱਕ ਇੰਟਰਵਿਊ ਪਾਈ ਸੀ। ਉਹਨਾਂ ਨੇ ਦੱਸਿਆ ਵੀ ਕਿਵੇਂ ਇੰਦਰਾ ਨੇ 80 ਦੇ ਵਿੱਚ ਬਣਦਿਆਂ ਸਾਰੇ 85 ਦੀ ਇਲੈਕਸ਼ਨ ਕਿਵੇਂ ਜਿੱਤਣੀ ਤੇ ਪੰਜਾਬ ਦੇ ਵਿੱਚ ਕਿਵੇਂ ਜਾ ਕੇ ਗੜਬੜ ਕਰਨੀ। ਉਹਨੇ 80ਵਿਆਂ ਦੇ ਵਿੱਚ ਫਾਈਨਲ ਕਰ ਲਿਆ 5 ਸਾਲ ਪਹਿਲਾਂ। ਤੇ ਉਹਦੇ ਲਈ ਬੰਦੇ ਬਣਾਤੇ ਅਕਬਰ ਗਰੁੱਪ ਨੰਬਰ 1, ਅਕਬਰ ਗਰੁੱਪ ਨੰਬਰ 1 2 ਜੈਲ ਸਿੰਘ ਉਹਦਾ ਮੋਹਰੀ ਸੀ, ਸੰਜੇ ਜੈਲ ਸਿੰਘ ਤੇ ਮੇਨ ਬੰਦੇ ਸੀ ਉਹਦੇ। तो इसे तरह ही सानू भी नेशन के तौर पर सोचना चाहिए भी गुड बैटर की। पॉल जी लाइन नंबर 4। हरपाल सिंह जी। हाँ जी, हेलो। हाँ जी सर, हरपाल सिंह जी लाइन नंबर 5। हाँ जी हाँ जी हाँ जी इकबाल साहब, मैं कह रहा गल तो सवेरे भी हुई सी, अपना लखे वाला टॉपिक चलदा है ना जी। वो लखा बहुत लोगों ने भला भी किया जी, ਜਿਹੜੇ ਗਰੀਬ ਗੁਰਬਿਆਂ ਦੀ ਉਹ ਲੜਦਾ, ਚਾਹੇ ਉਹ ਗੈਂਗਸਟਰ ਸੀ, ਉਹਨੇ ਉਹ ਸਜ਼ਾ ਭੁਗਤੀ ਆਪਣੀ, ਸਾਰਾ ਕੁਝ ਉਹ ਆਪਣੇ ਸਹੀ ਹੱਕ ਹਕੂਕਾਂ ਨਾਲੇ ਵਿਚਰ ਰਿਹਾ ਨਾ ਜੀ। ਨਹੀਂ ਸਟੇਟ ਚੱਕ ਕੇ ਉਹਨੂੰ ਅੰਦਰ ਦਵੇ, ਜਿਹਦੇ ਕੇਸ ਪੈਂਡਿੰਗ ਨੇ, ਕੁਝ ਵੀ ਹੈਗਾ ਗਲਤ ਕੰਮ ਕੀਤਾ ਉਹਨੇ, ਤੇ ਉਹ ਗਰੀਬ ਲੋਕਾਂ ਦਾ ਭਲਾ ਵੀ ਕਰਦਾ। ਆਪਾਂ ਤੁਹਾਡੇ ਵਾਲਿਆਂ ਦੇ ਵੋਟ ਵੀ ਨਹੀਂ ਇੱਦਾਂ ਨੇ ਪਾਉਣ ਜਾਣਾ ਜੀ, ਕੁਝ ਵੀ ਨਹੀਂ ਕਰਨ ਜਾਣਾ। ਆਪਾਂ ਨੂੰ ਬਹੁਤ ਲੱਖਾਂ ਚੁੱਭਦਾ, ਤੇ ਉਹ ਜਿਹਦੇ ਨੂੰ ਉੱਥੇ ਜਿਹੜੇ ਉਹ ਗਰੀਬਾਂ ਦਾ ਭਲਾ ਕੀਤਾ ਜੀ, ਉਹਨਾਂ ਨੂੰ ਪੁੱਛ ਕੇ ਦੇਖੋ ਜੀ। ਮਾੜੀ ਮਾੜੀ ਗੱਲ ਪਿੱਛੇ ਕਿੰਨੇ ਉਹ ਹਸਪੀਟਲਾਂ ਦੀਆਂ ਆਪਾਂ ਗੱਲਾਂ ਦੇਖਦੇ ਹਾਂ ਜੀ, ਉਹਦੀਆਂ ਵੀਡੀਓਜ਼, ਤੇ ਨਾਲੇ ਲੋਕ ਕਹੀ ਜਾਂਦੇ ਨੇ ਜੀ ਅਸੀਂ ਤਾਂ ਜਾਣਦੇ ਨਹੀਂ ਲੱਖੇ ਨੂੰ, ਲੱਖਾ ਕੌਣ ਆ, ਪਤਾ ਨਹੀਂ ਕਿੰਨੇ ਆਏ ਉਹਦੇ, ਕਿੰਨੇ ਚਲੇ ਗਏ। ਉਹ ਯਾਰ ਜੇ ਪਹਿਲਾਂ ਚਲੇ ਗਏ ਉਵੇਂ ਲੱਖਾ ਚਲੇ ਜਾਓ, ਤੇ ਤੁਹਾਡੇ ਲੱਖਾ ਕਿਹੜਾ ਪੈਰ ਮਿੱਧਰ ਆ? ਤੁਸੀਂ ਆਪੇ ਤਾਂ ਮੰਨੀ ਜਾਂਦੇ ਹੋ ਵੀ ਪਹਿਲਾਂ ਬਹੁਤ ਆਏ ਨੇ, ਬਹੁਤ ਚਲੇ ਗਏ ਨੇ, ਇਹਨੂੰ ਵੀ ਜਾਣ ਦਿਓ। ਤਾਉਣੀਆਂ ਲਿਆਂਦੀਆਂ ਪਈਆਂ ਨੇ ਜੀ ਲੱਖੇ ਨੇ। ਗੱਲ ਜਿਵੇਂ ਪਹਿਲਾਂ ਵੀ ਕਾਲਰ ਕਹਿ ਕੇ ਗਏ ਨੇ ਵੀ ਜਿਨ੍ਹਾਂ ਨੂੰ ਉੱਥੇ ਡਰ ਲੱਗਦਾ ਜੀ, ਜਿਹਨਾਂ ਦੀ ਖਿਸਕਦੀ ਆ ਜ਼ਮੀਨ ਜੀ, ਉਹਨਾਂ ਵਾਲੀਆਂ ਤਾਉਣੀਆਂ ਨੇ ਜੀ ਮੇਨ ਤਾਂ। ਬਾਕੀ ਕਹਿੰਦੇ ਨੇ ਲੱਖੇ ਨੇ ਦੁਕਾਨਾਂ ਢੱਕਦੀਆਂ ਸੀਗੀਆਂ ਜੀ, ਸਾਰਾ ਕੁਝ ਕਰ ਲਿਆ ਜੀ। ਮਲੂਕਾ ਸਾਹਿਬ ਕਹਿੰਦੇ ਨੇ, ਮਲੂਕਾ ਸਾਹਿਬ ਪਾਵਰ 'ਚ ਸੀਗੇ ਉਦੋਂ ਜੀ, ਲੱਖੇ ਨੂੰ ਅੰਦਰ ਕਰਾਉਂਦੇ ਜਦੋਂ ਕਿਸੇ ਹਿੰਦੂ ਪਰਿਵਾਰ ਦੀਆਂ ਦੁਕਾਨਾਂ ਦੱਬੀਆਂ ਨੇ, ਉਹਨੇ ਪਾਵਰ 'ਚ ਸੀਗਾ ਜੀ। ਸਰਕਾਰ ਦਾ ਕੰਮ ਸੀਗਾ, ਉਹਦੇ ਪਰਚਾ ਦੇ ਕੇ ਉਹਨੂੰ ਅੰਦਰ ਸਿੱਟਦੇ। ਨਾਲੇ ਆਪਾਂ ਨੂੰ ਪਤਾ ਜੀ ਮਲੂਕਾ ਸਾਹਿਬ ਕਿੰਨੇ ਭਲੇ ਮਾਨਸ ਨੇ ਉੱਥੇ ਵਿਚਾਰਾ, ਜੋ ਕਾਨ ਸਿੰਘ ਪੰਨੂ ਨਾਲ ਕਰਵਾਇਆ ਜੀ, ਭਲੇ ਮਾਨਸ ਆਫੀਸਰ ਨਾਲ ਜੀ, ਠੀਕ ਹੈ ਨਾ ਜੀ। ਉਹ ਚੀਜ਼ਾਂ ਉੱਥੇ ਕਰਵਾ ਸਕਦੇ ਨੇ, ਪਰ ਲੱਖੇ ਬਨਵਾਸ ਤੋਂ ਵੀ ਡਰਦੇ ਸੀ ਫਿਰ ਉਹ। ਇਹ ਲੋਕਾਂ ਨੂੰ ਨਹੀਂ ਗੱਲਾਂ ਕਰਨੀਆਂ ਚਾਹੀਦੀਆਂ ਜੀ। ਜੋ ਵੀ ਕਰ ਰਿਹਾ ਉੱਥੇ ਦੇ ਲੋਕ, ਆਪਣੇ ਲੋਕ ਪਤਾ ਕੀ ਕਹਿ ਰਹੇ ਨੇ ਜੀ, ਵੀ ਉੱਥੇ ਵਾਲਿਆਂ ਨੂੰ ਪਤਾ ਹੀ ਨਹੀਂ ਜਿਹੜੀ ਇੰਨੀ ਦੁਨੀਆ ਉਹਦੇ ਪਿੱਛੇ ਤੁਰੀ ਫਿਰਦੀ ਆ, 1.5 ਲੱਖ ਮੁੰਡਾ ਕੱਠ 'ਚ ਪਹੁੰਚਿਆ ਵੀ ਨਾ ਵੀ ਉਹ ਤਾਂ ਕਮਰੇ ਤੁਰੇ ਫਿਰਦੇ ਨੇ, ਉਹ ਨਸ਼ੇੜੀ ਨੇ, ਉਹ ਟੀਕੇ ਵਾਲੇ ਨੇ, ਫੋਨ ਵਾਲੇ ਨੇ। ਸਮਝਦਾਰ ਹੋ ਰਹੇ ਆ ਗਏ ਜੀ, ਸਾਰੀ ਸਮਝਦਾਰ ਹੋ ਰਹੇ ਨੇ, ਉੱਥੇ ਕੋਈ ਨਹੀਂ ਹੈਗਾ। ਇਸ ਕਰਕੇ ਉਹਨੂੰ ਹੱਕ ਹੈ ਜੀ, ਲੀਡਰ ਬਣਨਾ ਵੀ ਚਾਹੀਦਾ ਜੀ। ਜਿੰਨੀ ਆਪੋਜੀਸ਼ਨ ਕਾਇਮ ਹੋਊਗੀ ਤਾਂ ਵਧੀਆ ਰਹਿੰਦਾ ਜੀ। ਭਲਾ ਨਹੀਂ ਆਪਣੇ ਨਿੱਜੀ ਕਰਜ਼ਿਆਂ ਲਈ ਵੀ ਆਪਾਂ ਨੂੰ 4 ਦਿਨ ਗਨਮੈਨ ਮਿਲਣਗੇ, ਉਹਦੇ ਲਈ ਆਪਾਂ ਕੁਛ ਕਰੀ ਚੱਲੀਏ ਜੀ। ਪਰ ਆਪੋਜੀਸ਼ਨ ਵਧੀਆ ਹੋਣੀ ਚਾਹੀਦੀ ਹੈ, ਵਧੀਆ ਚੁਣਨਾ ਚਾਹੀਦਾ ਲੀਡਰ ਜੀ। ਕੋਈ ਪਾਰਟੀ ਨਹੀਂ ਦੇਖਣੀ ਚਾਹੀਦੀ। ਮੈਂ ਲੱਖੇ ਨਾਲ ਇਸ ਤਰ੍ਹਾਂ ਐਗਰੀ ਹਾਂ ਜੀ ਵੀ ਉਹ ਜੋ ਕਰ ਰਿਹਾ ਵਧੀਆ ਗਾ। ਉਹਨੇ ਕਿਸੇ ਦੀ ਵਿਰੋਧਤਾ ਨਹੀਂ ਕੀਤੀ ਜੀ ਆਪਣੇ ਲੈਕਚਰ 'ਚ, ਕਿਸੇ ਨੂੰ ਭੜਕਾਇਆ ਨਹੀਂ ਜੀ ਉਹਨੇ। ਕਿੰਨੀ ਕੁ ਗੱਲ ਕਹਿਦੀ ਜੀ ਉਹਨੇ, ਕਹੇ ਜੀ ਵੀ ਉਹ ਕਹਿੰਦਾ ਦਿੱਲੀ ਪੁਲਿਸ ਤੇ, ਦਿੱਲੀ ਪੁਲਿਸ ਨੂੰ ਘੇਰੋ, ਸਾਰੇ ਲੋਕ ਕਹੀ ਜਾਂਦੇ ਨੇ ਜੀ। ਉਹ ਹਰਿਆਣੇ ਦੇ ਚਡੂਨੀ ਸਾਹਿਬ ਨੇ, ਉਹਨਾਂ ਨੇ ਵੀ ਕਿਹਾ ਜੀ, ਟਕੈਤ ਨੇ ਵੀ ਕਿਹਾ, ਹੋਰ ਸਾਰੇ ਬੰਦੇ ਕਹੀ ਜਾਂਦੇ ਨੇ, ਉਗਰਾਹ ਨੇ ਕਿਹਾ ਜੀ ਵੀ ਫੜ ਕੇ ਦਿਖਾਓ ਇਹਨਾਂ ਨੂੰ। ਉਹੀ ਕੁਛ ਲੱਖੇ ਨੇ ਕਹਿ ਰਿਹਾ, ਇੱਕੋ ਬੰਦੇ ਦੀ ਗੱਲ ਚੱਕੀ ਜਾਣੀ ਹੈ ਜੀ। ਇਸ ਲਈ ਵਧੀਆ ਜੀ, ਲੱਖਾ ਜੋ ਕਰ ਰਿਹਾ ਹਲੇ ਠੀਕ ਕਰ ਰਿਹਾ। ਬਾਕੀ ਫਿਊਚਰ 'ਚ ਸਾਰਿਆਂ ਦੀ ਦੇਖਿਆ ਜਾਊਗਾ। ਬਾਕੀ ਦਾ ਕਿਹੜਾ ਪਤਾ ਜੀ, ਬਾਕੀ ਵੀ ਟਿਕਟਾਂ ਮੰਗਦੇ ਨੇ ਜੀ। ਕਾਲਰ ਦੱਸ ਰਹੇ ਸੀਗੇ ਕਿਹੜੇ ਆਪਣੇ ਰਾਜੇਵਾਲ ਸਾਹਿਬ ਨੇ ਵੀ ਇਹਨਾਂ ਨੂੰ ਟਿਕਟ ਨਹੀਂ ਮਿਲੀ, ਖੀਰਨੀ ਉਹਨਾਂ ਨੂੰ ਮਿਲ ਗਈ, ਤੇ ਦੂਜੇ ਪਾਸੇ ਨੂੰ ਹੋ ਤੁਰੇ। ਇਹ ਸਾਰੇ ਹੈਗੇ ਨੇ ਜੀ। ਧੰਨਵਾਦ ਜੀ। ਬਿਲਕੁਲ ਤਿਆਰੀ ਕੀਤੀ ਆ, ਬਿਲਕੁਲ ਸਾਡੇ ਨੇ ਰਾਜਨੀਤੀ ਉਹਨਾਂ ਨੇ ਕੋਸ਼ਿਸ਼ ਕੀਤੀ ਆ, ਨਹੀਂ ਗੱਲ ਬਣੀ, ਨਹੀਂ ਬਣੀ। ਸਰਦਾਰ ਸੁਰਿੰਦਰ ਸਿੰਘ ਆਖਰੀ ਕਾਲਰ ਇਸ ਵਿਸ਼ੇ ਤੇ, ਲਾਈਨ ਨੰਬਰ 2। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਹਾਂਜੀ ਗਿੱਲ ਸਾਹਿਬ, ਪਹਿਲਾਂ ਤਾਂ ਮੈਂ
ਜਿਹੜੇ ਲੋਕ ਲੱਖੇ ਦਾ ਵਿਰੋਧ ਕਰਦੇ ਨੇ, ਮੈਂ ਇੱਕ ਕੁਐਸਚਨ ਆ ਉਹਨਾਂ ਬੰਦਿਆਂ ਨੂੰ ਵੀ ਜੇ ਲੱਖਾ ਬਾਈ ਚਾਂਸ ਬਣ ਵੀ ਜਾਵੇ, ਕੋਈ ਐਮਐਲਏ ਮੰਤਰੀ ਮੁੱਖ ਮੰਤਰੀ ਬਣ ਜਾਂਦਾ, ਮੇਰਾ ਤਾਂ ਕੋਈ ਨਿੱਜੀ ਨੁਕਸਾਨ ਨਹੀਂ ਹੈ, ਨਾ ਗਿੱਲ ਸਾਹਿਬ ਦਾ ਨਿੱਜੀ ਨੁਕਸਾਨ ਆ, ਨਾ ਕਿਸੇ ਹੋਰ ਤਰੀ ਚ ਰਹਿੰਦੇ ਬੰਦੇ ਦਾ ਨੁਕਸਾਨ ਆ। ਜੇ ਉੱਥੇ ਸਾਡੇ ਵੱਲੋਂ ਸਿੱਧੂ ਬਣ ਗਿਆ, ਸਾਡੇ ਵੱਲੋਂ ਕੈਪਟਨ ਬਣ ਗਿਆ, ਸਾਡੇ ਵੱਲੋਂ ਟਰੱਕ ਚਲਾਉਂਦੇ ਆ, ਤੁਸੀਂ ਸਟੂਡੀਓ ਦਾ ਬਹਿ ਕੇ ਬੋਲਣਾ ਨੁਕਸਾਨ ਫਾਇਦਾ ਤਾਂ ਤੁਸੀਂ ਐਵੇਂ ਹੀ ਅੰਦਾਜ਼ਾ ਲਾਈ ਜਾਣਾ ਵੀ ਇਹ ਆ ਗਿਆ ਵੀ ਫੇਰ ਤਾਂ ਪਤਾ ਨਹੀਂ ਦੁਨੀਆ ਤਬਾਹ ਹੋ ਜਾਣੀ ਆ। ਤੁਸੀਂ ਨਵੇਂ ਬੰਦੇ ਨੂੰ ਮੌਕਾ ਦੇ ਕੇ ਦੇਖੋ, ਜੇ ਆਉਂਦਾ ਉਹਦੀ ਸਪੋਰਟ ਕਰੋ। ਤੇ ਬਾਕੀ ਗਿੱਲ ਸਾਹਿਬ ਗੱਲਾਂ ਦੋ ਤਿੰਨ ਨਵੀਆਂ ਵਾਪਰੀਆਂ ਨੇ। ਇੱਕ ਤਾਂ ਜਵਾਨੀ ਦੇ ਨਾਂ ਦੇ ਉੱਤੇ ਪਹਿਲੀ ਵਾਰੀ ਕੋਈ ਸੰਦੇਸ਼ ਗਿਆ ਵੀ ਇਕੱਠੇ ਹੋਵੋ। ਬਿਲਕੁਲ ਠੀਕ ਹੈ। ਤੇ ਜਵਾਨੀ ਨਰੋਲ ਜਵਾਨੀ ਦੇ ਨਾਂ ਤੇ ਬੰਦੇ ਇੱਥੇ ਇਕੱਠੇ ਹੋਏ ਨੇ ਲੋਕ, ਭਾਵੇਂ ਦੂਜੇ ਬੰਦੇ ਵੀ ਸੀ, ਅਧਖੜ ਉਮਰ ਦੇ ਵੀ ਸੀ, ਔਰਤਾਂ ਵੀ ਸੀ। ਇੱਕ ਤਾਂ ਇਹ ਹੋਇਆ। ਇੱਕ ਦੂਜੀ ਗੱਲ, ਆਪਾਂ ਬਾਦਲ ਦੀ ਕੋਈ ਸਪੋਰਟ ਨਹੀਂ ਕਰਦੇ, ਪਰ ਬਾਦਲ ਜਿੰਨਾ ਟਰਮੇ ਵਾਲਾ ਬੰਦਾ ਸੀਗਾ ਪ੍ਰਕਾਸ਼ ਸਿੰਘ ਬਾਦਲ, ਉਦੋਂ ਵੱਧ ਟਰਮੇ ਵਾਲਾ ਬੰਦਾ ਲੱਗਿਆ ਮੈਨੂੰ ਲੱਖਾ ਸਾਹਿਬ ਉਹਦੀ ਸਪੀਚ ਤੋਂ। ਹਾਂਜੀ ਗਿੱਲ ਸਾਹਿਬ ਆਵਾਜ਼ ਆਉਂਦੀ ਆ? ਹਾਂਜੀ ਸੁਣ ਰਿਹਾ ਬਾਈ ਜੀ, ਸੁਣ ਰਿਹਾ ਗੱਲ। ਹਾਂਜੀ ਹਾਂਜੀ। ਜੇ ਆਪਾਂ ਨੂੰ ਕੋਈ ਲੀਡਰ ਟਰਮੇ ਵਾਲਾ ਮਿਲਦਾ ਪੰਜਾਬ ਨੂੰ, ਉਹ ਬਹੁਤ ਬੜੀ ਗੱਲ ਆ। ਤੇ ਜਿਹੜੀਆਂ 26 ਵਾਲਾ ਜੋ ਵੀ ਵਾਕਿਆ ਵਾਪਰਨ ਤੋਂ ਬਾਅਦ ਇਹਨਾਂ ਨੇ ਕਿਸਾਨ ਯੂਨੀਅਨ ਨੇ ਪੂਰਾ ਜ਼ੋਰ ਲਾ ਲਿਆ ਸੀ, ਇੱਕ ਵਿੱਚ ਗਰਾਰੀ ਫਸੀ ਸੀ, ਨਿਕਲ ਨਹੀਂ ਸੀ ਰਹੀ, ਉਹ ਕੱਲ ਲੱਖੇ ਨੇ ਕਲੀਅਰ ਕਰਤੀ ਵੀ ਅਸੀਂ ਸਾਰੇ ਇਕੱਠੇ ਆ। ਇਹ ਗੱਲ ਸਪਸ਼ਟ ਹੋਈ ਆ ਗੱਲ ਵੀ ਸਾਡੇ 'ਚ ਕੋਈ ਦਫੇੜ ਨਹੀਂ, ਅਸੀਂ ਇਕੱਠੇ ਆ ਤੇ ਅਸੀਂ ਸੰਘਰਸ਼ ਲੜਨ ਨੂੰ ਪੂਰੇ ਤਕੜੇ ਆ। ਕਿਉਂਕਿ ਗਾਹੇ ਬਗਾਹੇ ਮੈਸੇਜ ਆਈ ਜਾਂਦਾ ਸੀ, ਪਤਾ ਨਹੀਂ ਜਿਹੜੀ ਨੌਜਵਾਨੀ ਆ ਇਹਨਾਂ ਤੋਂ ਅਲੱਗ ਹੋ ਗਈ। ਇਸ ਕਰਕੇ ਇਹ ਬਹੁਤ ਵਧੀਆ ਕੰਮ ਹੋਇਆ ਗਿੱਲ ਸਾਹਿਬ। ਸਤਿ ਸ੍ਰੀ ਅਕਾਲ। ਠੀਕ ਹੈ, ਸਤਿ ਸ੍ਰੀ ਅਕਾਲ। ਸਕੂਲ ਦੇ ਵਿੱਚ ਇੱਕ ਬਜ਼ੁਰਗ ਅਮਰਧਾਰੀ ਦਾ ਜਿਹੜਾ ਹਾਲ ਹੋਇਆ ਸੀ ਉਹ ਵੀ ਆਪਾਂ ਨੂੰ ਪਤਾ ਹੀ ਹੈ। ਜਦ ਲੋਕ ਬਾਗੀ ਹੁੰਦੇ ਆ ਫਿਰ ਉਹ ਗੱਲ ਨੂੰ ਚਿੰਬੜਦੇ ਆ। ਸੱਚ ਦੀ ਗੱਲ ਇਹ ਜਿਵੇਂ ਗੱਲ ਸੁਰਿੰਦਰ ਹੋਣੀ ਬਈ ਕੈਪਟਨ ਬਣ ਗਿਆ, ਬਾਦਲ ਹੋਣੀ 5 ਵਾਰ ਬਣ ਗਏ ਤੇ ਵਿੱਚੇ ਹਰਜਨ ਬਰਾੜ ਬਣ ਗਿਆ, ਬੈਂਸ ਸਿੰਘ ਬਣ ਗਿਆ, ਤੇ ਸਾਨੂੰ ਇੱਥੇ ਬਾਹਰਲਿਆਂ ਨੂੰ ਉਹਨੇ ਕੀ ਇਫੈਕਟ ਕਰਦਾ। ਇਸ ਤਰ੍ਹਾਂ ਜੇ ਲੱਖਾ ਵੀ ਬਣ ਜਾਵੇ ਤਾਂ ਕਿਹੜੀ ਚੰਗੀ ਗੱਲ ਆ, ਬਾਕੀ ਵੀ ਬਣੇ ਹੀ ਨੇ। ਤੋ ਆਪਾਂ ਨੂੰ ਇਸ ਗੱਲ ਤੋਂ ਨਿੱਜੀ ਤੌਰ ਤੇ ਨਹੀਂ ਲੈਣਾ ਚਾਹੀਦਾ, ਸਾਨੂੰ ਉਸ ਨੂੰ ਇਹ ਦੇਖਣਾ ਚਾਹੀਦਾ ਵੀ ਅਸੀਂ ਉਸ ਭਲੇ ਦੇ ਲਈ ਉਸ ਜਗ੍ਹਾ 'ਚ ਕੀ ਕਰ ਸਕਦੇ। ਅਲੀ ਤਾਂ ਗੱਲ ਉਈਓ ਹੀ ਹੋਣਾ ਚਾਹੀਦਾ ਵੀ ਜੇ ਜਾਣਾ ਹੀ 5-4 ਸਾਲ ਬਾਅਦ ਆ ਤੇ ਬਹਿ ਕੇ ਚੰਡੀਗੜ੍ਹ ਮਿਨਿਸਟਰਾਂ ਨਾਲ ਫੋਟੋਆਂ ਖਿਚਾ ਕੇ ਘਰ ਨੂੰ ਇੱਥੇ ਨੂੰ ਆ ਜਾਣਾ, ਉਹਨੂੰ ਕੀ ਪਤਾ ਪਿੰਡ ਕੀ ਕਿੱਥੇ ਵੱਸਦਾ। ਤਾਂ ਲੋਕਾਂ 'ਚ ਬੈਠੋਗੇ, ਲੋਕਾਂ ਦਾ ਦਰਦ ਸੁਣੋਗੇ, 4 ਪੈਸੇ ਖਰਚੋਗੇ ਉਹਨਾਂ ਤੇ, ਫਿਰ ਉਹਨਾਂ ਨੂੰ ਤੁਸੀਂ ਕੁਝ ਕਹਿਣ ਜੋਗੇ ਵੀ। ਜਾਂ ਉੱਥੇ ਤਾਂ ਜਾਣਾ ਹੀ ਨਹੀਂ, ਉੱਥੇ ਦਾ ਮੁਸ਼ਕ ਆਉਂਦਾ, ਉੱਥੇ ਦਾ ਕਾਲਰ ਢਿੱਲੇ ਹੁੰਦੇ ਨੇ ਫਿਰ ਪੈਂਟ ਆਪਣੇ ਸ਼ਰਟ ਦੇ। ਸੋ ਮੇਰੇ ਕਹਿਣ ਦਾ ਮਤਲਬ ਇਹ ਆ, ਉਹ ਪੰਜਾਬ ਜਿਹੜਾ ਹੈ ਉਹ ਸਾਡੇ ਤੋਂ ਬਹੁਤ ਸਿਆਣਾ ਹੈ। ਸੰਘਰਸ਼ ਦੀ ਵੀ ਗੱਲ, ਉਹ 78 ਤੋਂ 95 ਜਿਹੜੇ ਜਿਨ੍ਹਾਂ ਨੇ ਸਿਰਾਂ ਹੱਥ ਤੇ ਰੱਖ ਕੇ ਹਥੇਲੀ ਤੇ ਤੁਰੇ, ਉਹਨਾਂ ਨੇ ਭੋਗ ਲਿਆ। ਉਹਦਾ ਵੀ ਕਈ ਵਾਰ ਸਾਨੂੰ ਬਹੁਤ ਔਖਾ ਹੁੰਦਾ, ਉਹ ਕਿਉਂ ਹੋਇਆ। ਜਿਨ੍ਹਾਂ ਨੇ ਕੀਤਾ ਉਹਨਾਂ ਨੇ ਭੋਗ ਲਿਆ। ਅਸੀਂ ਕੀ ਕਰਨਾ ਮੈਨੂੰ ਦੱਸੋ। ਸਾਡੇ ਯਾਰ ਸੀ, ਸਾਡੇ ਤਾਂ ਚੁੰਡੀ ਨਹੀਂ ਵੱਢ ਹੋਈ, ਯਾਰਾਂ ਨੂੰ ਅਸੀਂ ਕੀ ਕਰਨਾ ਫਿਰ। ਮੇਰੇ ਕਹਿਣ ਦਾ ਮਤਲਬ ਇਹ ਆ, ਸਾਨੂੰ ਇੱਥੇ ਬੈਠਿਆਂ ਨੂੰ ਦਰਦ ਪੰਜਾਬ ਦਾ ਚਾਹੀਦਾ, ਨਾ ਕਿ ਪੰਜਾਬ ਦੇ ਵਿੱਚ ਕੌਣ ਰਾਜ ਕਰਦਾ ਉਹਦਾ ਦਰਦ ਚਾਹੀਦਾ। ਕਿਉਂਕਿ ਰਾਜ ਤਾਂ ਉਹ ਲੋਕਾਂ ਨੇ ਵੋਟਾਂ ਪਾ ਕੇ ਚੁਣਨਾ ਹੈ। ਉਸ ਸਮੇਂ ਇਹ ਬੜਾ ਪੈਂਤ ਦਾ ਹੁੰਦਾ। ਇੱਕ ਜੇ ਕੋਈ ਧੱਕਾ ਕਰਦਾ ਹੋਵੇ, ਜਦ ਉਹਨੂੰ ਧੱਕੇ ਕਰਨ ਦੀ ਗੱਲ ਕਾਲਰ ਕਹਿ ਦੇਣਾ, ਆ ਕੇ ਉਹ ਕਹਿੰਦੇ ਜੀ ਵੋਟਾਂ ਨਾਲ ਬਣੇ ਨੇ, ਉਹ ਸਾਨੂੰ ਕੀ ਹੱਕ ਹੈ। ਇਹੋ ਜਿਹੀਆਂ ਵੋਟਾਂ ਨਾਲ ਫਿਰ ਲੱਖਾ ਬਣੂ ਜੇ ਬਣੂਗਾ। ਸਾਡੇ ਇਤਿਹਾਸ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਧਾਰਮਿਕ ਦਸ਼ਾ ਜਿਹੜੀ ਸੀ ਉਹਦੀ ਗੱਲ ਅੱਜ ਸ਼ੁਰੂ ਕਰਦੇ ਹਾਂ। ਕਹਿੰਦੇ ਉਸ ਸਮੇਂ ਹਾਲਾਤ ਇਹੋ ਜਿਹੇ ਸੀ, ਸਭ ਧਰਮਾਂ ਦੇ ਬੰਦੇ ਹੀ ਜਾਂ ਕੋਈ ਹੰਕਾਰ ਗਿਆ ਸੀ, ਜਾਂ ਜਮਾ ਹੀ ਨਿੱਗਰ ਗਏ ਸੀ, ਜਾਂ ਆਪਸ ਵਿੱਚ ਲੜਦੇ ਸੀ। ਵੱਡੇ ਧਰਮ ਮੁਸਲਮਾਨ ਤੇ ਹਿੰਦੂ ਸੀ, ਤੇ ਫਿਲਾਸਫੀ ਜਿਹੜੀ ਫੋਕੀ ਉਹ ਤੇ ਜ਼ੋਰ ਦਿੱਤਾ ਜਾਂਦਾ। ਹਿੰਦੂ ਮੁਸਲਮਾਨ ਸ਼ਰ੍ਹਾ ਤੇ ਬੰਦਿਸ਼ ਤੇ, ਮੁਸਲਮਾਨ ਸ਼ਰ੍ਹਾ ਦਾ ਪੁਜਾਰੀ, ਹਿੰਦੂ ਅਨੇਕ ਦੇਵੀ ਦੇਵਤਿਆਂ ਦਾ ਪੁਜਾਰੀ। ਮੁਸਲਮਾਨ ਇਕੱਠੇ ਨਮਾਜ਼ ਪੜ੍ਹਦੇ, ਹਿੰਦੂ ਨਿਜ ਭਗਤੀ ਕਰਦੇ। ਹਿੰਦੂ ਪੂਰਬ ਵੱਲ ਮੂੰਹ ਕਰਦੇ, ਮੁਸਲਮਾਨ ਪੱਛਮ ਵੱਲ। ਮੁਸਲਮਾਨ ਗੋਸ਼ਤ ਖੋਰ, ਹਿੰਦੂ ਵੈਸ਼ਨੂ। ਹਿੰਦੂ ਖੁਸ਼ੀ ਮਨਾਉਂਦੇ, ਲక్ష్ਮੀ ਪੂਜਾ ਕਰਦੇ, ਮੁਸਲਮਾਨ ਬੱਕਰੇ ਮਾਰ ਕੇ ਈਦ ਮਨਾਉਂਦੇ।
ਹਿੰਦੂ ਕਹਿੰਦਾ ਸ਼ਾਂਤੀ ਸ਼ਾਂਤੀ, ਮੁਸਲਮਾਨ ਜਹਾਦ ਦਾ ਨਾਰਾ ਲਾਉਂਦਾ। ਤੇ ਇੱਕ ਦੂਜੇ ਨੂੰ ਮੁਸਲਮਾਨ ਹਿੰਦੂ ਧਰਮ ਨੂੰ ਕਾਫਰ ਕਹਿੰਦਾ ਤੇ ਹਿੰਦੂ ਉਸ ਨੂੰ ਮਲੇਸ਼ ਕਹਿੰਦਾ। ਚਾਰ ਜਾਤੀਆਂ ਪੱਕੀਆਂ ਹੋ ਗਈਆਂ ਹਿੰਦੂ ਧਰਮ 'ਚ, ਮੁਸਲਮਾਨਾਂ ਦੇ ਚਾਰ ਫਿਰਕੇ ਬਣ ਗਏ। ਹਿੰਦੂ ਆਪਣੀ ਰਹੁ ਰੀਤਾਂ ਦੇ ਨਾਲ ਸਲਾਉਂਦਾ, ਮੁਸਲਮਾਨ ਆਪਣੀ ਸਰਾਂ ਨੂੰ। ਤੇ ਭਾਈ ਗੁਰਦਾਸ ਜੀ ਨੇ ਸਾਰੀ ਅਵਸਥਾ ਨੂੰ ਜਿਹੜਾ ਲਿਖਿਆ, ਉਹ ਕਹਿੰਦੇ ਚਾਰੇ ਵਰਨ ਚਾਰੇ ਮਜ਼ਹਬਾਂ ਜਗ ਵਿੱਚ ਹਿੰਦੂ ਮੁਸਲਮਾਨੇ, ਖੁਦੀ ਬਖੀਲੀ ਤਕੱਬਰੀ ਖਿੱਚੋ ਤਾਣ ਕਰਨ ਧਿਆਣੇ ਢਿੰਗਾਣੇ, ਗੰਗ ਬਨਾਰਸ ਹਿੰਦੂ ਆ ਮੱਕਾ ਕਾਬਾ ਮੁਸਲਮਾਨੇ, ਸੁਨਤ ਮੁਸਲਮਾਨ ਦੀ ਤਿਲਕ ਜੰਜੂ ਹਿੰਦੂ ਲਵਾਣੇ, ਰਾਮ ਰਹੀਮ ਕਹਾਏ ਦੇ ਇੱਕ ਨਾਮ ਦੋਹੇ ਰਾਹ ਲਵਾਣੇ, ਵੇਦ ਕਤੇ ਭੁਲਾਏ ਕੇ ਮੋਹੋ ਲਾਲਚ ਦੁਨੀ ਸੰਤਾਨੇ, ਸੱਚ ਕਿਨਾਰੇ ਰਹਿ ਗਿਆ ਖੈ ਮਰਦੇ ਬਾਹਮਣ ਮੌਲਾਣੇ, ਸਿਰੋਂ ਨਾ ਮਿੱਟੇ ਆਵਣ ਜਾਣ। ਸਾਹਿਬ ਦੇ ਗੁਰੂ ਨਾਨਕ ਪਾਤਸ਼ਾਹ ਸਮੇਂ ਧਾਰਮਿਕ ਦਸ਼ਾ ਦਾ ਵਰਣਨ ਬਹੁਤ ਸੁੰਦਰ ਸ਼ਬਦ ਕੀਤਾ। ਉਹ ਕਹਿੰਦੇ ਧਰਮ ਤਿੰਨ ਲੋਕਾਂ ਦੇ ਹੱਥ, ਇੱਕ ਕਾਜੀ, ਦੂਜਾ ਬਾਹਮਣ, ਤੀਜੇ ਜੋ। ਤਿੰਨੇ ਆਪਣੇ ਆਪਣੇ ਧਰਮ ਨੂੰ ਛੱਡ ਕੇ ਧਰਮ ਦੀ ਤਬਾਹੀ ਤੇ ਲੱਗੇ ਹੋਏ। ਬਾਦਸ਼ਾਹ ਹਕੂਮਤ ਦੇ ਨਸ਼ੇ 'ਚ ਆਥਣੇ ਕਿਤਾਬਾਂ ਤੇ ਕੁਰਾਨਾਂ ਦੀ ਜ਼ਬਰਦਸਤੀ ਪ੍ਰਚਾਰ ਕਰਦਾ। ਪੰਡਤ ਤੇ ਪੰਡਤ ਦੀਆਂ ਪੁਰਾਣ ਅਤੇ ਧਾਰਮਿਕ ਪੁਸਤਕਾਂ ਦੀ ਥਾਂ ਥਾਂ ਬੇਇੱਜ਼ਤੀ ਹੋ ਰਹੀ ਸੀ। ਸਖਤੀ ਤੇ ਜ਼ਬਰ ਦੀ ਗੱਲ ਸੀ ਤੇ ਦੂਜੀਆਂ ਕੌਮਾਂ ਦੇ ਧਾਰਮਿਕ ਵਿਸ਼ਵਾਸ, ਜਜ਼ਬਾ, ਰਹੁ ਰੀਤਾਂ, ਧੱਕਾ ਜ਼ੋਰ ਨਾਲੋਂ ਧਿੰਗਾਣੇ ਨਾਲ ਦਬਾਉਣਾ ਹੀ ਵਕਤ ਦੀ ਆਵਾਜ਼ ਬਣ ਗਿਆ। ਕਾਜੀ ਦਾ ਕੰਮ ਸੀ ਇਨਸਾਫ ਕਰਨ ਦਾ, ਬਾਦਸ਼ਾਹ ਜਾਂ ਹੁਕਮਰਾਨ ਨੂੰ ਕਲਾਮ ਦਾ ਰਸਤਾ ਦੱਸ ਕੇ ਔਕੜਾਂ ਤੇ ਹੱਲ ਕਰਨ, ਇੱਕ ਨਮੂਨੇ ਦਾ ਇਨਸਾਨ ਬਣ ਕੇ ਸੰਸਾਰ 'ਚ ਵਿਚਰਨਾ। ਪਰ ਉਹ ਇਹਦੇ ਤੋਂ ਉਲਟ ਹੋ ਗਿਆ, ਵੱਡੀ ਲੈ ਕੇ ਝੂਠ ਬੋਲਣੇ, ਫੈਸਲੇ ਕਰਨੇ ਤੇ ਰੱਬੁਲ ਆਲਮੀਨ ਨੂੰ ਪੱਛਮ 'ਚ ਲੁਕਿਆ ਬੈਠਾ ਦੱਸ ਕੇ ਲੋਕਾਂ ਨੂੰ ਭਰਮਾਉਣਾ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਇਸ ਸਮੇਂ ਧੱਕੇ ਜ਼ੋਰ ਨਾਲ ਝਗੜੇ ਵਧਾਉਣ ਵਾਲਾ ਇਸਲਾਮੀ ਕਾਨੂੰਨ ਹੀ ਫੈਸਲੇ ਕਰਨ ਵਾਲਾ ਬਣਿਆ ਹੋਇਆ ਸੀ ਤੇ ਇਨਸਾਫ ਕਰਨ ਵਾਲਾ ਕਾਜ਼ੀ ਕਾਲਾ ਧਨ ਲੈਣ ਵਾਲੇ ਵੱਡੀ ਖੋਰਾਂ ਹੋ ਗਿਆ ਸੀ। ਸੋ ਜਿਹੜਾ ਉਸ ਸਮੇਂ ਦੀ ਧਾਰਮਿਕ ਦਿਸ਼ਾ ਸੀ ਉਹ ਬਹੁਤ ਮਾੜੀ ਸੀ। ਜੇਤੂ ਹੋਣ ਦੇ ਨਾਤੇ ਗੁਆਂਢੀ ਧਰਮਾਂ ਤੇ ਅਤਿਆਚਾਰ ਕਰਨ ਵਾਲਾ ਸੁਭਾਅ, ਫਿਰੋਜ਼ ਤੁਗਲਕ ਦਾ ਭਗਤ ਨਾਮਦੇਵ ਜੀ ਨੂੰ ਹਾਥੀ ਥੱਲੇ ਸੁੱਟਣਾ, ਸਿਕੰਦਰ ਲੋਧੀ ਦਾ ਭਗਤ ਕਬੀਰ ਜੀ ਨੂੰ ਗੰਗਾ ਜੂਦੇ ਸੁੱਟਣ ਦਾ ਫਰਮਾਨ, ਬੋਧਨ ਬ੍ਰਾਹਮਣ ਨੂੰ ਨਰੋਲ ਇੰਨਾ ਕਹਿਣ ਤੇ ਕਿ ਹਿੰਦੂ ਵੀ ਚੰਗਾ ਮੁਸਲਮਾਨ ਵੀ ਅੱਛਾ ਸਿਰ ਲਾਉਣ ਦਾ ਹੁਕਮ, ਤੇ ਮੰਦਰ ਗਰਾਉਣੇ ਜ਼ਬਰ ਨਾਲ ਇਸਲਾਮ ਦੇ ਦਾਇਰੇ 'ਚ ਲਿਆਉਣਾ ਤਾਂ ਨਿੱਤ ਦੇ ਕਰਮ ਸੀ। ਸਿਕੰਦਰ ਲੋਧੀ ਆਪਣੇ ਆਪ ਨੂੰ ਕਲਾਉਂਦਾ ਬੁੱਤ ਸ਼ਿਕਨ ਸੀ। ਗੁਰੂ ਨਾਨਕ ਜੀ ਗੌੜੀ ਰਾਗ 'ਚ ਫਰਮਾਉਂਦੇ ਨੇ, ਕਹਿੰਦੇ ਕਾਂਦੀ ਕੂੜ ਬੋਲ ਮਲ ਖਾਏ। ਕਾਜੀ ਨੂੰ ਜਿਹੜੀ ਉਹ ਗੱਲ ਕਹੀ। ਬ੍ਰਾਹਮਣ ਦਾ ਉਸ ਸਮੇਂ ਕਿਹੋ ਜਿਹੀ ਦਸ਼ਾ ਸੀ? ਬ੍ਰਾਹਮਣ ਦਾ ਕੰਮ ਧਰਮ ਕਰਮ ਤੇ ਸ਼ਸਤਰ ਨੂੰ ਘੋਖਣ ਦੇ ਬਾਅਦ ਜੀਵਨ ਜਾਂਚ ਦੱਸਣ ਦਾ ਸੀ, ਪਰ ਉਹ ਲੋਭ ਬਸ ਤੇ ਡਰ ਬਸ ਹੋ ਕੇ ਧਰਮ ਭੁਲਾ ਬੈਠਾ। ਡਾਕਟਰ ਗੋਕਲ ਚੰਦ ਕਹਿੰਦੇ ਨੇ ਉਸ ਦਾ ਕਰਮ ਤਾਂ ਇਹ ਸੀ ਕਿ ਭੇਡਾਂ ਦੇ ਚੰਗੇ ਰਾਖੇ ਦੀ ਤਰ੍ਹਾਂ ਭੇਡਾਂ ਦੀ ਰਖਵਾਲੀ ਕਰੇ, ਪਰ ਉਹ ਇੱਕ ਰਾਖੇ ਵਾਲਾ ਕੰਮ ਸਾਲ ਦੇ ਸਾਲ ਭੇਡਾਂ ਵੀ ਮੁੱਲ ਲੈਂਦਾ ਤੇ ਭੁੱਖੀਆਂ ਆਤਮਾਵਾਂ ਤੇ ਆਤਮਿਕ ਸ਼ਾਂਤੀ ਦੀ ਮੰਗ ਕਰਦੀਆਂ ਸਨ। ਉਹ ਨਿੱਜੀ ਆਪਣੇ ਆਪ ਨੂੰ ਸਰਸ਼ਾਰ ਬਾਹਲਾ ਕਰਦਾ। ਜਾਤ ਪਾਤ ਦੀ ਪਕੜ, ਛੂਤ ਛਾਤ ਦਾ ਧਰਮ ਪਰ ਤੇ ਮੇਲ ਜੋਲ ਤੇ ਪਾਬੰਦੀ, ਵਹਿਮਾਂ ਤੇ ਅੰਧ ਵਿਸ਼ਵਾਸਾਂ ਦਾ ਪਸਾਰ, ਕਰਮਕਾਂਡ ਦੀ ਗੱਲ, ਪ੍ਰੋਹਤ ਸ਼੍ਰੇਣੀ ਦੀ ਮੂਰਖਤਾ, ਉਹਨਾਂ 'ਚ ਕੁਝ ਕੁ ਰੁਚੀਆਂ ਸੀ। ਤੇ ਬ੍ਰਾਹਮਣ ਧਰਮ ਦੇ ਤੱਤ ਦੀ ਥਾਂ ਕਰਮ ਤੇ ਉਪਾਸਨਾ ਉੱਤੇ ਜ਼ੋਰ ਦੇ ਰਿਹਾ। ਗਿਆਨ ਵੱਲ ਉਸਦੀ ਰੁਚੀ ਨਹੀਂ ਸੀ। ਗੁਰੂ ਅਮਰਦਾਸ ਜੀ ਨੇ ਗਿਲਾ ਵੀ ਕੀਤਾ ਸੀ, ਵੇਦ ਮਹਿ ਨਾਮ ਉੱਤਮ ਸੋ ਸੁਣੇ ਨਾਹੀਂ ਫਿਰੇ ਜਿਉਂ ਬੇਤਾਲਿਆ। ਜ਼ਿੰਦਗੀ ਬੇਤਾਲ ਹੋ ਕੇ ਜਦ ਗੁਜ਼ਰ ਰਹੀ ਦੂਜਿਆਂ ਦੀ ਉਖਾੜ ਰਿਹਾ ਸੀ। ਬ੍ਰਾਹਮਣ ਇਸੇ ਲਈ ਸਾਰਾ ਜ਼ੋਰ ਹੀ ਖੱਟ ਦਰਸ਼ਨ ਤੇ ਦਿੰਦਾ, ਖੱਟ ਦਰਸ਼ਨ ਵਾਸਤੇ ਵਰਤਾਰਾ। ਬ੍ਰਾਹਮਣ ਨੇ ਧਰਮ ਦ੍ਰਿੜ ਦੇ ਨਾਲ ਨਿਭਾਉਣ ਤੇ ਮਨੁੱਖ ਨੂੰ ਸੰਧਿਆ ਪੂਜਾ ਤੇ ਮਹਾਯੋਗ ਇਹਨਾਂ ਦੇ ਚੱਕਰਾਂ ਦੇ ਵਿੱਚ ਪਾ ਕੇ ਇਸ ਤਰ੍ਹਾਂ ਜੀਵ ਦੀ ਇੱਕ ਪੂਜਾ ਛੱਡ ਗ੍ਰਹਿ 10 ਦੀਪ ਕਾਲ ਸੂਰਜ ਗਣੇਸ਼ ਵਿਸ਼ਨੂੰ ਸ਼ਿਵ ਤੇ ਸ਼ਕਤੀ ਦੀ ਪੂਜਾ ਜੁਟ ਗਏ। ਇਹੀ ਕਾਰਨ ਸੀ ਕਿ ਇਸ 'ਚ ਵੰਡੀਆਂ ਪੈ ਗਈਆਂ। ਪ੍ਰਭੂ ਭਗਤੀ ਦੀ ਥਾਂ ਅਵਤਾਰ ਪੂਜਾ ਨੇ ਲੈ ਲਈ। ਬ੍ਰਹਮ ਯੱਗ, ਪਿਤਰੀ ਯੱਗ, ਦੇਵ ਯੱਗ, ਭੂਤ ਯੱਗ, ਅਤਿਥੀ ਯੱਗ ਤੋਂ ਬਗੈਰ ਜੀਵਨ ਅਧੂਰਾ ਜਿਹੜਾ ਲੱਗਦਾ ਸੀ। ਤੇ ਇਸ ਦੇ ਸਮੇਂ ਗਰਭ ਦਾਨ, ਜਾਤ, ਨਾਮ ਵੇਦ, ਕਰਨ ਛੇਦ, ਉਪਨੈਣ, ਵਿਆਹ, ਸ਼ਰਾਧ ਉਹਦੇ ਬੜੇ ਕੰਮ ਸੀ। ਤੇ ਵਰਤਾਂ ਦੀ ਗੱਲ ਹੁੰਦੀ, ਗ੍ਰਹਿਾਂ ਦੀ ਪੂਜਾ ਦੀ ਗੱਲ ਹੁੰਦੀ। ਤੇ ਗੁਰੂ ਨਾਨਕ ਪਾਤਸ਼ਾਹ ਇਸ ਗੱਲ ਨੂੰ ਕਹਿੰਦੇ ਕਿ ਧਰਮ ਕਰਮ ਦੀ ਗੱਲ ਤੋਂ ਜਦ ਅਸੀਂ ਸਿਰਫ ਕਰਮ ਕਾਂਡਾਂ 'ਚ ਜੁੜ ਗਏ ਤਾਂ
ਧਰਮ ਜਿਹੜਾ ਉਹ ਉੱਡ ਖਲੋਇਆ। ਜੋਗੀ ਸੀ ਤੀਜੇ ਨੰਬਰ ਤੇ। ਉਹ ਇਹਨਾਂ ਨੂੰ ਕੁਝ ਸਮਝ ਆ ਗਈ ਸੀ ਕਿ ਵੀ ਸੰਸਾਰ ਸੁਪਨਾ ਮਾਇਆ। ਉਹ ਗੱਲ ਸਮਝਾਉਣੀ ਸੀ। ਜੋਗੀ ਆਪ ਛੱਡ ਕੇ ਜੰਗਲਾਂ ਤੇ ਕੁੰਦਰਾਂ ਚਲੇ ਗਏ। ਉਹ ਕਹਿੰਦੇ ਛੱਡੋ, ਇਹਦਾ ਰਹਿਣ ਦਾ ਹੀ ਨਹੀਂ ਖੈਰ। ਗੁਰੂ ਸਾਹਿਬ ਕਹਿੰਦੇ ਨੇ ਜਤੀ ਸਦਾਵੇ ਜੁਗਤ ਨਾ ਜਾਣੇ, ਛੱਡ ਬੈਠੇ ਘਰ ਬਾਹਰ। ਇਹ ਆਗੂ ਰਹਿਤ ਸੰਨਿਆਸੀਆਂ ਦੇ 10 ਤੇ ਜੋਗੀਆਂ ਦੇ 12 ਰਸਤੇ ਬਣ ਗਏ। ਗੁਰੂ ਨਾਨਕ ਪਾਤਸ਼ਾਹ ਨੇ ਇਸ ਖਿੱਚੋਤਾਣ ਦਾ ਜ਼ਿਕਰ ਰਾਮਕਲੀ ਰਾਗ 'ਚ ਵੀ ਕੀਤਾ, ਜਿਹਦੇ 'ਚ ਉਹਨਾਂ ਨੇ ਬਾਹਰ ਮੈਂ ਜੋਗੀ ਪਰਮਾਇਆ ਸੰਨਿਆਸੀ ਛਿਆਚਾਰ ਹਿੰਦੁਸਤਾਨ 'ਚੋਂ ਕਹਿੰਦਾ ਫਿਰਦੇ ਸੀ। ਹਿਰਥਾ, ਝੋਲੀ, ਡੰਡਾ, ਬੌੜੀ, ਭੂਤੀ, ਧੂਣੀ, ਤਾੜੀ, ਮੁੰਦਰਾਂ ਦੇ ਭੇਖ 'ਚ ਸਾਰੇ ਫਿਰਦੇ ਸੀ। 84 ਆਸਨਾਂ ਦੇ ਉਸਤਾਦ, ਆਤਮਿਕ ਬਲ ਦੀ ਕੋਈ ਸੂਝ ਨਹੀਂ, ਲੰਗੋਟੀ ਦਾ ਧਾਰਨੀ, ਨਿਉਲੀ ਕਰਮ ਕਰਨ ਵਾਲਾ, ਮੋਨੀ, ਅਵਧੂਤ, ਭਗੌਤੀ, ਦੁੱਧਾ ਧਾਰੀ, ਜੰਗਮ, ਦਿਗੰਬਮ, ਕੰਨ ਪਾਟੇ, ਸੁੱਧ ਸਮਾਜ 'ਚ ਲੀਨ, ਬਣ ਖੰਡ 'ਚ ਵਿਚਰਦੇ, ਤੰਦ ਮੂਲ ਖਾਂਦੇ। ਬਸ ਉਹ ਕਹਿੰਦੇ ਪਹਾੜ ਜਾਂ ਥੱਲੇ ਨੂੰ ਨਹੀਂ ਜਾਣਾ। ਬਸ ਇਹ ਵੀ ਸਾਰਾ ਕੁਝ ਛੱਡ ਕੇ ਚੜ ਗਏ ਪਹਾੜੀ। ਤੇ ਉਹ ਕਹਿੰਦੇ ਜੋਗੀ ਤਾਂ ਗ੍ਰਸਤੀਆਂ ਤੋਂ ਵੀ ਮੰਦੇ ਸੀ। ਜਵਾਕ ਜੰਮ ਕੇ ਛੱਡ ਕੇ ਆਪ ਚੜ ਗਏ ਉੱਪਰ ਪਹਾੜ। ਗੋਕਲ ਚੰਦ ਨਾਰੰਗੀ ਇੱਥੇ ਵੀ ਲਿਖਦੇ ਨੇ ਵੀ ਜਿਹੜੇ ਮੁਸਲਮਾਨ ਹੋਣ ਤੋਂ ਵੱਧ ਗਏ ਉਹਨਾਂ ਧਰਮ ਨਿਰੋਲ ਵਹਿਮਾਂ ਦਾ ਧਰਮ ਸੀ, ਖਾਸ ਹੀ ਰਸਮਾਂ ਸੀ। ਦੌਲਤ ਰਾਏ ਵੀ ਲਿਖਦੇ ਨੇ ਕਿ ਇੱਕ ਗਣੇਸ਼ ਦਾ ਪੁਜਾਰੀ ਬਣ ਗਿਆ, ਦੂਸਰਾ ਸੂਰਜ ਦਾ, ਤੀਸਰਾ ਸ਼ਿਵ ਦਾ, ਚੌਥਾ ਵਿਸ਼ਨੂੰ ਦਾ, ਪੰਜਵਾਂ ਰਾਮ ਦਾ, ਛਠਾ ਕ੍ਰਿਸ਼ਨ ਦਾ, ਸੱਤਵਾਂ ਹਨੂਮਾਨ ਦਾ, 8ਵਾਂ ਬ੍ਰਹਮ ਦਾ, 9ਵਾਂ ਲక్ష్మణ ਦਾ, 10ਵਾਂ ਸ਼ੰਕਰਾਚਾਰੀ ਦਾ, 11ਵਾਂ ਵਿਦਾਂਤੀ ਬਣ ਗਿਆ, 12ਵਾਂ ਕਰਮਕੰਡੀ ਹੋ ਗਿਆ। ਤੇ ਆਪਸ ਵਿੱਚ ਵਿਰੋਧ ਤੇ ਮੁਲਕ ਦੀ ਜ਼ਬਾਨ ਇੱਕ, ਧਰਮ ਪੁਸਤਕਾਂ ਅਲੱਗ-ਅਲੱਗ। ਤੇ ਤਿਲਕ ਦੀ ਸ਼ਕਲ ਕਿਹੋ ਜਿਹੀ ਹੋਣੀ ਚਾਹੀਦੀ ਹੈ, ਰੁਦਰਾਕਸ਼ ਕਿਹੋ ਜਿਹੀ ਹੋਣੀ ਚਾਹੀਦੀ ਹੈ, ਕਿੰਨੀ ਸੁਰਖ ਹੋਣੀ ਚਾਹੀਦੀ ਹੈ। ਉਹਨਾਂ ਨੇ ਹਿੰਦੀ 'ਚ ਦੌਲਤ ਰਾਏ ਨੇ ਬਹੁਤ ਲੰਬਾ ਲਿਖਿਆ ਵੀ ਗਮੀ ਦੇ ਵੇਲੇ ਕਿਹੜਾ ਕੱਪੜੇ ਪਾਉਣੇ ਨੇ, ਦੂਜੇ ਹਾਸੇ ਦੇ ਵੇਲੇ ਕਿਹੜੇ ਪਾਉਣੇ ਨੇ, ਸਭ ਕੁਝ ਉਹਨਾਂ ਨੇ ਇਹ ਸਮਾਂ ਲਿਖਿਆ ਵੀ ਸਮਾਂ ਇਹੋ ਜਿਹਾ ਸੀ। ਆਰਥਿਕ ਦਸ਼ਾ ਜਿਹੜੀ ਸੀ, ਆਰਥਿਕ ਦਸ਼ਾ ਬਹੁਤ ਔਖੀ ਸੀ। 2 ਹਿੱਸਿਆਂ 'ਚ ਦੁਨੀਆ ਵੰਡੀ ਸੀ, ਅਮੀਰ ਤੇ ਗਰੀਬ। ਦਰਮਿਆਨਾ ਤਬਕਾ ਹੈ ਹੀ ਨਹੀਂ ਸੀ। ਤੇ ਬਸਤੀਆਂ ਉੱਜੜ ਰਹੀਆਂ ਸੀ, ਬਸੋਂ ਘਟ ਰਹੀ ਸੀ। ਡੱਚ ਸੈਲਾਨੀ ਡਾਕਟਰ ਡੇ ਲੋਟ ਲਿਖਦਾ ਕਿ ਲਾਹੌਰ ਸ਼ਹਿਰ ਨਾਲੋਂ ਇੱਕ ਪਿੰਡ ਹੀ ਦਿਖਾਈ ਦਿੰਦਾ। ਸੜਕ ਕੋਈ ਸੁਰੱਖਿਅਤ ਨਹੀਂ ਸੀ। ਜਿੱਥੇ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਉਹ ਤਲਵੰਡੀ ਇੱਕ ਨੁਕਰੇ ਸੀ, ਜੰਗਲ ਬਰੂਟਾਂ ਝਾੜੀਆਂ ਨਾਲ ਘਿਰਿਆ ਸੀ। ਰਾਵੀ ਦੇ ਚਨਾਬ ਵਿਚਕਾਰ ਲੱਖਾਂ ਏਕੜ ਜ਼ਮੀਨ ਗੈਰ ਕਾਸ਼ਤ ਪਈ ਸੀ। ਹਿੰਦੂ ਅਮੀਰ, ਮੁਸਲਮਾਨ ਅਮੀਰ ਵਿਚਕਾਰ ਤੇ ਮੁਸਲਮਾਨ ਹਾਕਮ ਵਿੱਚ ਕੋਈ ਖਾਸ ਫਰਕ ਨਹੀਂ ਸੀ। ਕੋਈ ਭਾਗੋ ਲੋਕਾਂ ਦਾ ਖੂਨ ਚੀਸਦਾ, ਕੋਈ ਗਰੀਬ ਲਾਲੋ ਸੀ। ਕਿਰਤ ਵਾਲੇ ਲੋਕ ਸੀ ਬਸ। ਬਹੁਤੇ ਬਾਗ ਸਨ, ਜ਼ਮੀਨ ਤੋਂ ਰੋਟੀ ਦਾ ਨਿਰਵਾਹ ਕਰਦੇ। ਵੱਡੇ ਵੱਡੇ ਜ਼ਿਮੀਂਦਾਰ ਬਾਗਾਂ ਦਾ ਵਾਹਕ ਦਾ ਰਤੀ ਭਰ ਖਿਆਲ ਨਾ ਕਰਦੇ। ਕਈ ਹਿੰਦੂ ਤਜ਼ਾਰਤ ਕਰਦੇ। ਬਹੁਤਿਆਂ ਨੇ ਪਿੰਡਾਂ ਤੇ ਸ਼ਹਿਰਾਂ ਛੋਟੀਆਂ ਛੋਟੀਆਂ ਹੱਟੀਆਂ ਪਾਈਆਂ ਸੀ। ਕਈ ਸ਼ਾਹੂਕਾਰਾ ਵੀ ਕਰਦੇ। ਰਾਜਸੀ, ਧਾਰਮਿਕ, ਸਮਾਜਿਕ, ਆਤਮਿਕ ਦਸ਼ਾ ਜਿਹੜੀ ਹੈ ਉਹ ਬਹੁਤ ਅਲੱਗ ਦੀ ਸੀ। ਰਾਜਾ ਲੋਭੀ ਸੀ, ਚੌਕੀਦਾਰ ਕਰਮ ਦਾ ਸੀ, ਸਰਕਾਰੀ ਕੂੜ ਦਾ ਸੀ, ਜਨਤਾ ਅਗਿਆਨਤਾ ਦੇ ਹਨੇਰੇ 'ਚ ਫਸੀ ਸੀ। ਸੱਚ ਤੇ ਸਦਾਚਾਰ ਉੱਡ ਗਿਆ ਸੀ। ਧਰਮ ਦੇ ਠੇਕੇਦਾਰ ਧਰਮ ਨੂੰ ਵੇਚ ਖਾ ਰਹੇ ਸੀ। ਇਸਤਰੀ ਰੂਪ ਦਾ ਸ਼ਿੰਗਾਰ ਬਣ ਕੇ ਬੇਸਵਾ ਬਣੀ ਸੀ। ਗੱਲ ਕੀ ਹਰ ਗੱਲ 'ਚ ਕੂੜ ਪ੍ਰਧਾਨ ਸੀ। ਇਸ ਦਸ਼ਾ 'ਚ ਗੁਰੂ ਪਾਤਸ਼ਾਹ ਜਿਹੜੇ ਉਹ ਪ੍ਰਗਟ ਹੋਏ। ਦੱਖਣੀ ਹਿੰਦੁਸਤਾਨ ਦੇ ਵਿੱਚ ਜਿਹੜੀ ਸੁਧਾਰਕ ਲਹਿਰ ਸੀ, ਗੁਰੂ ਸਾਹਿਬ ਦੇ ਪ੍ਰਕਾਸ਼ ਤੇ ਗੁਰੂ ਸਾਹਿਬ ਦੇ ਜੀਵਨ ਦੀ ਗੱਲ ਕਰਨ ਤੋਂ ਪਹਿਲਾਂ ਇੱਕ ਸੁਧਾਰ ਲਹਿਰ ਜਿਹੜੀ ਦੱਖਣੀ ਹਿੰਦੁਸਤਾਨ 'ਚੋਂ ਉੱਠੀ ਤੇ ਇਹ ਤੇਜ਼ ਹੋ ਗਈ। ਇਹਦਾ ਮੋਢੀ ਪ੍ਰਸਿੱਧ ਫਿਲਾਸਫਰ ਸੁਧਾਰਕ ਸ਼ੰਕਰਾਚਾਰੀਆ ਹੀ ਆਖਿਆ ਜਾਂਦਾ ਸੀ। ਉਹਦਾ ਸਭ ਤੋਂ ਵੱਡਾ ਕਾਰਜ ਸੀ ਕਿ ਡਿੱਗਦੇ ਬੁੱਧ ਧਰਮ ਨੂੰ ਸਦਾ ਲਈ ਉਹਦੀ ਜਮਨ ਭੂਮੀ ਤੋਂ ਕੱਟਣਾ, ਜਿਹੜਾ ਬੁੱਧ ਧਰਮ ਦਾ ਉਜਾੜੇ ਦਾ ਕਾਰਨ ਸ਼ੁਰੂਆਤ ਜਿਹੜੀ ਸ਼ੰਕਰਾਚਾਰੀਆ ਨੇ ਵੱਡੀ ਜਿਹੜੀ ਲੜਾਈ ਲੜੀ। ਦੱਖਣ 'ਚ ਧਰਮ ਨਹੀਂ ਮੁੱਕਿਆ, ਬੁੱਧ ਧਰਮ ਸਾਰੇ ਹਿੰਦੁਸਤਾਨ 'ਚ ਨੌ ਨਿਸ਼ਾਨਾ ਰਹੇ। ਤੇ ਸ਼ੰਕਰਾਚਾਰੀਆ ਨੇ ਤੇ ਜ਼ੋਰ ਦਿੱਤਾ। ਤੇ ਰਾਧਾ ਕ੍ਰਿਸ਼ਨ ਡਾਕਟਰ ਕਹਿੰਦੇ ਨੇ ਕਿ ਆਦ ਅਦਵੈਤਵਾਦ ਹੋਣ ਕਰਕੇ ਬਹੁਤ ਚਾਨਣ ਦਾ ਅੰਧੇਰਾ ਸੀ। ਡਾਰਕ ਵਿਦ ਦਾ ਐਕਸੈਸ ਆਫ ਲਾਈਟ। ਜਨਤਾ ਅਨਪੜ੍ਹ ਸੀ। ਇਸਲਾਮ ਦੇ ਸੂਰਜ ਨੇ ਅਰਬ ਤੋਂ ਨਿਕਲਣ ਬਾਅਦ ਹਿੰਦੁਸਤਾਨ ਵੱਲ ਵੀ ਮੂੰਹ ਕੀਤਾ। ਤਜਾਰਤੀ ਬੇੜੇ ਲੈ ਕੇ ਅਰਬ ਲੋਕ ਸਮੁੰਦਰ ਦੇ ਪੱਛਮੀ ਕਿਨਾਰੇ ਵੈਸਟਰਨ ਕੋਸਟ ਵਾਲੇ ਪਾਸੇ ਉਤਰੇ। ਸਟਰਕ ਕਹਿੰਦਾ ਇਹ ਮੰਨੀ ਪ੍ਰਮੰਨੀ ਗੱਲ ਸੀ ਕਿ ਅਰਬ ਤਾਜਰਾਂ ਨੇ ਹਿੰਦੁਸਤਾਨ ਦੇ ਪੱਛਮੀ ਸਮੁੰਦਰੀ ਕਿਨਾਰੇ ਘਰ ਬਣਾਉਣੇ ਸ਼ੁਰੂ ਕੀਤੇ। ਤੇ ਇਹ ਗੱਲ ਸੀ ਵੀ ਫਲੈਗ ਫੋਲੋ ਟ੍ਰੇਡ, ਵਪਾਰ ਪਿੱਛੋਂ ਸਰਕਾਰ।
ਨਵਜੰਮੇ ਜਿਹੜਾ ਇਸਲਾਮ ਧਰਮ ਸੀ ਉਹਦਾ ਪ੍ਰਚਾਰ ਹੋਣ ਲੱਗਿਆ ਤੇ ਇਸਲਾਮ ਨੂੰ ਲੋਕ ਅਪਣਾਉਣ ਲੱਗ ਗਏ। ਮਸੂਦੀ ਨੇ ਜੋ ਹਿੰਦੁਸਤਾਨ ਦੇ ਵਿੱਚ 913 ਈਸਵੀ ਦੇ ਵਿੱਚ ਆਇਆ, ਸਿਮੇਰ ਜਿਹੜਾ ਉਹਦੇ 1000 ਦੇ ਵਿੱਚ ਸਿਮੇਰ ਦੇ ਵਿੱਚ ਉਹਨੇ 1000 ਮੁਸਲਮਾਨ ਵੇਖੇ ਤੇ ਇਹ ਜਿਉਂ-ਜਿਉਂ ਇੱਕ ਸੈਲਾਨੀ ਜਹਾਨ ਗੰਥਰ ਉਹਨੇ ਆਪਣੀ ਪੁਸਤਕ ਆ ਜਿਹੜੀ ਇਨਸਾਈਡ ਅਫਰੀਕਾ ਦੇ ਵਿੱਚ ਸਵਾਲ ਕਰਦੇ ਆ, ਉਸਨੇ ਵੀ ਦੱਸਿਆ ਵੀ ਅਫਰੀਕਾ 'ਚ ਮੁਸਲਮਾਨ ਬਹੁਤ ਗਿਣਤੀ ਸਨ। ਕਹਿੰਦਾ ਆਮ ਸੂਝ ਤੇ ਸ਼ੰਕੇ ਵਾਲਿਆਂ ਵਾਸਤੇ ਧਰਮ ਫਬਦ ਹੈ, ਇਹਦੇ ਕਰਕੇ ਜਿਹੜਾ ਅਫਰੀਕਾ ਦੇ ਵਿੱਚ ਧਰਮ ਜਿਹੜਾ ਬਹੁਤ ਜਿਹੜਾ ਫੈਲਣ ਲੱਗਾ। ਅੱਛਾ, ਜਿਹੜੀ ਉੱਤਰੀ ਹਿੰਦੁਸਤਾਨ ਦੇ ਵਿੱਚ ਸੁਧਾਰਕ ਲਹਿਰ ਚੱਲੀ, ਉਹਦੇ ਜਿਹੜੇ ਭਗਤ ਹੋਏ ਨੇ, ਭਗਤ ਰਾਮਾਨੰਦ ਹੈ ਜਿਹੜਾ, ਜਦ ਉਹ ਭਗਤੀ ਸਟੇਜ ਤੇ ਆਇਆ ਤਾਂ ਡਾਕਟਰ ਤਾਰਾ ਚੰਦ ਭਗਤ ਰਾਮਾਨੰਦ ਨੂੰ ਦੱਸਦਿਆ ਵੀ ਦੱਖਣ ਦੇ ਉੱਤਰ ਦੀ ਭਗਤੀ ਲਹਿਰ ਦੇ ਵਿਚਕਾਰ ਬਣਿਆ ਪੁਲ ਸੀ ਤੇ ਇਹ ਵੀ ਸ਼ੱਕ ਸੀ ਕਿ ਰਾਮਾਨੁਜ ਦੇ ਚੇਲੇ ਨੇ, ਪਰ ਮੁਖਾਲਫ ਇਹਦੇ ਵਿੱਚ ਲਿਖਦਾ ਰਾਮਾਨੰਦ ਦੇ ਧਾਰਮਿਕ ਅਸੂਲ ਬਹੁਤ ਹੱਦ ਤੱਕ ਰਾਮਾਨੁਜ ਨਾਲ ਹੀ ਮਿਲਦੇ ਸੀ। ਡਾਕਟਰ ਤਾਰਾ ਚੰਦ ਆਪਣੀ ਪੁਸਤਕ ਜਿਹੜੀ ਇਨਫਲੂਐਂਸ ਆਫ ਇਸਲਾਮ ਔਨ ਇੰਡੀਅਨ ਕਲਚਰ 'ਚ ਇਹ ਦੱਸਦੇ ਆ ਕਿ ਵੈਸ਼ਨਵ ਬਹੁਤ ਹੱਦ ਤੱਕ ਇਸਲਾਮ ਨਾਲ ਮਿਲਦਾ ਜੁਲਦਾ ਸੀ ਤੇ ਇਹਦੇ ਵਾਹਿਗੁਰੂ ਨੂੰ ਮੰਨਣ ਦਾ ਖਿਆਲ ਸ਼ੰਕਰਾਚਾਰੀਆ ਨੇ ਬਹੁਤ ਪਹਿਲਾਂ ਪ੍ਰਚਾਰਿਆ, ਪਰ ਜਿਉਂ-ਜਿਉਂ ਇਸਲਾਮ ਵੱਧਦਾ ਰਿਹਾ ਸ਼ੰਕਰਾਚਾਰੀਆ ਚੁੱਪ ਹੁੰਦਾ ਗਿਆ। ਰਾਮਾਨੰਦ ਤੋਂ ਦੇ ਮੋਟੇ ਅਸੂਲ ਜਿਹੜੇ ਸੀ ਉਹਦੇ ਵਿੱਚ ਆਪਣੀ ਉਹ ਸੰਪਰਦਾ ਦੇ ਵਿੱਚ ਹਰ ਜਾਤੀ ਤੇ ਮਨੁੱਖ ਨੂੰ ਸ਼ਾਮਲ ਕਰਦਾ, ਕਦੀ ਮੁਸਲਮਾਨ ਵੀ ਉਹਦੀ ਸੰਪਰਦਾ ਸ਼ਾਮਲ ਹੋਏ। ਬਾਹਰਲੇ ਭੇਖ ਦੀ ਨਿੰਦਿਆ ਉਹ ਕਰਦਾ, ਵਾਹਿਗੁਰੂ ਨੂੰ ਮਿਲਣ ਦਾ ਰਸਤਾ ਇੱਕ ਹੀ ਦੱਸਦਾ। ਰਾਮਾਨੰਦ ਤੋਂ ਬਾਅਦ ਭਗਤ ਕਬੀਰ ਜੀ ਜਿਹੜੇ ਹੋਏ ਨੇ ਉਹ ਵੀ ਰਾਮਾਨੰਦ ਦੇ ਉਪਦੇਸ਼ਾਂ ਤੋਂ ਅੱਗੇ ਉਸ ਨੂੰ ਹੀ ਫੋਲੋ ਕਰਕੇ ਚੱਲੇ। ਭਗਤ ਕਬੀਰ ਜੀ ਤੋਂ ਬਾਅਦ ਭਗਤ ਧੰਨਾ ਜੀ ਜਿਹੜੇ ਨੇ ਉਹ ਗੁਰੂ ਸਾਹਿਬ ਦੇ ਸਮੇਂ ਜਿਹੜਾ ਧਰਮ ਪ੍ਰਚਾਰ ਦੇ ਵੇਲੇ ਉਹਨੇ ਚੰਗੀ ਜ਼ਮੀਨ ਜਿਹੜੀ ਆਪਣਾ ਧਰਮ ਦੀ ਜਗ੍ਹਾ ਚੰਗੀ ਬਣਾਈ। ਧੰਨਾ ਜੀ ਰਾਜਪੂਤਾਨੇ ਵਿੱਚ ਡਟ ਕੇ ਉਹਨਾਂ ਨੇ ਪ੍ਰਚਾਰ ਕੀਤਾ ਤੇ ਉਹਦੇ ਕਿਰਤ ਵੱਲੋਂ ਜੱਟ ਸੀ। ਜਨਮ ਜਿਹੜਾ ਹੋਇਆ ਉਹਨਾਂ ਦਾ ਉਹ 1415 ਚ ਪਿੰਡ ਧੁਆਨ ਦੇ ਵਿੱਚ ਰਾਜਪੂਤਾਨੇ ਚ ਹੋਇਆ, ਰਾਜਸਥਾਨ ਦੇ ਵਿੱਚ, ਤੇ ਸਿਰਫ ਉਹ 92 ਸਾਲ ਦੀ ਜਿਹੜੀ 92-95 ਸਾਲ ਦੀ ਉਮਰ ਭੋਗ ਕੇ ਜਿਹੜੇ ਉਹ ਪਿਆਰੇ ਹੋਏ ਰੱਬ ਨੂੰ। ਤੇ ਸਦਨਾ ਜੀ, ਭਗਤ ਸਦਨਾ ਜੀ ਦਾ ਸੇਵਾ ਸਿੰਧ ਦੇ ਵਿੱਚ ਇਹਨਾਂ ਦਾ ਵੀ ਜਨਮ ਹੋਇਆ। ਗੁਰੂ ਪਾਤਸ਼ਾਹ ਤੋਂ ਪਹਿਲਾਂ ਇਹ ਭਗਤ ਜਿਹੜੇ ਨੇ ਭਗਤ ਪਰਮਾਨੰਦ ਜੀ ਮਹਾਰਾਸ਼ਟਰ ਦੇ ਜਨਮ ਸੀ ਉਹਨਾਂ ਦਾ। ਭਗਤ ਬੇਣੀ ਜੀ ਮੱਧ ਪ੍ਰਦੇਸ਼ ਚ ਉਹਨਾਂ ਦਾ ਹੋਇਆ। ਇਹ ਉਹ ਲੋਕ ਨੇ ਜਿਹੜੇ ਗੁਰੂ ਸਾਹਿਬ ਦੇ ਸਮੇਂ ਤੋਂ ਪਹਿਲਾਂ ਮਤਲਬ ਜਿਨ੍ਹਾਂ ਨੇ ਧਰਮ ਦੇ ਵਿੱਚ ਸਮਾਜ ਸੁਧਾਰਕ ਲਹਿਰਾਂ ਦੇ ਵਿੱਚ, ਭਗਤ ਭੀਖਣ ਜੀ ਲਖਨਊ ਦੇ ਰਹਿਣ ਵਾਲੇ ਸੀ, ਭਗਤ ਸੂਰਦਾਸ ਜੀ ਜਿਨ੍ਹਾਂ ਨੂੰ ਹਿੰਦੀ ਗਗਨ ਦਾ ਸੂਰਜ ਕਿਹਾ ਜਾਂਦਾ, ਉਹ ਬੰਗਾਲ ਦਾ ਵੈਸ਼ਨਵ ਮਤ ਆ ਜਿਹੜਾ ਗੁਰੂ ਨਾਨਕ ਜੀ ਕਟਕ ਦੇ ਵਿੱਚ ਜਾਂ ਜਗਨਨਾਥਪੁਰੀ ਚ ਚੇਤਨ ਜੀ ਨਾਲ ਮਿਲੇ। ਚੇਤਨ ਗੁਰੂ ਨਾਨਕ ਜੀ ਦੇ ਸਮਕਾਲੀ ਸੀ। ਚੇਤਨ ਉਹਨਾਂ ਨੇ ਜਿਹੜਾ ਉਹਨਾਂ ਦਾ ਜਨਮ ਵੀ ਜਿਹੜਾ 1484 ਦੇ ਵਿੱਚ ਬੰਗਾਲ ਦੇ ਇੱਕ ਕਸਬੇ ਨਵਦੀਪ ਚ ਹੋਇਆ। ਪੁਰੀ ਚ ਉਹਨਾਂ ਦਾ ਦੇਹਾਂਤ ਹੋਇਆ, ਜਿਹੜਾ ਪੁਰੀ ਸਭ ਤੋਂ ਵੱਡੀ ਜਿਹੜੀ ਬੰਗਾਲ ਚ ਵੈਸ਼ਨਵ ਮਤ ਦੀ ਪੁਰੀ, ਉੜੀਸਾ ਦੇ ਵਿੱਚ ਸਭ ਤੋਂ ਵੱਡੀ ਪੁਰੀ ਜਿਹੜੀ ਜਗਨਨਾਥਪੁਰੀ ਹੈ। ਅੱਛਾ, ਇਹਦੇ ਨਾਲ ਹੀ ਭਗਤ ਜੈਦੇਵ ਜੀ, ਉਹ ਵੀ ਉਹਨਾਂ ਦਾ ਪੱਛਮੀ ਬੰਗਾਲ ਚ ਜਨਮ ਹੋਇਆ, ਤਾਂ ਪਹਿਲਾਂ ਹੋਇਆ ਬਹੁਤ 11-12ਵੀਂ ਸਦੀ ਦੇ ਵਿੱਚ। ਗੁਰੂ ਨਾਨਕ ਪਾਤਸ਼ਾਹ ਜੀ ਦੇ ਜਿਹੜੇ ਮੇਨ ਉਪਦੇਸ਼ ਸੀ ਉਹਦੇ ਵਿੱਚ ਹਾਲਤ ਕਹਿੰਦੇ ਸੰਸਾਰ ਦੀ ਬਹੁਤ ਜ਼ਿਆਦਾ ਗਰਕ ਗਈ ਸੀ। ਪਹਿਲਾਂ ਗੁਰੂ ਪਾਤਸ਼ਾਹ ਨੇ ਰੋਗ ਲੱਭਿਆ, ਉਹਦਾ ਇਲਾਜ ਕੀਤਾ। ਮਲਕਮ ਜਿਹੜਾ ਕਹਿੰਦਾ ਗੁਰੂ ਨਾਨਕ ਨੇ ਲੋਕਾਂ ਦੀ ਦਸ਼ਾ ਸੂਝ ਤੇ ਸਨੇਹ ਦੇ ਜ਼ੋਰ ਨਾਲ ਬਦਲਾਈ ਬਾਈ ਫੋਰਸ ਆਫ ਰੀਜ਼ਨ ਐਂਡ ਹਿਊਮੈਨਿਟੀ। ਉਹ ਕਹਿੰਦਾ ਗੁਰੂ ਨਾਨਕ ਪਾਤਸ਼ਾਹ ਨੇ ਲੋਕਾਂ ਦੇ ਮਨ 'ਚ ਵਾਹਿਗੁਰੂ ਦੀ ਭਗਤੀ ਅਤੇ ਭਰਾ ਲਈ ਪਿਆਰ ਉਪਜਾਉਣ ਦੀ ਪਹਿਲੀ ਗੱਲ। ਦੋ ਸਖਤ ਵਿਰੋਧੀ ਤਾਕਤਾਂ ਨਾਲ ਲੜਨ ਪਿਆ। ਇੱਕ ਮਜ਼ਹਬੀ ਤੁਸ ਵੀ ਸੀ, ਡੂੰਘੇ ਜਿਹੜੇ ਬ੍ਰਹਮ ਜਿਹੜੇ ਵਹਿਮ ਪ੍ਰਸਤੀ,
स्नेह ते त्यों नाल दोनां ते जित गुरु पातशाह ने अपनी की। CH पेन लिखदा है कि गुरु नानक पातशाह ने वो गल समझदी सी जिहड़ी दूजे सुधारकां नूं समझ नहीं सी पाई। धर्म ਉਹੀ जिंदा रह सकदा सी ਜਿਹੜਾ ਵਰਤੋਂ ਸਿਖਾਲੇ, ਜਿਹੜਾ ਇਹ ਨਾ ਸਿਖਾਲੇ ਦੁਨੀਆ ਤੋਂ ਨੱਸਣਾ ਕਿਵੇਂ, ਬਲਕਿ ਇਹ ਦੱਸੇ ਕਿ ਦੁਨੀਆ ਤੇ ਰਹਿਣਾ ਕਿਵੇਂ, ਜਿਹੜਾ ਇਹ ਨਾ ਸਿਖਾਲੇ ਕਿ ਬਦੀਆਂ ਤੋਂ ਬਚਣਾ ਕਿਵੇਂ, ਸਗੋਂ ਇਹ ਦੱਸੇ ਬਦੀਆਂ ਦਾ ਟਾਕਰਾ ਕਿਵੇਂ ਕਰਨਾ। ਨਿੰਗਮ ਨੇ ਵੀ ਇਹੀ ਕਿਹਾ ਕਿ ਗੁਰੂ ਨਾਨਕ ਦੇ ਇਹ ਹਿੱਸੇ ਹੈ ਕਿ ਉਹ ਸੁਧਾਰ ਤੇ ਅਸਲੀ ਅਸੂਲਾਂ ਦਾ ਪ੍ਰਚਾਰ ਸੀ। ਉਹਨਾਂ ਦੀਆਂ ਸਾਰੀਆਂ ਨੀਹਾਂ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਨੂੰ ਕਾਬਲ ਬਣਾਇਆ ਤੇ ਉਹਨੇ ਹਮਵਤਨਾਂ ਦੇ ਮਨ 'ਚ ਜਵਾਲਾ ਭੜਕਾ ਸਕਣ ਤੇ ਖਿਆਲ ਨੂੰ ਨਿੱਕੇ ਵੱਡੇ ਉੱਚੇ ਨੀਵੇਂ ਸਾਰੇ ਰਾਜਨੀਤਿਕ ਮਜ਼ਹਬੀ ਤੌਰ ਤੇ ਇੱਕ ਨੇ ਅਮਲੀ ਜਾਮਾ ਪਹੁੰਚਾਇਆ। ਇਹ ਜਿਹੜਾ ਮੈਲਕਮ ਦਾ ਸਿੱਖ ਸਕੈਚ ਹੈ, ਕਿਤਾਬ ਮੈਲਕਮ ਦੀ ਹੈ, ਇੱਕ CH ਪੇਨ ਦੀ ਹੈ ਸ਼ਾਰਟ ਹਿਸਟਰੀ ਆਫ ਸਿੱਖਸ, ਤੇ ਕਨਿੰਗਮ ਦੀ ਹੈ। ਕਨਿੰਗਮ ਨੇ ਬਹੁਤ ਕੁਝ ਲਿਖਿਆ। ਕਨਿੰਗਮ ਲਿਖਦਾ ਹੈ ਕਿ ਗੁਰੂ ਨਾਨਕ ਨੇ ਸਿੱਖਾਂ ਤੇ ਉਹਨਾਂ ਔਕਾਈਆਂ ਤੋਂ ਬਚਾ ਲਿਆ ਜਿਨ੍ਹਾਂ 'ਚ ਭਾਰਤ ਵਾਸੀ ਲੋਕ ਸਦੀਆਂ ਤੋਂ ਸ਼ਿਕਾਰ ਹੋ ਰਹੇ ਸੀ। ਗੁਰੂ ਪਾਤਸ਼ਾਹ ਨੇ ਸਿੱਖ ਨੂੰ ਇੱਕ ਅਕਾਲ ਪੁਰਖ ਦੀ ਉਪਾਸਨਾ ਤੇ ਪਵਿੱਤਰ ਆਚਰਣ ਦੀ ਸਿੱਖਿਆ ਦਿੱਤੀ। ਸਰਲ ਸਪਸ਼ਟ ਸੁਤੰਤਰ ਸਮਦ੍ਰਿਸ਼ਟੀ ਤੋਂ ਰੀਤਾਂ ਰਸਮਾਂ ਤੋਂ ਆਜ਼ਾਦ ਸ਼ਰਧਾਲੂਆਂ ਦਾ ਸੋਹਣਾ ਪੰਥ ਸਾਜਿਆ। ਗੁਰੂ ਨਾਨਕ ਪਾਤਸ਼ਾਹ ਦੇ 4 ਲਫ਼ਜ਼ਾਂ ਤੇ ਸਹਿਜੇ ਅੰਕਿਤ ਕੀਤਾ ਜਾ ਸਕਦਾ ਸ਼ਬਦ ਸਨ ਏਕਤਾ, ਬਰਾਬਰੀ, ਸ਼ਰਧਾ ਤੇ ਪਿਆਰ। ਯੂਨਿਟੀ, ਇਕੁਐਲਿਟੀ, ਫੇਥ ਤੇ ਲਵ। ਪਹਿਲੇ 2 ਏਕਤਾ ਤੇ ਬਰਾਬਰੀ ਵਾਹਿਗੁਰੂ ਅਤੇ ਮਨੁੱਖਾਂ ਦੇ ਸੰਬੰਧਾਂ ਦੇ ਦਸੰਦ ਨੇ। ਪਿਛਲੇ ਸ਼ਰਧਾ ਤੇ ਪਿਆਰ ਮਨੁੱਖ ਨੂੰ ਕਾਮਯਾਬੀ ਦਾ ਰਾਹ ਦੱਸ। ਇੱਕ ਰੱਬ ਦੀ ਹੋਂਦ ਤੇ ਜ਼ੋਰ ਸਾਹਿਬ ਨੇ ਦਿੱਤਾ। ਇਸ ਦੇ ਬਾਰੇ ਵਪਾਰਕ ਸੰਦੇਸ਼ਾਂ ਤੋਂ ਬਾਅਦ ਆ ਕੇ ਦੱਸ। ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਰੱਬ ਦੀ ਜਿਹੜੀ ਹੋਂਦ ਸੀ ਨਾ, ਅਸਲ ਤਾਂ ਜਦ ਪਹਿਲਾਂ ਹੀ ਮੂਲ ਮੰਤਰ ਦੇ ਵਿੱਚ ਜਦ ਇੱਕ ਪਾਤਾ ਹੈ ਬਈ ਅਗੰਮ ਹੈ, ਇੱਕ ਸ਼ਕਤੀ ਹੈ, ਉਹਨੂੰ ਭਾਨੇ ਕੋਈ ਨਹੀਂ ਸਕਦਾ, ਕੋਈ ਨੰਬਰ ਹੀ ਨਹੀਂ ਪਾਇਆ, 0 ਵੀ ਨਹੀਂ ਪਾਈ, ਤੇ ਕਿਸੇ ਨੂੰ ਅਵਤਾਰ ਬਣਾ ਕੇ ਨਹੀਂ ਭੇਜਦਾ, ਕੋਈ ਇਹਦੇ ਟੋਟੇ ਨਹੀਂ ਕਰ ਸਕਦਾ, ਤੇ ਸਾਰੀ ਸ਼ਕਤੀ ਦਾ ਮਾਲਕ ਉਹ ਆਪ ਹੈ। ਅੱਖਰਾਂ ਦੇ ਅਰਥ ਤਾਂ ਵੱਧ ਸਕਦੇ ਨੇ ਪਰ ਇੱਕ ਦਾ ਕੁਝ ਨਹੀਂ ਬਦਲ ਸਕਦਾ, 0 ਵੀ ਨਹੀਂ, ਸਦਾ ਹੀ ਹੈ। ਉਹਦੇ ਬਾਅਦ ਓਮ ਦੀ ਧੁਨੀ ਆਉਂਦੀ ਹੈ ਅਤੇ ਉਹਦੇ ਬਾਅਦ ਕਾਰ ਆ, ਬਸ ਕੰਟੀਨਿਊਟੀ ਹੈ। ਸੋ ਵਾਹਿਗੁਰੂ ਨੂੰ ਤਿੰਨਾਂ ਹਿੱਸਿਆਂ ਵਿੱਚ ਗੁਰੂ ਨਾਨਕ ਜੀ ਨੇ ਨਹੀਂ ਵੰਡਿਆ। ਨਾ ਉਹ ਕਹਿੰਦੇ ਸੰਸਾਰੀ ਆ, ਨਾ ਭੰਡਾਰੀ ਆ, ਨਾ ਦੀਵਾਨ ਲਾ ਕੇ ਬੈਠਣ ਵਾਲਾ। ਬ੍ਰਹਮਾ ਵਿਸ਼ਨੂੰ ਸ਼ਿਵ ਦੇ ਵੱਖ-ਵੱਖ ਕੋਈ ਉਹਨੇ ਹਿੱਸੇ ਉਹਨਾਂ ਨੇ ਬਣਾਏ ਨੇ। 2 ਖਿਆਲ ਸਾਹਮਣੇ ਤੋਂ ਪਹਿਲਾਂ ਸੀ ਸਾਹਿਬ ਤੋਂ ਵਾਹਿਗੁਰੂ ਦੇ ਬਾਰੇ 2 ਵਿਰੋਧੀ ਖਿਆਲ ਪ੍ਰਚਲਿਤ ਸੀ ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ। ਇੱਕ ਤਾਂ ਇਹ ਕਹਿੰਦੇ ਸੀ ਵੀ ਸਾਰਿਆਂ ਚ ਆਓ, ਹਾਥੀ ਕੁੱਤੇ ਮਨੁੱਖ ਦੀ ਆਤਮਾ ਚ ਕੋਈ ਫਰਕ ਨਹੀਂ, ਸਰਬ ਵਿਆਪੀ ਹੈ। ਇਹਦਾ ਅਸਰ ਇਹ ਹੋਇਆ ਕਿ ਜਿਹੜਾ ਸਦਾਚਾਰ ਖਤਮ ਹੋਣ ਲੱਗਿਆ, ਨਾ ਮਾਤਰ ਅਖੌਤੀ ਕੀ ਗੱਲ ਰਹਿ ਗਈ। ਦੂਜੇ ਦੇ ਖਿਆਲ ਅਨੁਸਾਰ ਵਾਹਿਗੁਰੂ ਭੰਨਣ ਘੜਨ ਵਾਲਾ ਅਗਮ ਅਥਾਹ, ਦੂਰ ਕਿਤੇ ਬੈਠਾ ਆਪਹੁੰਚ, ਸਾਰੇ ਫੁਰਨਿਆਂ ਤੋਂ ਦੂਰ, ਸਰਬ ਸ਼ਕਤੀਮਾਨ ਹੈ, ਸੰਸਾਰ ਨੂੰ ਖੁਦ ਮੁਖਤਿਆਰ ਤੇ ਡਿਕਟੇਟਰ ਬਣਾ ਕੇ ਚਲਾਉਂਦਾ, ਜਿਸ ਉੱਤੇ ਅਰਦਾਸਾਂ ਤੇ ਅਪੀਲਾਂ ਦਾ ਕੋਈ ਅਸਰ ਨਹੀਂ। ਇਸ ਤਰ੍ਹਾਂ ਦੀਆਂ ਸਿਫਤਾਂ ਵਾਲੇ ਵਾਹਿਗੁਰੂ ਨੂੰ ਅਗੋਚਰ ਜਿਹੜਾ ਹੈ ਉਹਨਾਂ ਨੇ ਕਿਹਾ। ਸੋ ਇਹਦਾ ਭਾਵ ਇਹ ਲਿਆ ਗਿਆ ਵਾਹਿਗੁਰੂ ਇੱਕ ਬਜਰੇ ਵਸਤੂ ਹੈ ਜਿਹੜੀ ਕਦੇ ਭਿੱਜਦੀ ਨਹੀਂ। ਸਾਹਿਬ ਨੇ ਦੋਨੇ ਵਿਰੋਧੀ ਖਿਆਲਾਂ ਨੂੰ ਸੁਣ ਕੇ ਵਾਹਿਗੁਰੂ ਬਾਰੇ ਆਪਣੇ ਅਨੁਭਵ ਦਿੱਤੇ। ਨਾ ਉਸਨੂੰ ਅਗਮ ਦੱਸਿਆ, ਨਾ ਕੋਈ ਰੁਲਦਾ ਫਿਰਦਾ ਜੀਵ ਦੱਸਿਆ। ਵਾਹਿਗੁਰੂ ਨੂੰ ਬਾਰੇ ਆਪਣੇ ਖਿਆਲਾਂ ਨੂੰ ਜਪਜੀ ਸਾਹਿਬ ਦੀ ਪਹਿਲੀ ਪੌੜੀ 'ਚ ਦਰਸਾਇਆ, ਜਿਹਨੂੰ ਮੂਲ ਮੰਤਰ ਕਹਿੰਦੇ। ਇਹਦੇ ਵਿੱਚ ਉਹਨਾਂ ਨੇ ਸਭ ਪੱਖਾਂ ਤੇ ਰੋਸ਼ਨੀ ਪਾ ਕੇ ਪਹਿਲਾਂ ਇੱਕ, ਉਹਦੇ ਪਿੱਛੋਂ ਉਹ, ਤੇ ਫਿਰ ਧਾਰ। ਬਸ ਉਹਨਾਂ ਕਿਹਾ ਉਹ ਹੈ, ਸਦਾ ਹੈ, ਲਗਾਤਾਰ। ਇੱਕ ਓਂਕਾਰ ਤਿੰਨਾਂ ਮੁੱਢਲੀਆਂ ਵਿਦਿਆਵਾਂ ਦਾ ਚਿੰਨ੍ਹ ਤੇ ਸੰਗਮ, ਜਾਂ ਇੰਝ ਕਹਿ ਸਕਦੇ ਹੋ ਸਾਰੀਆਂ ਵਿਦਿਆ ਪੜ੍ਹਾਈਆਂ ਵਿੱਚ ਆ ਜਾਂਦੀਆਂ ਨੇ। ਇੱਕ ਹਿੰਸੇ ਦਾ ਮੂਲ ਹੈ, ਓਮ ਅੱਖਰੀ ਵਰਣਮਾਲਾ ਦਾ, ਤੇ ਕਾਰ ਰੇਖਾ ਗਣਿਤ ਜਿਓਮੈਟਰੀ ਹੈ। ਇੱਕ ਓਂਕਾਰ ਸਾਰੇ ਗਿਆਨ ਦਾ ਤੇ ਜਪ ਦਾ ਮੂਲ ਹੈ। ਉਹ ਇੱਕ ਹੈ ਜੋ ਟੁੱਟ ਕੇ ਭੱਜ ਨਹੀਂ ਸਕਦਾ। ਉਹ ਹੈ, ਲਗਾਤਾਰ ਹੈ, ਸੱਤ ਹੈ, ਭਗਤੀ ਦਾ ਜਾਂ ਛਲਾਵਾ ਨਹੀਂ। ਇਹ ਲਈ ਦੁਨਿਆਵੀ ਕੋਈ ਵੀ ਨਾਂ ਨਹੀਂ ਦਿੱਤਾ ਜਾ ਸਕਦਾ। ਸਭ ਗੁਣਾਂ ਦਾ ਸਮੂਹ ਹੈ, ਸਿਰਜਣਹਾਰ ਹੈ, ਕਰਤਾ ਹੈ। ਨਾਮ ਉਹ ਸਭ ਗੁਣਾਂ ਦਾ ਸਮੂਹ ਨਾਮ ਹੈ, ਸਿਰਜਣਹਾਰ ਹੈ, ਕਰਤਾ ਹੈ, ਤੇ ਸਭ ਸ਼ਕਤੀਆਂ ਦਾ ਪ੍ਰਤੀਕ ਹੈ, ਪੁਰਖ। ਉਹਦੇ ਤੇ ਕੋਈ ਮਰਿਆਦਾ ਲਾਗੂ ਨਹੀਂ। ਉਹਦੀ ਮਰਿਆਦਾ ਆਪਣੀ ਬਣਾਈ ਹੈ, ਨਿਰਭਉ ਹੈ, ਤੇ ਉਹ ਮਿਹਰਬਾਨ ਹੈ, ਨਿਰਵੈਰ ਹੈ, ਸਮੇਂ ਦੀ ਬੰਦਿਸ਼ ਨਹੀਂ, ਅਕਾਲ ਹੈ। ਉੱਥੇ ਜੋਤ ਦਾ ਪ੍ਰਕਾਸ਼ ਹੈ, ਹਰ ਕਿਸੇ ਵਿੱਚ ਦੇਖਿਆ ਜਾ ਸਕਦਾ, ਮੂਰਤ ਹੈ।
ਉਹ ਜਨਮ ਰਹਿਤ ਹੈ ਅਤੇ ਉਸ ਦਾ ਪ੍ਰਕਾਸ਼ ਸੁਤੇ ਸਿੱਧ ਅੰਜੂਨੀ ਸੈਭੰਗ ਗੁਰੂ ਅਰਜਨ ਪਾਤਸ਼ਾਹ ਦੇ ਸ਼ਬਦਾਂ 'ਚ ਤੁਧ ਰੂਪ ਨਾ ਰੇਖ ਨਾ ਜਾਤ ਤੂੰ ਵਰਨਾ ਬਾਹਰਾ ਇਹ ਮਾਨਸ ਜਾਣਿਆ ਦੂਰ ਤੂੰ ਵਰਤੇ ਜਾਰਾ ਨਾਨਕਾ ਪਾਤਸ਼ਾਹ ਦਿਸੇ ਜਹਰ। ਕਨਿੰਗਾ ਮੋਣੀ ਲਿਖਦੇ ਹੈ ਕਿ ਗੁਰੂ ਨਾਨਕ ਪਾਤਸ਼ਾਹ ਨੇ ਵਾਹਿਗੁਰੂ ਬਾਰੇ ਕੋਈ ਗਲਤੀ ਨਹੀਂ ਖਾਧੀ, ਨਾ ਹੀ ਉਹਨੂੰ ਥਾਪਿਆ ਦੱਸਿਆ, ਨਾ ਹੀ ਭਗਤਾਂ ਨੂੰ ਕੋਈ ਹਿੱਸਿਆਂ 'ਚ ਵੰਡਿਆ। ਉਹਨਾਂ ਵਾਹਿਗੁਰੂ ਨੂੰ ਇੱਕੇ ਦੱਸਿਆ, ਸਮਝਿਆ। ਫਰੈਡਰਿਕ ਪਿਨਕਾਟ ਨੇ ਆਪਣੀ ਜਿਹੜੀ ਕਿਤਾਬ ਜਿਹੜੀ ਰਿਲੀਜੀਅਸ ਸਿਸਟਮ ਆਫ ਦਾ ਵਰਲਡ ਵਿੱਚ ਸਿੱਖ ਧਰਮ ਦੇ ਥੱਲੇ ਸਰਦੇਖ ਲਿਖਿਆ ਕਿ ਗੁਰੂ ਨਾਨਕ ਦਾ ਰੱਬ ਹਿੰਦੂ ਜਾਂ ਮੁਸਲਮਾਨ ਲਈ ਕੋਈ ਵੱਖਰਾ ਨਹੀਂ, ਕਹਿੰਦੇ ਨਾ ਹੀ ਦੂਜੇ ਲੋਕਾਂ ਦੇ ਕੋਈ ਵੱਖਰਾ ਸਮਝਾਉਂਦੇ। ਗੁਰੂ ਨਾਨਕ ਇੱਕੋ ਹੀ ਭਾਈ ਇੱਕੋ ਹੀ ਦੀ ਸੱਦ ਲਗਾਉਂਦੇ ਨੇ। ਨਾ ਹੀ ਗੁਰੂ ਨਾਨਕ ਉਸ ਰੱਬ ਨੂੰ ਮਨੁੱਖ ਦੀ ਸ਼ਕਲ ਰਾਮ ਵਿੱਚ ਢਾਲਿਆ, ਨਾ ਹੀ ਮੁਸਲਮਾਨਾਂ ਦੇ ਅੱਲਾਹ 'ਚ ਕੋਈ ਹੈਰਾਨ ਕੁਨ ਆਖਿਆ। ਉਹਨੂੰ ਮਿਲਣ ਦਾ ਰਸਤਾ ਇੱਕ ਹੀ ਦੱਸਿਆ, ਉਹ ਹੈ ਉਹਦੇ ਨਾਲ ਪਿਆਰ ਕੀਤਾ ਜਾਏ। ਗੁਰੂ ਨਾਨਕ ਦੇਵ ਜੀ ਦੇ ਸ਼ਬਦਾਂ ਵਿੱਚ ਇਹ ਕਹਿ ਸਕਦੇ ਹਾਂ, ਅਗੰਮ ਲੱਗਦਾ ਹੈ ਪਰ ਸ਼ਬਦਾਂ ਦੇ ਪਿਆਰ ਰਾਹੀਂ ਪਾਇਆ ਜਾ ਸਕਦਾ। ਇਹ ਧਰਮ ਦੇ ਤੇ ਰੱਬ ਤੱਕ ਅੱਜ ਦੀ ਗੱਲ। ਫਿਰ ਜਿਹੜੀ ਸਾਧ ਸੰਗਤ ਦਾ ਜਿਹੜਾ ਅਗਲਾ ਜਿਹੜਾ ਵਰਕਸ਼ਾਪਸ ਨੇ, ਜਿਹੜੀਆਂ ਕੰਗਰੇਗੇਸ਼ਨਲ ਵਰਸ਼ਿਪਸ ਜਿਹੜੀ ਇਕੱਠੇ ਹੋ ਕੇ ਕੰਗਰੇਗੇਸ਼ਨ ਜਿਹੜੀ ਹੈ ਉਹਦੀ ਗੱਲ ਕੀ ਹੈ ਸਾਧ ਸੰਗਤ ਤੇ ਅਗਲੇ ਮੰਗਲਵਾਰ। ਥੋੜਾ ਜਿਹਾ ਔਖਾ ਸਬਜੈਕਟ ਹੋ ਸਕਦਾ, ਕਿਤੇ ਕਿਤੇ ਗੁਰੂ ਮਹਾਰਾਜ ਦੀ ਬਾਣੀ ਦੇ ਕੋਈ ਲਗਾ ਮਾਤਰਾ ਮੇਰੇ ਤੋਂ ਇੱਧਰ ਉੱਧਰ ਹੋ ਸਕਦੀ, ਕਿਉਂਕਿ ਮੈਂ ਸੰਥਿਆ ਤਾਂ ਲਈ ਨਹੀਂ ਹੋਈ। ਬਾਹਰ ਜਿਹੜੇ ਗੁਣੀ ਗਿਆਨੀ ਬੈਠੇ ਨੇ ਬਖਸ਼ਿਓ।